ਸ਼ਤਰ ਚਵਰ ਤਖਤ ਦੇ ਮਾਲਿਕ, ਹਾਜ਼ਰਾ ਹਜ਼ੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਜੋ ਲਗਾਤਾਰ ਇਹ ਲੜੀਵਾਰ ਦੀਵਾਨ ਸਜ ਰਹੇ ਨੇ, ਇਹਨਾਂ ਦੀਵਾਨਾਂ ਦੇ ਅੰਦਰ ਜਿੱਥੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਵੀ ਆਪ ਜੀ ਨੇ ਸ਼ਰਵਣ ਕੀਤੇ, ਗੁਰ ਇਤਿਹਾਸ ਢਾਡੀ ਵਾਰਾਂ ਦੇ ਦੁਆਰਾ ਆਪ ਜੀ ਨੇ ਸ਼ਰਵਣ ਕੀਤਾ, ਉੱਥੇ ਗੁਰ ਸ਼ਬਦ ਦੇ ਚਾਨਣ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦਾ ਜੀਵਨ ਇਤਿਹਾਸ ਆਪਾਂ ਜੋ ਲੜੀਵਾਰ ਹੈ ਉਹ ਵਿਚਾਰ ਰਹੇ ਹਾਂ। ਹੁਣੇ ਆਪ ਜੀ ਨੇ ਇਤਿਹਾਸ ਜੋ ਸਰਵਣ ਕੀਤਾ ਹੈ ਕਿ ਕਿਵੇਂ ਗੁਰੂ ਦੀਆਂ ਰਹਿਮਤਾਂ ਲੈਣ ਦੇ ਵਾਸਤੇ, ਗੁਰੂ ਦੀਆਂ ਬਖਸ਼ਿਸ਼ਾਂ ਲੈਣ ਦੇ ਵਾਸਤੇ ਇੱਕ ਸਿੱਖ ਜਿਹੜਾ ਘਰੋਂ ਸੱਚਮੁੱਚ ਬੜਾ ਗਰੀਬ ਹੈ, ਜਿਹਦੇ ਘਰ ਪ੍ਰਸ਼ਾਦਾ ਵੀ ਚੰਗੀ ਤਰ੍ਹਾਂ ਨਹੀਂ ਪੱਕਦਾ, ਉਹਨੇ ਇਸ ਦੇਸ਼ ਦੇ ਬਾਦਸ਼ਾਹ ਦੇ ਕੋਲੋਂ ਮਿਲਦੀਆਂ ਜ਼ਗੀਰਾਂ ਨੂੰ ਵੀ ਠੋਕਰ ਮਾਰ ਦਿੱਤੀ। ਕੋਈ ਆਮ ਗੱਲ ਨਹੀਂ ਸੀ। ਸਮੇਂ ਦੇ ਬਾਦਸ਼ਾਹ ਦੇ ਅੱਗੇ ਟਕਾ ਰੱਖ ਕੇ, ਭੇਟਾ ਰੱਖ ਕੇ ਵਾਪਸ ਚੱਕਣੀ ਇਹ ਸਿੱਖਾਂ ਦੇ ਹਿੱਸੇ ਹੀ ਆਈ ਹੈ, ਕਿਸੇ ਹੋਰ ਦੇ ਨਹੀਂ। ਕਿਉਂਕਿ ਸਿੱਖ ਬਾਦਸ਼ਾਹੀਆਂ ਨਹੀਂ, ਸਿੱਖ ਪਾਤਸ਼ਾਹੀਆਂ ਲੋਚਦਾ ਹੈ, ਤੇ ਪਾਤਸ਼ਾਹੀਆਂ ਹਮੇਸ਼ਾ ਗੁਰੂ ਦੇ ਕੋਲੋਂ ਮਿਲਦੀਆਂ ਨੇ। ਜਦੋਂ ਸਿੱਖ ਭਾਵਨਾ ਦੇ ਨਾਲ ਗੁਰੂ ਦੇ ਅੱਗੇ ਕੌਡੀ ਵੀ ਰੱਖਦਾ ਹੈ ਨਾ, ਕੌਡੀ ਵੀ ਭਾਵਨਾ ਦੇ ਨਾਲ, ਤੇ ਭਾਵਨਾ ਦੇ ਨਾਲ ਰੱਖੀ ਉਹ ਕੌਡੀ ਵੀ ਗੁਰੂ ਪ੍ਰਵਾਨ ਕਰਦਾ ਹੈ, ਉਹ ਗੁਰੂ ਦੇ ਦਰ ਤੇ ਪ੍ਰਵਾਨ ਚੜ੍ਹਦੀ ਹੈ। ਸੋ ਅੱਜ ਸਵੇਰ ਦੇ ਦੀਵਾਨ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਸਤਿਗੁਰਾਂ ਦੇ ਜੀਵਨ ਦਾ ਉਹ ਹਿੱਸਾ ਜਿਹੜਾ ਗਵਾਲੀਅਰ ਦੇ ਕਿਲੇ ਦੇ ਅੰਦਰ ਬਤੀਤ ਹੋਇਆ। ਪਹਿਲੀ ਗੱਲ, ਉਸ ਕਿਲੇ ਦੇ ਅੰਦਰ ਜਾਣ ਦੇ ਕਾਰਨ ਕੀ ਸਨ, ਉਸ ਕੈਦਖਾਨੇ ਵਿੱਚ ਜਾਣ ਦੇ ਕਾਰਨ। ਦੂਜੀ ਸਭ ਤੋਂ ਵੱਡੀ ਗੱਲ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਵਿੱਚ ਹੀ ਕਿਉਂ ਕੈਦ ਕੀਤਾ ਗਿਆ, ਇਹਦਾ ਕੀ ਕਾਰਨ ਸੀ। ਤੀਸਰਾ, ਜੇ ਮੇਰੇ ਪਾਤਸ਼ਾਹ ਨੂੰ ਕੈਦ ਕਰ ਲਿਆ ਗਿਆ, ਕਿਉਂਕਿ ਪਹਿਲਾਂ ਗੁਰੂ ਪਿਤਾ ਨੂੰ ਕੈਦ ਕੀਤਾ, ਗੁਰੂ ਅਰਜਨ ਸਾਹਿਬ ਜੀ ਨੂੰ, ਪਰ ਸਤਿਗੁਰਾਂ ਦੀ ਤੇ ਸ਼ਹਾਦਤ ਹੋਈ, ਤੇ ਕਿੰਨੇ ਕੁ ਵੱਡੇ ਕਾਰਨ ਸਨ ਜਿਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਆਪ ਵੀ ਬਾਹਰ ਆਏ ਤੇ ਆਪਣੇ ਨਾਲ 52 ਰਾਜਿਆਂ ਨੂੰ ਵੀ ਆਜ਼ਾਦ ਕਰਵਾ ਕੇ ਲੈ। ਇਹਦਾ ਕੋਈ ਨਾ ਕੋਈ ਤੇ ਕਾਰਨ ਬੜਾ ਵੱਡਾ ਹੋਏਗਾ ਨਾ। ਇਹ ਸਤਿਗੁਰਾਂ ਦੀਆਂ ਰਹਿਮਤਾਂ ਦੇ ਨਾਲ ਅੱਜ ਆਪਾਂ ਵਿਚਾਰਨਾ। ਇਹ ਇਤਿਹਾਸ ਬੜੇ ਕਮਾਲ ਦਾ ਹੈ, ਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਕੁਝ ਨਾ ਕੁਝ ਨਵਾਂ ਤੁਹਾਡੇ ਅੱਗੇ ਰੱਖਾਂਗਾ, ਮੈਂ ਕੋਸ਼ਿਸ਼ ਕਰਾਂਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਪਹਿਲਾਂ ਕਰਾਂਗਾ ਕਿ ਇਕਾਗਰਤਾ ਜ਼ਰੂਰ ਰੱਖਿਓ। ਤੇ ਬੜੇ ਸਿੱਧੇ ਤੇ ਸਪਸ਼ਟ ਜੀ ਗੱਲ ਹੁੰਦੀ ਹੈ, ਬੜੇ ਬੋਲ ਸਿੱਧੇ ਹੁੰਦੇ ਆ ਕਿ ਜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਆ ਕੇ ਵੀ ਸਿਰਫ ਗੱਲਾਂ ਬਾਤਾਂ ਹੀ ਕਰਨੀਆਂ, ਇਹਦੇ ਨਾਲੋਂ ਬੈਟਰ ਹੈ ਕਿ ਫਿਰ ਘਰ ਚਲੇ ਜਾਈਏ, ਉਹ ਸਭ ਤੋਂ ਵਧੀਆ ਹੈ। ਕਿਉਂਕਿ ਬਾਣੀ ਦੀ ਇੱਕ ਪੰਕਤੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਵਿੱਚ ਕੌਣ ਵਸਦਾ ਹੈ? ਪਰਮਾਤਮਾ। ਪਰ ਅਸੀਂ ਉਹਨੂੰ ਸੰਗਤ ਤੇ ਬਣੀ ਰਹਿਣ ਦਈਏ ਨਾ। ਇੱਥੇ ਇਕਾਗਰਤਾ ਜ਼ਰੂਰ ਰੱਖਿਓ, ਕਿਰਪਾ ਕਰਿਓ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਮਨ, ਆਪਣੇ ਚਿੱਤ ਨੂੰ ਕਰੋ ਇਕਾਗਰ।
ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਇੱਕ ਪੰਕਤੀ ਆਪਾਂ ਪੜ੍ਹਦੇ ਹਾਂ। ਇਹ ਪੰਕਤੀ ਲਗਭਗ ਸਾਨੂੰ ਸਭ ਨੂੰ ਯਾਦ ਵੀ ਹੈ। ਇਸ ਪੰਕਤੀ ਦੇ ਅੰਦਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ, ਗੁਰੂ ਦੇ ਵਾਸਤੇ ਸ਼ਬਦ ਵਰਤਿਆ ਗਿਆ ਹੈ ਤੇ ਗੁਰੂ ਨੂੰ ਕਿਹਾ ਗਿਆ ਹੈ ਕਿ ਉਹ ਬੰਦੀ ਛੋੜ ਹੈ। ਬੰਦੀ ਛੋੜ, ਬੰਧਨਾਂ ਦਾ ਛੁਟਕਾਰਾ ਕਰਵਾਉਣ ਵਾਲਾ। ਸਾਨੂੰ ਸਭ ਨੂੰ ਯਾਦ ਹੋਏਗੀ ਇਹ ਪੰਕਤੀ ਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਨਾ। ਪਹਿਲੀ ਗੱਲ, ਜਿਹੜਾ ਗੁਰੂ ਹੈ ਉਹ ਬੰਦੀ ਛੋੜ ਹੈ, ਬੰਧਨਾਂ ਦਾ ਛੁਟਕਾਰਾ ਕਰਾਉਣ ਵਾਲਾ ਹੈ, ਅਧਿਆਤਮਕ ਵੀ ਤੇ ਸੰਸਾਰਕ ਬੰਧਨ ਵੀ, ਹਰ ਤਰ੍ਹਾਂ ਦੇ ਬੰਧਨ। ਦੂਜੀ ਗੱਲ, ਇਕੱਲਾ ਗੁਰੂ ਹੀ ਹੈ ਜਿਹੜਾ ਇਸ ਜੀਵਨ ਨੂੰ ਮੁਕਤ ਕਰ ਸਕਦਾ ਹੈ। ਇਕੱਲੇ ਗੁਰੂ ਦੇ ਕੋਲ ਹੀ ਇਹ ਸਮਰੱਥਾ, ਇਹ ਪਾਵਰ ਹੈ ਜਿਹੜਾ ਸਾਨੂੰ ਇਸ ਸੰਸਾਰ ਦੇ ਬੰਧਨਾਂ ਤੋਂ ਹਮੇਸ਼ਾ ਦੇ ਵਾਸਤੇ ਛੁਡਾ ਸਕਦਾ ਹੈ, ਸਾਡਾ ਛੁਟਕਾਰਾ ਕਰਾ ਸਕਦਾ ਹੈ, ਕੋਈ ਹੋਰ ਨਹੀਂ ਹੈ। ਕਿਉਂਕਿ ਬੰਧਨਾਂ ਦੇ ਅੰਦਰ ਅਸੀਂ ਬੱਝੇ ਪਏ ਹਾਂ। ਹਰ ਇੱਕ ਨੂੰ ਬੰਧਨ ਨੇ, ਕਿਸੇ ਨੂੰ ਸੰਸਾਰ ਦੇ, ਕਿਸੇ ਨੂੰ ਘਰ-ਬਾਰ ਦੇ, ਕਿਸੇ ਨੂੰ ਕਾਰੋਬਾਰ ਦੇ। ਸੁਖਮਨੀ ਸਾਹਿਬ ਦਾ ਇੱਕ ਬੰਦ ਵੀ ਮੈਂ ਆਪ ਜੀ ਦੇ ਸਾਹਮਣੇ ਰੱਖਦਾ ਜਾਵਾਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਕੌਣ ਹੈ ਜੀਵਨ ਮੁਕਤ ਵਾਲਾ? ਉਹ ਕੌਣ ਹੈ? ਆਪ ਜੀ ਪੜ੍ਹਦੇ ਹੋ, ਯਾਦ ਹੈ ਆਪ ਜੀ ਨੂੰ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਕੌਣ ਹੈ ਜਿਹੜਾ ਜੀਵਨ ਮੁਕਤ ਹੈ? ਕਹਿੰਦੇ ਜਿਹੜਾ ਪ੍ਰਮਾਤਮਾ ਦੀ ਆਗਿਆ, ਗੁਰੂ ਦੀ ਆਗਿਆ ਨੂੰ ਆਪਣੇ ਮਨ ਦੇ ਅੰਦਰ ਟਿਕਾ ਲੈਂਦਾ ਹੈ, ਗੁਰੂ ਦੀ ਅਨੁਸਾਰ ਜੋ ਗੁਰੂ ਦੇ ਬਚਨ ਨੇ ਉਹਨਾਂ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਜੀਵਨ ਮੁਕਤ ਹੋ ਜਾਂਦਾ ਹੈ। ਪ੍ਰਭ ਕੀ ਆਗਿਆ, ਵੈਸੇ ਇੱਕ ਗੱਲ ਹੈ, ਉਹਦੇ ਵਾਸਤੇ ਕੰਡੀਸ਼ਨਸ ਬੜੀਆਂ ਰੱਖੀਆਂ ਗਈਆਂ ਨੇ ਇਸੇ ਬੰਦ ਦੇ ਅੰਦਰ ਹੀ। ਆਖਿਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ। ਜੀਵਨ ਮੁਕਤ ਕਿਹਦਾ ਹੈ? ਹਰਖ ਖੁਸ਼ੀ, ਸੋਗ ਗਮੀ। ਉਹਦੇ ਵਾਸਤੇ ਜੇ ਖੁਸ਼ੀ ਆ ਗਈ ਤੇ ਤਾਂ ਵੀ ਕੋਈ ਪਰਵਾਹ ਨਹੀਂ, ਤੇ ਉਹਦੇ ਜੀਵਨ ਦੇ ਅੰਦਰ ਜੇ ਗਮ ਆ ਗਿਆ, ਰੋਸ ਆ ਗਿਆ, ਕੋਈ ਸਮਾਂ ਉਹੋ ਜਿਹਾ ਆ ਗਿਆ, ਉਹਨੂੰ ਤਾਂ ਵੀ ਕੋਈ ਪਰਵਾਹ ਨਹੀਂ। ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਇਹ ਸੱਚਾਈ ਹੈ, ਉਹਦੇ ਮਨ ਦੇ ਅੰਦਰ ਸਦਾ ਆਨੰਦ ਹੀ ਆਨੰਦ ਰਹਿੰਦਾ ਹੈ। ਉਹਦੇ ਆਨੰਦ ਤੋਂ ਬਿਨਾਂ ਉਹਦੇ ਮਨ ਦੇ ਅੰਦਰ ਕੁਝ, ਉਹ ਵਿਜੋਗ ਵਿਛੋੜਾ ਉਹ ਪਾਸਾ ਤੇ ਆਉਂਦਾ ਹੀ ਨਹੀਂ ਹੈ ਨਾ, ਵਿਯੋਗ ਵਾਲਾ ਪਾਸਾ ਹੀ ਨਹੀਂ ਆਉਂਦਾ, ਆਨੰਦ ਹੀ ਆਨੰਦ ਹੈ। ਸਦਾ ਆਨੰਦ ਤੈ ਨਹੀਂ ਵਿਯੋਗ। ਅੱਗੇ ਕਿਹਾ, ਤੈਸਾ ਸਵਰਨ ਤੈਸੀ ਉਸ ਮਾਟੀ। ਆਮ ਬੰਦੇ ਨੂੰ ਇੱਕ ਪਾਸੇ ਸੋਨਾ ਰੱਖ ਦਿਓ, ਇੱਕ ਪਾਸੇ ਮਿੱਟੀ ਰੱਖ ਦਿਓ, ਤੇ ਜੇ ਅਸੀਂ ਉਹਨੂੰ ਆਖੀਏ ਤੈਨੂੰ ਇਹਦੇ ਵਿੱਚੋਂ ਕੀ ਚਾਹੀਦਾ ਹੈ, ਤੇ ਮਿੱਟੀ ਨੂੰ ਕੌਣ ਪੈਂਦਾ ਹੈ? ਉਹ ਤਾਂ ਸੋਨੇ ਨੂੰ ਦੌੜ ਕੇ ਜਾਏਗਾ, ਮੈਨੂੰ ਤੇ ਆਹ ਚਾਹੀਦਾ, ਕੀਮਤੀ ਹੈ। ਪਰ ਜੀਵਨ ਮੁਕਤ ਕੌਣ ਹੈ? ਪਾਤਸ਼ਾਹ ਕਹਿੰਦੇ ਉਹਦੇ ਲਈ ਸੋਨਾ ਤੇ ਮਿੱਟੀ ਇੱਕੋ ਸਮਾਨ ਹੈ। ਭਾਵ ਉਹਦੇ ਲਈ ਸੋਨੇ ਦੀ ਕੋਈ ਵੱਖਰੀ ਅਹਿਮੀਅਤ ਨਹੀਂ, ਉਹ ਵੀ ਮਿੱਟੀ ਦੇ ਸਮਾਨ ਹੈ ਉਹਦੇ ਵਾਸਤੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਬਿਖ ਜ਼ਹਿਰ। ਅੰਮ੍ਰਿਤ ਤੇ ਜ਼ਹਿਰ ਵੀ ਉਹਦੇ ਲਈ ਇੱਕੋ ਸਮਾਨ ਨੇ। ਅਸਲ ਦੇ ਵਿੱਚ ਜੀਵਨ ਮੁਕਤ ਹੈ ਹੀ ਉਹਦਾ, ਆਨੰਦ ਉਹਦੇ ਅੰਦਰ ਹੀ ਵਸਦਾ ਹੈ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਮਾਨ ਅਭਿਮਾਨ, ਰੰਕ ਰਾਜਾਨ, ਇੱਕੋ ਹੀ ਗੱਲ ਹੈ। ਐਵੇਂ ਨਹੀਂ ਸਿੱਖ ਬਾਦਸ਼ਾਹ ਦੇ ਅੱਗੋਂ ਕੌਡੀ ਚੱਕ ਕੇ ਤੁਰ ਪੈਂਦਾ ਹੈ, ਐਵੇਂ ਨਹੀਂ ਉਹਦੇ ਅੱਗੇ ਰੱਖਿਆ ਧਨ ਦੌਲਤ, ਉਹ ਵੀ ਜਹਾਂਗੀਰ ਵਰਗੇ ਦੇ ਅੱਗੇ। ਪਤਾ ਜਹਾਂਗੀਰ ਕਿਹੋ ਜਿਹਾ ਸੀ ਜਿਹਦੇ ਨਾਲ ਮੁਕਾਬਲਾ ਗੁਰੂ ਹਰਗੋਬਿੰਦ ਸਾਹਿਬ ਦਾ ਹੈ। ਜਹਾਂਗੀਰ ਉਹ ਬਾਦਸ਼ਾਹ ਹੈ, ਇੱਕ ਦਿਨ ਆਖਦੇ ਨੇ ਬੈਠਾ ਕਚਹਿਰੀ ਦੇ ਵਿੱਚ, ਮੌਸਮ ਬੜਾ ਸੁਹਾਵਣਾ, ਤੇ ਇਹਦੇ ਸਾਹਮਣੇ ਆ ਕੇ ਇੱਕ ਬੰਦਾ ਖੜਾ ਹੋ ਗਿਆ। ਸੁਣਿਓ ਜਹਾਂਗੀਰ ਕਿਹੋ ਜਿਹਾ। ਇਹਦੇ ਸਾਹਮਣੇ ਆ ਕੇ ਇੱਕ ਬੰਦਾ ਖੜਾ ਹੋ ਗਿਆ, ਕਹਿੰਦਾ ਵੀ ਤੂੰ ਤੇ ਮੇਰਾ ਮਜ਼ਾ ਹੀ ਖਰਾਬ ਕਰ ਦਿੱਤਾ। ਉਹਨੂੰ ਕਹਿੰਦਾ
तू मेरे सामने आके खड़ा हो गया, तेरी हिम्मत किवें पई? ते उसे वेले सिपाहियां नूं हुक्म दे दिता गया, इहनूं पुट्ठा लमका के इहदी खल तार दिओ। ਇਹੋ ਜਿਹਾ ਬੰਦਾ ਸੀ ਜਹਾਂਗੀਰ, ਜਿਹਦੇ ਅੱਗਿਓਂ ਸਿੱਖ ਪੈਸੇ ਮਾਇਆ ਟਕਾ ਚੱਕ ਕੇ ਤੁਰਦਾ ਪਿਆ ਹੈ। ਉੱਥੇ ਰੰਕ ਰਾਜਾਨ ਕੋਈ ਮਤਲਬ ਨਹੀਂ, ਇਹ ਬਾਦਸ਼ਾਹ ਮੇਰੇ ਅੱਗੇ ਤੇ ਇਹਦੀ ਵੱਖਰੀ ਅਹਿਮੀਅਤ ਹੋਏਗੀ, ਇਹ ਕੋਈ ਗਰੀਬ ਹੈ ਤੇ ਇਹਦੀ ਵੱਖਰੀ ਅਹਿਮੀਅਤ ਹੋਏਗੀ, ਨਹੀਂ। ਸੱਚਾਈ ਹੈ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ। ਤੇ ਪਾਤਸ਼ਾਹ ਨੇ ਆਖਿਆ, ਨਾਨਕ ਉਹ ਪੁਰਖ ਕਹੀਐ, ਉਹ ਹੈ ਅਸਲ ਵਿੱਚ ਜੀਵਨ ਮੁਕਤ। ਤੇ ਇਹ ਗੁਰੂ ਦੀਆਂ ਰਹਿਮਤਾਂ ਨੇ, ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ। ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਜੀਵਨ ਮੁਕਤ ਹੋ ਹੀ ਨਹੀਂ ਸਕਦਾ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ, ਉਹ ਡੀਨਾ ਮੇਰਾ ਗੁਰੂ ਸੱਚਮੁੱਚ ਬੰਦੀ ਛੋੜੇ। ਇੱਕ ਵਾਰ ਆ ਕੇ ਉਹਦੇ ਸਾਹਮਣੇ ਆਪਣੇ ਬੰਧਨ ਰੱਖ ਤੇ ਦਈਏ, ਪਾਤਸ਼ਾਹ ਇਹਨਾਂ ਬੰਧਨਾਂ ਦੇ ਅੰਦਰ ਮੈਂ ਬੰਨਿਆ ਪਿਆ, ਬੱਝਿਆ ਪਿਆ, ਮੇਰੇ ਬੰਧਨਾਂ ਦਾ ਛੁਟਕਾਰਾ ਕਰਵਾ ਦੇ, ਐਕਸੈਪਟ ਕਰੀਏ, ਤੇ ਉਹ ਸੱਚਮੁੱਚ ਉਹਨਾਂ ਬੰਧਨਾਂ ਦਾ ਨਾਸ਼ ਜ਼ਰੂਰ ਕਰਦਾ ਹੈ, ਬੰਦੀ ਛੋੜ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਉਪਰੰਤ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿੱਥੇ ਅੱਜ ਅਕਾਲ ਤਖਤ ਸਾਹਿਬ ਮੌਜੂਦ ਹੈ, ਉਸ ਜਗ੍ਹਾ ਤੇ ਮੇਰੇ ਪਾਤਸ਼ਾਹ ਨੇ ਸੇਲੀ ਟੋਪੀ ਦੀ ਜਗ੍ਹਾ 2 ਤਲਵਾਰੀ ਬੱਧੀਆਂ, ਮੈਂ ਸੰਖੇਪ ਵਿੱਚ ਬੇਨਤੀ ਕਰਕੇ ਅੱਗੇ ਵਧਾਂਗਾ, 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਮੀਰੀ ਦੀ, ਇੱਕ ਪੀਰ ਦੀ, 2 ਤਲਵਾਰਾਂ। ਆਪ ਜੀ ਬੜੀ ਵਾਰ ਆਪ ਜੀ ਨੇ ਦਰਬਾਰ ਸਾਹਿਬ ਉਸ ਧਰਤੀ ਦੇ ਦਰਸ਼ਨ ਕੀਤੇ ਹੋਣਗੇ। 2 ਨਿਸ਼ਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ, ਤੇ ਦੇਖਿਆ ਹੋਏਗਾ ਇੱਕ ਨਿਸ਼ਾਨ ਸਾਹਿਬ ਉੱਚਾ ਹੈ ਤੇ ਦੂਜਾ ਉਹਦੇ ਤੋਂ ਥੋੜਾ ਜਿਹਾ ਛੋਟਾ ਹੈ। ਦੋਵਾਂ ਵਿੱਚ ਅੰਤਰ ਹੈ, ਥੋੜਾ ਜਿਹਾ ਫਰਕ ਹੈ। ਅਸਲ ਦੇ ਅੰਦਰ ਇੱਕ ਨਿਸ਼ਾਨ ਜਿਹੜਾ ਹੈ ਉਹ ਧਰਮ ਦੀ ਨੁਮਾਇੰਦਗੀ ਕਰਦਾ ਹੈ, ਤੇ ਦੂਜਾ ਜਿਹੜਾ ਹੈ ਉਹ ਸੱਤਾ ਦੀ, ਉਹ ਰਾਜ ਦੀ ਨੁਮਾਇੰਦਗੀ ਕਰਦਾ ਹੈ। ਧਰਮ ਵਾਲਾ ਜਿਹੜਾ ਉਹ ਉੱਚਾ ਹੈ, ਤੇ ਜਿਹੜਾ ਰਾਜ ਵਾਲਾ, ਜਿਹੜਾ ਸੱਤਾ ਵਾਲਾ, ਉਹ ਨੀਵਾਂ ਹੈ। ਇਹ ਬਚਨ ਪੜ੍ਹਦੇ ਨਾ, ਰਾਜ ਬਿਨਾ ਨਹਿ ਧਰਮ ਚਲਿਆ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਹਾਂ, ਰਾਜ ਤੇ ਧਰਮ ਦਾ ਸੁਮੇਲ ਚਾਹੀਦਾ ਹੈ, ਰਾਜ ਤੋਂ ਬਿਨਾ ਧਰਮ ਨਹੀਂ ਹੈ, ਇਸ ਦੁਨੀਆ ਦੇ ਅੰਦਰ ਨਹੀਂ ਰਹੇਗਾ। ਜੇ ਤੁਹਾਡੇ ਕੋਲ ਸਿਆਸੀ ਪਾਵਰ ਨਹੀਂ ਹੈ ਨਾ, ਇਹ ਗੁਰੂ ਸਾਹਿਬ ਕਹਿ ਕੇ ਗਏ ਨੇ ਇਹ ਗੱਲਾਂ, ਜੇ ਤੁਹਾਡੇ ਪਿੱਛੇ ਸਿਆਸੀ ਪਾਵਰ, ਨਾਲ ਤੁਹਾਡੇ ਸਿਆਸੀ ਪਾਵਰ ਨਹੀਂ ਹੈ, ਤੇ ਧਰਮ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਬੜਾ ਔਖਾ ਹੈ। ਪਰ ਸਿਆਸਤ ਕਦੇ ਧਰਮ ਦੇ ਉੱਤੇ ਹਾਵੀ ਨਹੀਂ ਹੋਣੀ ਚਾਹੀਦੀ। ਧਰਮ ਸੱਤਾ ਤੇ ਸਿਆਸਤ ਤੇ ਹਮੇਸ਼ਾ ਹਾਵੀ ਰਹਿਣਾ ਚਾਹੀਦਾ ਹੈ। ਉਹ 2 ਨਿਸ਼ਾਨ ਸਾਹਿਬ ਇਸੇ ਗੱਲ ਦੇ ਪ੍ਰਤੀਕ ਨੇ, ਧਰਮ ਵਾਲਾ ਉੱਚਾ ਤੇ ਸੱਤਾ ਵਾਲਾ ਨੀਵਾਂ ਹੈ, ਕਿ ਧਰਮ ਜਿਹੜਾ ਹਮੇਸ਼ਾ ਸੱਤਾ ਤੋਂ, ਰਾਜ ਤੋਂ ਉੱਚਾ ਹੀ ਰਹਿਣਾ ਚਾਹੀਦਾ ਹੈ। ਜਿੱਥੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ, ਮੇਰੇ ਸੱਚੇ ਬਾਦਸ਼ਾਹ ਉੱਥੇ ਸਿੱਖਾਂ ਦੇ ਘੋਲ ਕਰਵਾ ਰਹੇ ਨੇ। ਉਸੇ ਜਗ੍ਹਾ ਤੇ ਸਮਾਂ ਬੜੀ ਤੇਜ਼ੀ ਨਾਲ ਗੁਜ਼ਰਿਆ, ਘੋੜ ਸਵਾਰ ਸਤਿਗੁਰਾਂ ਦੇ ਕੋਲ ਆਉਣ ਲੱਗ ਪਏ, ਚੰਗੀਆਂ ਜਵਾਨੀਆਂ ਆਪਣੀਆਂ ਅਰਪਣ ਕਰਨ ਲੱਗ ਪਏ ਸਿੱਖ, ਚੰਗੇ ਸ਼ਸਤਰ ਹਥਿਆਰ ਅਰਪਣ ਕਰਨ ਲੱਗ ਪਏ। ਤੇ ਦੇਖਦਿਆਂ ਦਿਨਾਂ ਦੇ ਅੰਦਰ ਫੌਜ ਤਿਆਰ ਹੋ ਗਈ। ਦੇਖਦਿਆਂ ਇੱਧਰ ਮੁਰਤਜ਼ਾ ਖਾਨ ਲਾਹੌਰ ਦਾ ਗਵਰਨਰ ਹੈ ਉਹਨਾਂ ਦਿਨਾਂ ਦੇ ਅੰਦਰ। ਹੁਣ ਕਿਉਂਕਿ ਜਹਾਂਗੀਰ ਦੇ ਬਣਾਏ ਨੇ ਸਾਰੇ, ਤੇ ਜੋ ਜਹਾਂਗੀਰ ਕਹੇਗਾ ਉਸੇ ਅਨੁਸਾਰ ਹੀ ਚੱਲਣਗੇ, ਤੇ ਸੁਭਾਵਿਕ ਜੀ ਗੱਲ ਹੈ। ਬਾਦਸ਼ਾਹ ਦੇ ਸਾਹਮਣੇ ਧੌਣ ਉੱਚੀ ਕਰਕੇ ਕੌਣ ਜਿਉ ਸਕਦਾ, ਉਹ ਵੀ ਜਹਾਂਗੀਰ ਵਰਗੇ ਦੇ ਅੱਗੇ। ਕਹਿੰਦੇ ਸਮਾਂ ਲੰਘਦਾ ਗਿਆ, ਇੱਧਰ ਪ੍ਰਿਥੀਏ ਨੇ ਵੇਖਿਆ ਮੌਕਾ, ਪ੍ਰਿਥੀਏ ਨੂੰ ਵੀ ਮਿਲਿਆ ਮੌਕਾ, ਚੰਦੂ ਨੂੰ ਫਿਰ ਮਿਲਿਆ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਕਰਵਾਈ। ਅੱਜ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ ਵੀ ਲਾਹੌਰ ਦਰਬਾਰ ਦੇ ਅੰਦਰ ਜਾ ਕੇ ਬੜੇ ਮੰਦੇ ਬੋਲ ਰਹੇ ਨੇ। ਉਹੀ ਲੋਕ ਆ। ਅੱਗੇ ਮਿਹਰਬਾਨ ਨਹੀਂ ਸੀ, ਇਸ ਵਾਰ ਮਿਹਰਬਾਨ ਵੀ ਆਪਣੇ ਬਾਪ ਦੇ ਨਾਲ ਜਾ ਕੇ, ਆਪਣੇ ਬਾਪ ਨਾਲ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧ ਵਿੱਚ ਗੱਲਾਂ ਕਰਦਾ ਹੈ। ਸਮਾਂ ਗੁਜ਼ਰਿਆ, ਪਹਿਲਾ ਕਿਲਾ ਲੋਹਗੜ੍ਹ ਸਥਾਪਿਤ ਕੀਤਾ ਗਿਆ। ਪਹਿਲਾ ਕਿਲਾ ਗੁਰੂ ਸਾਹਿਬ ਜਾਣਦੇ ਨੇ ਸਮਾਂ ਕਿਹੋ ਜਿਹਾ। ਮੈਂ ਇਹ ਤਾਂ ਪਹਿਲਾਂ ਤੁਹਾਡੇ ਅੱਗੇ ਇਤਿਹਾਸ ਰੱਖ ਰਿਹਾ ਕਿ ਸਾਨੂੰ ਇਸ ਗੱਲ ਦੀ ਸਮਝ ਆਏ ਕਿ ਗਵਾਲੀਅਰ ਤੱਕ ਪਹੁੰਚਣਾ ਕਿਉਂ ਪਿਆ, ਗਵਾਲੀਅਰ ਦੇ ਕਿਲੇ ਤੱਕ ਜਾਣਾ ਕਿਉਂ ਪਿਆ। ਇਹ ਨਾਲ ਫਿਰ ਵਿਚਾਰਾਂਗੇ ਵੀ ਗਵਾਲੀਅਰ ਹੀ ਕਿਉਂ ਸਤਿਗੁਰਾਂ ਨੂੰ ਕੈਦ ਕੀਤਾ ਗਿਆ, ਵੀ ਨਾਲ ਵਿਚਾਰਨਾ ਆਪਾਂ।
ਹੁਣ ਸਭ ਤੋਂ ਪਹਿਲਾ ਜਿਹੜਾ ਕਿਲਾ ਬਣਾਇਆ ਗਿਆ ਉਹ ਹੈ ਲੋਹਗੜ੍ਹ, ਕਿਉਂਕਿ ਗੁਰੂ ਸਾਹਿਬ ਜਾਣਦੇ ਨੇ ਕਿ ਹਮਲੇ ਹੋਣੇ ਨੇ, ਜੰਗਾਂ ਹੋਣੀਆਂ ਨੇ, ਤੇ ਹਮਲੇ ਲਾਹੌਰ ਵਾਲੇ ਪਾਸੇ, ਕਿਉਂਕਿ ਲਾਹੌਰ ਸਭ ਤੋਂ ਨੇੜੇ ਹੈ। ਅੰਮ੍ਰਿਤਸਰ ਸਾਹਿਬ ਦੇ ਸਭ ਤੋਂ ਨੇੜੇ ਸ਼ਹਿਰ ਹੈ ਲਾਹੌਰ, ਤੇ ਲਾਹੌਰ ਵਾਲੇ ਪਾਸਿਓਂ ਹਮਲੇ ਹੋਣੇ ਨੇ। ਕਿਲਿਆਂ ਦੀ ਤਿਆਰੀ ਹੋ ਗਈ, ਇੱਕ ਕਿਲਾ ਬਣਾਇਆ, ਦੂਜਾ ਬਣਾਇਆ, ਦੂਜੇ ਤੋਂ ਬਾਅਦ ਤੀਜਾ ਬਣਾਇਆ। ਇੱਕ ਕਿਲੇ ਦੇ ਅੰਦਰ ਸ਼ਸਤਰ ਬਾਰੂਦ, ਇੱਕ ਕਿਲੇ ਦੇ ਅੰਦਰ ਰਸਦਾਂ, ਭਾਵ ਜੰਗ ਦੀ ਪੂਰੀ ਤਿਆਰੀ ਹੈ। ਜੇ ਹਮਲਾ ਕਰਨਾ ਨਹੀਂ, ਜੰਗ ਦੀ ਤਿਆਰੀ ਦਾ ਭਾਵ ਇਹ ਨਹੀਂ ਹੈ ਕਿ ਜੇ ਸ਼ਸਤਰ, ਬੰਦੂਕਾਂ, ਹਥਿਆਰ, ਗੋਲਾ ਬਾਰੂਦ ਕੋਲੇ ਤੇ ਦੁਸ਼ਮਣ ਤੇ ਹਮਲਾ ਕਰ ਦਿਓ, ਨਹੀਂ। ਗੁਰੂ ਸਾਹਿਬਾਨਾਂ ਨੇ ਸਭ ਕੁਝ ਕੀਤਾ ਸਿਰਫ ਰੱਖਿਆ ਦੇ ਵਾਸਤੇ, ਹਮਲਾ ਕਰਨ ਦੇ ਵਾਸਤੇ ਨਹੀਂ। ਮੇਰੇ ਬਾਦਸ਼ਾਹ ਬੜੇ ਤਰੀਕੇ ਨਾਲ ਚੱਲ ਰਹੇ ਨੇ, ਆਪਣੇ ਬਾਡੀਗਾਰਡ ਵੀ ਰੱਖ ਲਏ, ਅੰਗ ਰੱਖਿਅਕ ਵੀ, ਫੌਜਾਂ ਤਿਆਰ ਹਨ, ਤੇ ਖਬਰਾਂ ਪਹੁੰਚ ਰਹੀਆਂ ਨੇ ਹੌਲੀ ਹੌਲੀ ਲਾਹੌਰ, ਤੇ ਲਾਹੌਰ ਤੋਂ ਦਿੱਲੀ ਤੱਕ ਪਹੁੰਚ ਗਈਆਂ, ਦਿੱਲੀ ਤੱਕ ਖਬਰਾਂ ਪਹੁੰਚੀਆਂ। ਇੱਧਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਥੜਾ ਸਾਹਿਬ ਪਹਿਲਾਂ ਉਹਦਾ ਨਾਮ ਰੱਖਿਆ ਗਿਆ, ਜਿਹਦਾ ਨਾਮ ਅਕਾਲ ਤਖਤ ਹੈ ਨਾ, ਕਹਿੰਦੇ ਉਹਦੀ ਸਥਾਪਨਾ ਕੀਤੀ, ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਜਦੋਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ, ਉੱਥੇ ਕਿਸੇ ਮਿਸਤਰੀ ਨੂੰ ਨਹੀਂ ਲਾਇਆ ਗਿਆ ਸੀ। ਕਿੰਨਾ ਮਹਾਨ ਉਹ ਤਖਤ ਹੋਏਗਾ। ਜਿਸ ਤਖਤ ਨੂੰ ਬਣਾਉਣ ਲੱਗਿਆ ਬਾਬਾ ਬੁੱਢਾ ਸਾਹਿਬ ਜੀ, ਜਿਸ ਤਖਤ ਦੀ ਉਸਾਰੀ ਦੇ ਵਾਸਤੇ ਭਾਈ ਗੁਰਦਾਸ ਜੀ, ਤੇ ਜਿਸ ਤਖਤ ਦੀ ਉਸਾਰੀ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮੇਰੇ ਸੱਚੇ ਪਾਤਸ਼ਾਹ ਆਪ, ਮਿਸਤਰੀ ਵੀ ਆਪ ਨੇ ਤੇ ਮਜ਼ਦੂਰੀ ਵੀ ਆਪ ਕਰ ਰਹੇ ਨੇ। ਸਮਝਿਓ, ਉੱਥੇ ਕਿਸੇ ਮਿਸਤਰੀ ਦਾ, ਕਿਸੇ ਚੌਥੇ ਬੰਦੇ ਦਾ ਹੱਥ ਨਹੀਂ ਲੱਗਣ ਦਿੱਤਾ। ਆਪ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੇ ਨਾਲ ਮਿਲ ਕੇ ਉਸ ਅਕਾਲ ਤਖਤ ਸਾਹਿਬ ਦੀ ਉਸਾਰੀ ਕਰ ਰਹੇ ਨੇ, ਜਿਹਦੇ ਵੱਲ ਉਂਗਲ ਚੱਕਣ ਲੱਗਿਆ ਅਸੀਂ ਇੱਕ ਪਲ ਲਾਉਣੇ ਆ, 1 ਮਿੰਟ ਲਾਉਣੇ ਅਸੀਂ ਉਸ ਅਕਾਲ ਦੇ ਤਖਤ ਵੱਲ ਉਂਗਲ ਚੱਕਣ ਲੱਗਿਆ। ਉੱਥੇ ਬੈਠਾ ਬੰਦਾ ਮਾੜਾ ਹੋ ਸਕਦਾ ਹੈ, ਅਕਾਲ ਦਾ ਤਖਤ ਕਦੇ ਮਾੜਾ ਨਹੀਂ ਹੋ ਸਕਦਾ, ਇਹ ਗੱਲ ਪੱਕੀ ਹੈ। ਉਸ ਅਕਾਲ ਦੇ ਤਖਤ ਦੀ ਸਥਾਪਨਾ ਹੋਈ, ਤੇ ਹੁਣ ਕੀ ਹੋਇਆ, ਹੁਣ ਸਿੱਖਾਂ ਦੇ ਮਸਲੇ ਵੀ ਇੱਥੇ ਆਉਣ ਲੱਗ ਪਏ। ਅੱਗੇ ਕਚਹਿਰੀਆਂ ਵਿੱਚ ਜਾਂਦੇ ਸਨ, ਅੱਗੇ ਕਿਸੇ ਦਾ ਮਸਲਾ ਲਾਹੌਰ ਦਰਬਾਰ ਕਚਹਿਰੀ ਤੱਕ ਜਾਣਾ, ਹੁਣ ਮਸਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲ ਦੇ ਤਖਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਆਉਂਦੇ ਨੇ, ਤੇ ਨਵੇੜੇ ਵੀ ਉੱਥੇ ਹੀ ਜਾਂਦੇ ਨੇ, ਤੇ ਜੋ ਗੁਰੂ ਸਾਹਿਬ ਕਹਿ ਦਿੰਦੇ ਨੇ ਉਹਦੇ ਤੇ ਉਂਗਲ ਵੀ ਨਹੀਂ ਚੱਕੀ ਜਾਂਦੀ। ਬਿਲਕੁਲ ਓਕੇ, ਦਰੁਸਤ ਫੈਸਲਾ। ਹੁਣ ਖਬਰਾਂ ਇਹ ਵੀ ਪਹੁੰਚ ਰਹੀਆਂ ਨੇ ਕਿ ਅੱਗੇ ਸਾਡੇ ਕੋਲ ਮਸਲੇ ਆਉਂਦੇ ਸਨ, ਹੁਣ ਉੱਥੇ ਹੀ ਨਿਬੇੜ ਲਏ ਜਾਂਦੇ ਨੇ ਜਿੱਥੇ ਫੌਜਾਂ ਨੇ। ਅਕਾਲ ਤਖਤ ਸਾਹਿਬ ਦੀ ਉਸਾਰੀ ਵੇਖੋ, ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਬਿਲਕੁਲ ਕਿੱਡੀ ਕਮਾਲ ਦੀ ਗੱਲ ਹੈ। ਧਰਮ ਤੇ ਸੱਤਾ, ਧਰਮ ਤੇ ਰਾਜ ਆਮਣੇ ਸਾਹਮਣੇ ਰੱਖ ਲਏ, ਬਿਲਕੁਲ ਆਮਣੇ ਸਾਹਮਣੇ। ਪਰ ਧਰਮ ਨੂੰ, ਵਾਹਿਗੁਰੂ ਰਾਜ ਨੂੰ ਕਦੇ ਧਰਮ ਤੇ ਹਾਵੀ ਨਹੀਂ ਹੋਣ ਦਿੱਤਾ, ਕਦੇ ਨਹੀਂ। ਖੈਰ ਸਮਾਂ ਇਹੋ ਜਿਹਾ ਬਣਿਆ, ਦਿੱਲੀ ਵੱਲੋਂ ਇਹ ਹੁਕਮ ਆ ਗਿਆ, ਇਹ ਹੁਕਮ ਆ ਗਿਆ ਕਿ ਸਤਿਗੁਰਾਂ ਨੂੰ ਪੇਸ਼ ਕੀਤਾ ਜਾਏ। ਬੋਲਾਂ ਵਿੱਚ ਫਰਕ ਹੈ। ਪਹਿਲਾ ਬੋਲ, ਇੱਕ ਬੋਲ ਇਹ ਹੁੰਦਾ ਹੈ ਕਿ ਸਤਿਗੁਰਾਂ ਨੂੰ ਕੈਦ ਕਰ ਲਿਆ ਜਾਵੇ, ਕੈਦ ਕਰਕੇ ਲਿਆਂਦਾ ਜਾਵੇ। ਦੂਜਾ ਇਹ ਬੋਲ ਹੁੰਦਾ ਹੈ ਕਿ ਪੇਸ਼ ਕੀਤਾ ਜਾਵੇ। ਗੱਲ ਇੱਕੋ ਹੀ ਹੁੰਦੀ ਹੈ। ਪਿੰਡਾਂ ਦੇ ਵਿੱਚ ਕੋਈ ਮਸਲਾ ਵਿਗੜ ਜਾਣਾ ਨਾ, ਤੇ ਸਿਪਾਹੀਆਂ ਨੇ ਕਿਸੇ ਦੇ ਘਰ ਆਉਣਾ, ਤੇ ਉਹਨੂੰ ਕਹਿੰਦੇ ਹੁੰਦੇ ਸਨ, ਚੱਲ ਯਾਰ 5-10 ਮਿੰਟ ਦੇ ਵਾਸਤੇ ਥਾਣੇ ਆ ਜਾ, ਆਪਾਂ ਮਸਲਾ ਤੇਰਾ ਨਿਬੇੜਦੇ ਨੇ। ਉੱਥੇ ਜਾ ਕੇ ਤੇ ਅੰਦਰ ਵਾੜ ਕੇ ਬਾਹਰੋਂ ਤਾਲਾ ਲਾ ਲੈਣਾ। ਉਹਨੂੰ ਇਹ ਥੋੜ੍ਹੀ ਦੱਸ ਕੇ ਲਿਜਾਂਦੇ ਸਨ ਵੀ ਤੈਨੂੰ ਕੈਦ ਅਸੀਂ ਕਰਨਾ ਹੈ, ਵੀ ਤੈਨੂੰ ਅੰਦਰ ਤਾੜ ਦੇਣਾ ਸੀ। ਸਤਿਗੁਰਾਂ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ, ਤੇ ਪੇਸ਼ ਹੋਣ ਦੇ ਵਾਸਤੇ ਜਿਹੜੀ ਜਗ੍ਹਾ ਦੱਸੀ ਗਈ, ਕੁਝ ਇਤਿਹਾਸਕਾਰਾਂ ਨੇ ਆਗਰਾ, ਵੈਸੇ ਜ਼ਿਆਦਾਤਰ ਆਗਰਾ ਹੀ ਕਹਿੰਦੇ ਨੇ, ਤੇ ਸਤਿਗੁਰਾਂ ਨੂੰ ਕੈਦ ਕਰਨ ਲਈ ਚੁਣਿਆ ਗਿਆ ਕਿਲਾ ਗਵਾਲੀਅਰ। ਹੁਣ ਸੁਣਿਓ, ਮੇਰੇ ਵੱਲ ਧਿਆਨ ਦਿਆ ਜੇ, ਮੇਰੀਆਂ ਭੈਣਾਂ ਵੀ ਤੇ ਮੇਰੇ ਭਰਾ ਵੀ, ਕਿਉਂਕਿ ਅੰਮ੍ਰਿਤਸਰ ਸਾਹਿਬ ਤੋਂ ਮੇਰੇ ਪਾਤਸ਼ਾਹ ਗਵਾਲੀਅਰ ਵੱਲ ਚੱਲੇ ਨੇ ਕੈਦ ਕਰਨ ਲਈ। ਕਿਹੜੀ ਜਗ੍ਹਾ ਚੁਣੀ ਗਈ? ਗਵਾਲੀਅਰ। ਹੁਣ ਸੁਣਿਓ, ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਾਲ ਨਗਰ ਏ ਲਾਹੌਰ, ਮੇਰੇ ਖਿਆਲ 30 ਕਿਲੋਮੀਟਰ ਹੈ, ਵੱਧ ਤੋਂ ਵੱਧ। ਲਾਹੌਰ ਦਾ ਆਪਣਾ ਇੱਕ ਕਿਲਾ ਹੈ, ਤੇ ਲਾਹੌਰ ਦਾ ਆਪਣੇ ਉਸ ਕਿਲੇ ਦਾ ਇੱਕ ਵੱਖਰਾ ਕੈਦਖਾਨਾ ਉੱਥੇ ਵੀ ਹੈ, ਲਾਹੌਰ ਦੇ ਅੰਦਰ ਵੀ। ਤੇ ਸਤਿਗੁਰਾਂ ਨੂੰ ਲਾਹੌਰ ਕਿਉਂ ਨਹੀਂ ਕੈਦ ਕੀਤਾ ਗਿਆ? ਕਦੇ ਸੋਚਿਆ ਤੁਸੀਂ? ਸਿਰਫ 30 ਕਿਲੋਮੀਟਰ, ਸਭ ਤੋਂ ਨੇੜੇ।
बड़ा वड्डा किला, उस किले के अंदर बड़ा वड्डा कैदखाना, पर गुरु हरगोबिंद साहब नूं कैद करन वास्ते लाहौर नहीं चुनिया गया। दूजे पासे आओ, क्योंकि सूबा ये लाहौर है। लाहौर एक वखरा सूबा है, जिवें पंजाब सूबा है ना, जिवें महाराष्ट्र एक सूबा है, स्टेट है, उस तरह लाहौर सूबा है, उस तरह मुल्तान एक सूबा है। सतगुरां नूं कैद करन लई ना लाहौर चुनिया गया, ना मुल्तान चुनिया गया। तो जे मेरे पातशाह नूं गवालीयर वाल लैके जा रहे ने, जां सतगुरु जा रहे ने, तो रस्ते दे अंदर सूबा सरहंद भी आउंदा जे। असीं सूबा सरहंद वजीर खां दे नाम नाल जोड़दे आ। वो सूबेदार है, उस सूबे दा वो सूबेदार है, सूबेदार सी गुरु साहब दे वेले, गुरु गोबिंद सिंह पातशाह वेले। वेखो, दिल्ली आगरा या गवालीयर वाल जाण दे वास्ते लाहौर मुल्तान ते उस तो बाद आउंदा है सरहंद। सरहंद दे किले नूं कदे जाके वेखिओ, उत्थे किड्डा वड्डा कैदखाना उत्थे भी बनिया, पर सतगुरां नूं उत्थे भी क्यों नहीं कैद किया गया। चलो उस तो अगे चलीए। इस देश का सब तो वड्डा किला ते सब तो वड्डा कैदखाना दिल्ली का लाल किला। लाल किले के अंदर कैदखाना, पर मेरे पातशाह जी नूं लाल किले के अंदर भी कैद नहीं किया गया, दिल्ली भी नहीं कैद किया गया। चलो उस तो अगे थोड़ा जिहा होर चलीए, अगे होर चलीए। गवालीयर नूं जांदिआं उस तो बाद जिहड़ा वड्डा शहर आउंदा है वो है आगरा। तो मैं तुहानूं दसां, आगरा साडे देश की राजधानी रहा, बड़ा लंबा समा राजधानी रहा आगरा। दिल्ली बाद विच बनाया गया। ताज महल के बिल्कुल सामने उत्थों किला नज़र आउंदा है, आगरे का बिल्कुल सामने नज़र आउंदा है। उस किले के अंदर भी बड़ा वड्डा एक कैदखाना जे, जिथे औरंगजेब ने अपने बाप नूं कैद करके रखिया सी। औरंगजेब ने उस किले के अंदर भी कैदखाना है, तो गुरु हरगोबिंद साहब नूं उत्थे भी कैद नहीं किया गया। हुण समझ रहे हो इस गल नूं? ना लाहौर, ना मुल्तान, ना सरहंद, ना दिल्ली, ना आगरा, ये सारे किले, इन्हां सारियां किलियां दे कैदखाने छड्ड के ते गुरु हरगोबिंद साहब सच्चे पातशाह नूं गवालीयर क्यों कैद किया जा रहा है? वो भलेओ कदे गवालीयर का इतिहास पढ़ के वेखिओ। गवालीयर का इतिहास, तो गवालीयर का इतिहास कहता है उस किले के अंदरों ਜਿਹੜਾ भी कैदी चला गया वो कदे जिउंदा कि ਉਹਦੀ लाश भी कदे वापस नहीं बाहर आई सी। हुण तुसीं समझे होगे इस गल नूं। ये गवालीयर के किले का इतिहास है। ਜਿਹੜਾ कैदी उस किले के अंदर चला गया, जिउंदियां दी गल बड़ी दूर है, उस किले दे विचों कदे ਉਹਦੀ लाश भी बाहर नहीं आई। असल विच सतगुरां नूं उत्थे कैद करन दा भाव ही ये सी कि अंदर सतगुरां दा कतल करना है। एवें गवालीयर का किला नहीं चुनिया गया। मेरे बादशाह उत्थे चले गए। खैर, इथों रुक के एक होर बेनती करा। मेरे कुछ बजुर्ग बैठे होणगे, अज तो लगभग 20 कुछ साल पिछे चले जाइए, तो जदों सिख संगतां गवालीयर के उस किले के दर्शन करन जाते सन, आपां उस किले के कैदखाने के दर्शन भी करवाए जाते सन। शायद तुहाडे विचों किसी ने कीते होणगे। साडे बजुर्गों ने कीते सी, उन्हां सानूं दस्सिया। हुण वो बंद कर दिता गया। वो कैदखाना जिहड़ा है ना, हुण वो कैदखाने के दर्शन नहीं करवाए जाते। तो जदों उस कैदखाने के जिथे 52 राजे कैद ने, जिस कैदखाने के अंदर गुरु हरगोबिंद साहब नूं रखिया गया, मेरे वाल वेखिओ, इधर उपर देखिओ मेरे वाल, जिहड़ा पहाड़ है ना, जिस पहाड़ के उपर वो किला है, उस पहाड़ के उस किले दे विचों पहाड़ के थल्ले खोद के इन्ना को रस्ता जाता है, जड़ियाँ पौड़ियाँ थल्ले सन, ते उस पहाड़ दे विच थल्ले जाके वो कैदखाना बनाया गया, जिथे कदे भी सूरज की रोशनी नहीं पहुँचती सी। उदों दर्शन करवाए जाते सन। हुण बंद कर दिते गए, क्योंकि ये डर सी कि शायद वो बंद ना किते हो जाए, क्योंकि रस्ता बड़ा सौड़ा सी, बड़ा छोटा सी, जां कोई होर कारण होणगे जिन्हां कारणा करके बंद कर दिता। 52 राजे उत्थे कैद, गुरु हरगोबिंद साहब सच्चे पातशाह उत्थे कैद। ते सब तो पहली गल, उस किले दे अंदर कैद हर इंसान नूं जिहड़ा खाना दिता जांदा सी, उहदे अंदर मिठा जहर पाया जांदा सी, बड़ी थोड़ी मात्रा दे अंदर, कि जदों उस खाने नूं खाना अंदर जहर। अज भी मैं तुहानूं एक गल दसदा, अज भी
ਜਦੋਂ ਕੋਈ ਬੰਦਾ ਇਹਨੂੰ ਸਜ਼ਾ ਹੁੰਦੀ ਹੈ ਨਾ, ਅੱਜ ਵੀ ਇਹ ਸਾਡੇ ਦੇਸ਼, ਇਸੇ ਦੇਸ਼ ਦੀਆਂ ਜੇਲ੍ਹਾਂ ਦੀ ਗੱਲ ਦੱਸਣ ਜਾ ਰਹੇ ਹਾਂ। ਜਦੋਂ ਕਿਸੇ ਬੰਦੇ ਨੂੰ ਸਜ਼ਾ ਹੁੰਦੀ ਹੈ, ਉਹਨੂੰ ਕੈਦ ਹੁੰਦੀ ਹੈ ਨਾ, ਤੇ ਜੇਲ੍ਹ ਦੇ ਅੰਦਰ ਉਸ ਬੰਦੇ ਨੂੰ ਨਿਕੰਮਾ ਕਰ ਦਿੱਤਾ ਜਾਂਦਾ, ਨਸ਼ੇ ਦਾ ਆਦੀ ਕੀਤਾ ਜਾਂਦਾ। ਉੱਥੇ ਜਿਹੜੇ ਐਵੇਂ ਨਹੀਂ ਉੱਥੇ ਕੰਮ ਹੀ ਹੁੰਦੇ। ਇਹ ਅੱਜ ਵੀ ਉਹ ਕੁਝ ਹੋ ਰਿਹਾ ਹੈ। ਖਾਣੇ ਦੇ ਵਿੱਚ ਜ਼ਿਆਦਾਤਰ ਉਹ ਕੈਦੀ ਜਿਹੜੇ ਘਰੋਂ ਸਮਰੱਥ ਨੇ, ਉਹ ਆਪਣੇ ਤੜਕੇ ਆਪਣੀਆਂ ਸਬਜ਼ੀਆਂ ਆਪ ਬਣਾਉਂਦੇ, ਉਹਨਾਂ ਨੂੰ ਪਤਾ ਇੱਥੇ ਇਹ ਕੁਝ ਹੁੰਦਾ। ਅੱਜ ਵੀ ਹੈ ਉੱਥੇ ਮਿੱਠਾ ਜ਼ਹਿਰ ਦਿੱਤਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਦਾਸ, ਕਿਉਂਕਿ ਉਸ ਜਗ੍ਹਾ ਦਾ, ਉਸ ਕਿਲੇ ਦੇ ਅੰਦਰ, ਉਸ ਕੈਦਖਾਨੇ ਦਾ ਮਾਲਕ ਕਹਿ ਲਈਏ ਆਪਾਂ, ਜਿਹੜਾ ਸਾਰਾ ਕੁਝ ਸੰਭਾਲਦਾ ਹੈ, ਗੁਰੂ ਸਾਹਿਬ ਦਾ ਸਿੱਖ ਬਣ ਗਿਆ। ਮੇਰੇ ਪਾਤਸ਼ਾਹ ਨੇ ਆਖਿਆ ਵੀ ਅਸੀਂ ਇਸ ਕੈਦਖਾਨੇ ਦਾ ਲੰਗਰ ਨਹੀਂ ਛਕਣਾ, ਪ੍ਰਸ਼ਾਦਾ ਨਹੀਂ ਛਕਣਾ। ਉਹ ਆਪਣੇ ਘਰੋਂ ਤਿਆਰ ਕਰਵਾ ਕੇ ਲਿਆਉਂਦਾ ਹੈ। ਇਹ ਹਮਲਾ ਕੰਮ ਨਹੀਂ ਆਇਆ। ਦੂਜਾ, ਚੰਦੂ ਨੇ ਪਤਾ ਕੀ ਕੀਤਾ? ਚੰਦੂ ਨੇ ਇੱਕ ਪੁਸ਼ਾਕ ਤਿਆਰ ਕਰਵਾਈ ਗੁਰੂ ਹਰਗੋਬਿੰਦ ਸਾਹਿਬ ਵਾਸਤੇ। ਪੁਸ਼ਾਕ ਇਹੋ ਜਿਹੀ ਸੀ, ਉਹਦੇ ਅੰਦਰ ਛੋਟੀਆਂ ਛੋਟੀਆਂ ਸੂਈਆਂ ਸਨ, ਸੂਲਾਂ ਤਰ੍ਹਾਂ ਦੀਆਂ, ਜਿਨ੍ਹਾਂ ਦੇ ਨਾਲ ਬੜਾ ਜ਼ਹਿਰੀਲਾ ਜ਼ਹਿਰ ਲੱਗਾ ਸੀ ਕਿ ਇਹ ਪੁਸ਼ਾਕ ਸਤਿਗੁਰਾਂ ਤੱਕ ਜਾਏਗੀ। ਜਦੋਂ ਉਹ ਪਾਉਣਗੇ, ਉਹ ਸੂਲਾਂ ਚੁਭਣਗੀਆਂ ਤੇ ਉਹਨਾਂ ਨਾਲ ਇੱਕੋ ਦਮ ਜ਼ਹਿਰ ਜਿਹੜਾ ਉਹ ਅੰਦਰ ਇੰਜੈਕਟ ਹੋ ਜਾਏਗਾ। ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਜ਼ਹਿਰ ਇੰਜੈਕਟ ਹੋਏਗਾ ਉਹਦੇ ਨਾਲ, ਉਹ ਪੁਸ਼ਾਕ ਪਾਉਂਦਿਆਂ ਦੇ ਨਾਲ ਹੀ। ਉਹ ਪੁਸ਼ਾਕ ਪਹੁੰਚੀ, ਪਰ ਅੰਤਰਜਾਮੀ ਮੇਰੇ ਪਾਤਸ਼ਾਹ, ਉਹ ਜਿਹੜੇ ਘਟ ਕੇ ਅੰਤਰ ਕੀ ਭਲੇ ਬੁਰੇ ਕੀ, ਉਹ ਤੇ ਜਿਹੜਾ ਘਟ ਦੇ ਅੰਦਰ ਦੀਆਂ ਜਾਣਦਾ, ਉਹ ਜਾਣਦਾ ਹੈ ਕਿਹੜਾ ਭਲਾ ਹੈ ਤੇ ਕਿਹੜਾ ਬੁਰਾ ਹੈ। ਉਹਦੇ ਤੋਂ ਕੁਝ ਲੁਕਿਆ ਨਹੀਂ ਹੈ। ਅਸੀਂ ਪੜ੍ਹਦੇ ਹਾਂ ਬਾਣੀ ਦੇ ਅੰਦਰ, ਪ੍ਰਭ ਮੇਰਾ ਅੰਤਰਜਾਮੀ ਜਾਣ। ਉਹ ਅੰਤਰਜਾਮੀ ਹੈ, ਉਹਨੂੰ ਪਤਾ ਹੈ। ਮੇਰੇ ਪਾਤਸ਼ਾਹ ਨੇ ਉਹ ਪੁਸ਼ਾਕ ਪਾਉਣ ਤੋਂ ਵੀ ਮਨਾ ਕਰ ਦਿੱਤਾ। ਹੁਣ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ। ਮੈਂ ਤੁਹਾਨੂੰ ਅੱਜ ਸਵੇਰ ਦੇ ਦੀਵਾਨ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ ਨਾ, ਉਦੋਂ ਸਾਡੇ ਇਤਿਹਾਸ ਨੇ ਵੀ ਬੜਾ ਵੱਡਾ ਮੋੜ ਇੱਕ ਕੱਟਿਆ ਜੇ, ਬੜਾ ਵੱਡਾ ਮੋੜ। ਕਿਉਂਕਿ ਸਿੱਖ ਸੰਗਤਾਂ ਜਾ ਰਹੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਦਰਸ਼ਨ ਕਰਨ। ਗੁਰੂ ਸਾਹਿਬ ਮਿਲ ਨਹੀਂ ਰਹੇ। ਸੰਗਤਾਂ ਦੇ ਮਨ ਵਿੱਚ ਰੋਸ ਹੈ, ਟੁੱਟ ਰਹੀਆਂ ਨੇ ਸੰਗਤਾਂ ਅੰਦਰੋਂ ਪੀੜਾ ਹੈ, ਗੁਰੂ ਦੇ ਦੀਦਾਰ ਨਹੀਂ ਹੋ ਰਹੇ। ਉਹ ਸੰਗਤਾਂ ਜਿਹੜੀਆਂ ਬਾਣੀ ਪੜ੍ਹਦੀਆਂ ਨੇ ਨਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਾਈ, ਉਹ ਅਖੀਰਲਾ ਬੰਦ। ਉਹ ਸੰਗਤਾਂ ਜਿਹੜੀਆਂ ਗੁਰੂ ਦੀ ਬਾਣੀ ਪੜ੍ਹਦੀਆਂ ਨੇ, ਇੱਕ ਘੜੀ ਨਾ ਮਿਲਤੇ ਤਾਂ ਮੇਰੇ ਲਈ ਕਲਯੁਗ, ਜੇ ਇੱਕ ਘੜੀ ਤੇਰੇ ਦਰਸ਼ਨ ਨਾ ਹੋਣ, ਤੇਰੇ ਦੀਦਾਰ ਨਾ ਹੁਣ, ਕਦ ਮਿਲਿਆ ਪਰੇ ਤੁਧ ਮੋਹੇ। ਬੜੀ ਵੱਡੀ ਗੱਲ ਹੈ। ਮੇਰੀ ਰੈਣ, ਮੇਰੀ ਰਾਤ ਨਹੀਂ ਗੁਜ਼ਰਦੀ, ਮੈਨੂੰ ਨੀਂਦ ਨਹੀਂ ਆਉਂਦੀ, ਤੇਰੇ ਦੀਦਾਰ ਨਹੀਂ ਨਾ ਹੁੰਦੇ, ਮੇਰੀਆਂ ਰਾਤਾਂ ਨਹੀਂ ਲੰਘਦੀਆਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਸੰਗਤਾਂ ਇਹ ਬਾਣੀ ਪੜ੍ਹ ਰਹੀਆਂ ਨੇ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੇਖਦੇ ਨੇ ਸੰਗਤਾਂ ਟੁੱਟ ਰਹੀਆਂ ਨੇ, ਤੇ ਉਹਨਾਂ ਬੜਾ ਵੱਡਾ ਕਾਰਜ ਕੀਤਾ, ਬੜਾ ਵੱਡਾ। ਜਿਹੜੀਆਂ ਚੌਂਕੀਆਂ ਨਿਕਲਦੀਆਂ ਨੇ ਨਾ, ਜਿਹਨੂੰ ਅਸੀਂ ਹੁਣ ਪ੍ਰਭਾਤ ਫੇਰੀਆਂ ਵੀ ਕਹਿੰਦੇ ਆ, ਇਹਨਾਂ ਪ੍ਰਭਾਤ ਫੇਰੀਆਂ, ਇਹਨਾਂ ਚੌਂਕੀਆਂ ਨੂੰ ਸ਼ੁਰੂ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਦੇ ਨਾਲ ਮਿਲ ਕੇ। ਇਹਨਾਂ ਚੌਂਕੀਆਂ, ਇਹਨਾਂ ਪ੍ਰਭਾਤ ਫੇਰੀਆਂ ਦੀ ਆਰੰਭਤਾ ਉਦੋਂ ਹੋਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮੇਰੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ। ਮੈਂ ਅੱਜ ਤੁਹਾਨੂੰ ਪ੍ਰਭਾਤ ਫੇਰੀਆਂ ਦਾ ਇਤਿਹਾਸ ਵੀ ਨਾਲ ਦੱਸਣ ਜਾ ਰਿਹਾ। ਚੌਂਕੀਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਨੇ, ਕਿਉਂਕਿ ਸੰਗਤਾਂ ਆ ਰਹੀਆਂ ਨੇ। ਇਹਨਾਂ ਦੀ ਸ਼ੁਰੂਆਤ ਪਹਿਲਾਂ ਸ਼ਾਮ ਦੇ ਸਮੇਂ ਤੋਂ ਹੋਈ। ਬਾਬਾ ਬੁੱਢਾ ਸਾਹਿਬ ਨੇ ਢੋਲਕੀ ਲਾਉਣ ਲੈਣੀ, ਗਲ ਵਿੱਚ ਪਾ ਲੈਣੀ, ਸੰਗਤਾਂ ਨੂੰ ਨਾਲ ਲੈ ਕੇ ਪਰਿਕਰਮਾ ਦੇ ਵਿੱਚ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਨੀ, ਉੱਚੀ ਆਵਾਜ਼ ਵਿੱਚ। ਅੱਗੇ ਬਾਬਾ ਬੁੱਢਾ ਸਾਹਿਬ, ਪਿੱਛੇ ਸੰਗਤਾਂ। ਇਹ ਬਾਣੀ ਪੜ੍ਹ ਕੇ ਪੂਰੀ ਪਰਿਕਰਮਾ ਕਰਨੀ ਤੇ ਬਿਲਕੁਲ ਸਾਹਮਣੇ ਆ ਕੇ ਦਰਸ਼ਨੀ ਦਿਉੜੀ ਦੇ ਅਰਦਾਸ ਕਰਕੇ ਤੇ ਸਮਾਪਤੀ ਕਰਨੀ। ਸੰਗਤਾਂ ਵਧਣ ਲੱਗ ਪਈਆਂ। ਇਹੀ ਪ੍ਰਭਾਤ ਫੇਰੀ, ਇਹੀ ਚੌਂਕੀਆਂ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚੋਂ ਕੱਢੀਆਂ ਜਾਣ ਲੱਗ ਪਈਆਂ। ਪੂਰੇ ਸ਼ਹਿਰ ਵਿੱਚ ਸੰਗਤਾਂ ਵਧਣ ਲੱਗ ਪਈਆਂ, ਗੁਰੂ ਲਈ ਪਿਆਰ ਵਧਣ ਲੱਗ ਪਿਆ। ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਇਹਨਾਂ ਚੌਂਕੀਆਂ ਨੇ ਨਗਰ ਕੀਰਤਨ ਦਾ ਰੂਪ ਧਾਰਿਆ। ਕਿੱਥੋਂ ਸ਼ੁਰੂਆਤ ਹੋਏ ਸਨ ਨਗਰ ਕੀਰਤਨ ਵੀ? ਇਹਨਾਂ ਚੌਂਕੀਆਂ ਨੇ, ਇਹਨਾਂ ਪ੍ਰਭਾਤ ਫੇਰੀਆਂ ਨੇ ਨਗਰ ਕੀਰਤਨ ਦਾ ਰੂਪ ਧਾਰਿਆ। ਤੇ ਸੰਗਤਾਂ ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੋਂ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਪੈਦਲ ਪਹੁੰਚ ਰਹੀਆਂ ਨੇ। ਬਾਬਾ ਬੁੱਢਾ ਸਾਹਿਬ ਵੀ ਜਾ ਰਹੇ ਨੇ ਨਾਲ। ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਅੱਜ ਵੀ ਇੱਕ ਜੱਥਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਹਰ ਸਾਲ ਗਵਾਲੀਅਰ ਕਿਲੇ ਤੱਕ ਪੈਦਲ ਜਾਂਦਾ ਜੀ। ਹੁਣ ਵੀ ਅੱਜ ਵੀ ਜੱਥਾ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ। ਇਹ ਉਹਨਾਂ ਦੇ ਵਾਸਤੇ ਆ ਜਿਹੜੇ, ਪਰ ਉਹਨਾਂ ਨੂੰ ਕਿਹਾ ਕੀ ਜਾਏ, ਜਿਹੜੇ ਹਰ
ਸਿੱਖੀ ਦੇ ਕਰਮ ਦੇ ਉੱਤੇ ਉਂਗਲਾਂ ਚੱਕਦੇ ਨੇ ਵੀ ਹਾਂ ਠੀਕ ਹੈ, ਉਹਦੇ ਅੰਦਰ ਵਿਗਾੜ ਜ਼ਰੂਰ ਆਇਆ, ਸੁਧਾਰ ਹੋ ਸਕਦਾ ਹੈ, ਜਿਹੜਾ ਚੀਜ਼ ਵਿਗੜੀ ਉਹਨੂੰ ਸੁਧਾਰਿਆ ਜਾ ਸਕਦਾ ਹੈ। ਪਰ ਅਸੀਂ ਕਿਵੇਂ ਕਹਿ ਸਕਦੇ ਹਾਂ ਪ੍ਰਭਾਤ ਫੇਰੀਆਂ ਕਿਸੇ ਕੰਮ ਦੀਆਂ ਨਹੀਂ, ਚੌਂਕੀਆਂ ਕਿਸੇ ਕੰਮ ਦੀਆਂ ਨਹੀਂ, ਨਗਰ ਕੀਰਤਨ ਕਿਸੇ ਕੰਮ ਦੇ। ਸਿੱਖ ਸੰਗਤਾਂ ਗਵਾਲੀਅਰ ਦੇ ਕਿਲੇ ਤੱਕ ਜਾਂਦੀਆਂ ਨੇ, ਇਤਿਹਾਸਕਾਰ ਕਹਿੰਦੇ ਨੇ ਉਸ ਕਿਲੇ ਨੂੰ ਜਾ ਕੇ ਨਮਸਕਾਰ ਕਰਦੀਆਂ ਨੇ, ਉਹਦੀਆਂ ਪਰਿਕਰਮਾ ਕਰਨੀਆਂ, ਉੱਥੇ ਬੈਠ ਕੇ ਕੀਰਤਨ ਕਰਨਾ, ਸ਼ਬਦ ਪੜ੍ਹਨੇ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਤੇ ਫਿਰ ਵਾਪਸ ਮੁੜ ਕੇ ਆ ਜਾਣਾ। ਚੌਂਕੀਆਂ ਦੀ ਆਰੰਭਤਾ ਉੱਥੋਂ ਹੋਈ। ਇੱਕ ਚੌਂਕੀ ਹੋਰ ਹੈ ਜਿਹਨੂੰ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਅਸੀਂ ਕਹਿੰਦੇ ਹਾਂ। ਸੁਣਿਓ ਇਸ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਦੇ ਬਾਰੇ, ਹੈਰਾਨ ਰਹੋਗੇ ਇਹਨੂੰ ਸੁਣ ਕੇ ਵੀ। ਪਿੱਛੇ ਜੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਬਾਰ ਸਾਹਿਬ ਪਹੁੰਚਿਆ ਮੱਥਾ ਟੇਕਣ ਲਈ। ਕੋਈ ਵੀ ਜਾ ਸਕਦਾ ਹੈ, ਗੁਰੂ ਨਾਨਕ ਦਾ ਘਰ ਹੈ, ਸਭ ਲਈ ਖੁੱਲ੍ਹਾ ਹੈ। ਉੱਥੇ ਕੋਈ ਇਹ ਨਹੀਂ ਦੇਖਿਆ ਜਾਂਦਾ ਵੀ ਇੱਥੇ ਕੋਈ ਮਿੱਤਰ ਹੀ ਆ ਸਕਦਾ, ਇੱਥੇ ਦੁਸ਼ਮਣ ਨਹੀਂ ਆ ਸਕਦਾ, ਵੈਰੀ ਨਹੀਂ ਆ ਸਕਦਾ। ਉਹ ਦਰਬਾਰ ਸਾਹਿਬ ਨਮਸਕਾਰ ਕਰਨ ਲਈ ਪਹੁੰਚਿਆ, ਉਧਰ ਕੀਰਤਨ ਬੰਦ ਹੋ ਗਿਆ। ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਉਹ ਬੈਠ ਗਏ, ਚੁੱਪ ਕਰ ਗਏ ਤੇ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾ ਦਿੱਤਾ ਗਿਆ ਵੀ ਨਰਿੰਦਰ ਮੋਦੀ ਆਇਆ ਤੇ ਜੀ ਰਾਗੀਆਂ ਨੇ ਕੀਰਤਨ ਹੀ ਬੰਦ ਕਰ ਦਿੱਤਾ। ਆਪ ਜੀ ਨੇ ਵੀ ਪੜ੍ਹਿਆ ਹੋਣਾ, ਸੁਣਿਆ ਹੋਣਾ, ਵੇਖਿਆ ਹੋਣਾ। ਪਰ ਸਾਡੀ ਹਾਲਤ ਜਿਹੜੀ ਬਣ ਚੁੱਕੀ ਹੈ ਨਾ, ਉਹ ਵੱਧ ਤੋਂ ਬਦਤਰ ਹੋ ਚੁੱਕੀ ਹੈ। ਮੈਂ ਇਸ ਗੱਲ ਨੂੰ ਕਹਿਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਾਂਗਾ ਕੋਈ ਵੀ। ਆਹ ਡਿਵਾਈਸ ਜਿਹੜੀ ਹੈ ਨਾ, ਆਹ ਵਾਲੀ, ਇਹਨੇ ਸੁਧਾਰ ਬੜਾ ਕਰਨਾ ਸੀ ਪਰ ਇਹਨੇ ਵਿਗਾੜ ਵੀ ਬੜਾ ਕਰ ਦਿੱਤਾ। ਜੇ ਆਹ ਵਾਲੀ ਆਹ ਡਿਵਾਈਸ ਜਿਹੜੀ ਹੈ, ਇਹਨੇ ਸਾਡੀ ਜ਼ਿੰਦਗੀ ਵੀ ਗਰਕ ਕਰ ਦਿੱਤੀ। ਕਿਤਾਬਾਂ ਪੜ੍ਹਨੀਆਂ ਅਸੀਂ ਛੱਡ ਦਿੱਤੀਆਂ, ਨਹੀਂ ਪੜ੍ਹਦੇ ਨਾ ਅਸੀਂ। ਜੇ ਕਿਸੇ ਨੇ ਲਿਖ ਕੇ ਪੋਸਟ ਪਾ ਦਿੱਤੀ ਵੀ ਸ਼ਬੀਲ ਦਾ ਇਤਿਹਾਸ ਕੀ, ਉਹਨੂੰ ਪੜ੍ਹ ਕੇ ਹੀ ਸਮਝ ਲਿਆ ਅਸੀਂ ਬਸ ਬਈ ਆਹ ਹੀ ਹੈ। ਅਸੀਂ ਨਹੀਂ ਵੇਖਿਆ ਉਹ ਕਿਸੇ ਨੇ ਸੱਚ ਲਿਖਿਆ ਕਿ ਝੂਠ ਲਿਖਿਆ। ਅਸੀਂ ਇਸ ਚੀਜ਼ ਨੂੰ ਵੇਖਦੇ ਹੀ ਨਹੀਂ, ਅਸੀਂ ਦੇਖਦੇ ਹੀ ਨਹੀਂ ਇਸ ਚੀਜ਼ ਨੂੰ। ਜਿੰਨੇ ਕਿਸੇ ਨੇ ਕੁਝ ਪਾ ਦਿੱਤਾ, ਸਾਨੂੰ ਚੰਗਾ ਲੱਗਿਆ ਤੇ ਅਸੀਂ ਨੱਪੀ ਜਾਂਦੇ, ਉਹਨੂੰ ਸ਼ੇਅਰ ਵਾਲਾ ਬਟਨ ਨੱਪੀ ਜਾਵਾਂਗੇ, ਨੱਪੀ ਜਾਵਾਂਗੇ। ਅਸੀਂ ਨਹੀਂ ਵੇਖਣਾ ਇਹਦੇ ਪਿੱਛੇ ਕੀ ਹੈ, ਇਹਦਾ ਕਾਰਨ ਕੀ ਹੋਇਆ। ਭਲੇ ਉਹ 84 ਦਾ ਅਟੈਕ ਹੋਇਆ, ਸਿੰਘਾਂ ਦੇ ਗੋਲੀਆਂ ਵੱਜਦੀਆਂ ਨੇ, ਕੀਰਤਨ ਸਿੰਘਾਂ ਨੇ ਉਦੋਂ ਨਹੀਂ ਬੰਦ ਕੀਤਾ ਤੇ ਪ੍ਰਧਾਨ ਮੰਤਰੀ ਦੇ ਆਉਣ ਤੇ ਕੀਰਤਨ ਕਿਉਂ ਬੰਦ ਕਰ ਦੇਣਗੇ? ਗੋਲੀਆਂ ਵੱਜਦੀਆਂ ਨੇ, ਗੋਲੀਆਂ ਸਿੱਧੀਆਂ। 9-9 ਘੰਟੇ ਬਹਿ ਕੇ ਇੱਕ ਕੱਲਾ ਜੱਥਾ ਕੀਰਤਨ ਕਰਦਾ ਰਿਹਾ, 9-9 ਘੰਟੇ। ਸਾਡੀ ਅਸਲੀਅਤ ਹੈ, ਅਸੀਂ ਪੜ੍ਹਨਾ ਛੱਡ ਦਿੱਤਾ, ਕਿਤਾਬਾਂ ਤੇ ਵੇਖਦੇ ਹੀ ਨਹੀਂ, ਅਸੀਂ ਕਿਤਾਬਾਂ ਵੱਲ ਮੂੰਹ ਹੀ ਨਹੀਂ ਕਰਦੇ। ਅਸੀਂ ਵੀ ਕੁਝ ਪੜ੍ਹ ਲਈਏ, ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾ ਲਈਏ ਕੁਝ। ਸਾਡੀ ਹਾਲਤ ਹੈ। ਇੱਕ ਬੇਨਤੀ ਹੋਰ ਨਾਲ ਕਰਾਂ, ਇਹ ਟੈਕਨੀਕਲੀ ਸਮਝਿਓ। ਟੈਕਨੀਕਲੀ ਜਿਹੜਾ ਗੂਗਲ ਸਰਚ ਇੰਜਨ ਹੈ ਨਾ, ਜਿੱਥੋਂ ਅਸੀਂ ਸਰਚ ਕਰਦੇ ਹਾਂ ਕੋਈ ਵੀ ਚੀਜ਼, ਜੇ ਤੁਸੀਂ ਕਿਸੇ ਚੀਜ਼ ਨੂੰ ਜਿੰਨਾ ਵੱਧ ਸ਼ੇਅਰ ਕਰੋਗੇ, ਉਹ ਸਾਡਾ ਇਤਿਹਾਸ ਬਣਾ ਕੇ ਉਹਨੇ ਰੱਖ ਲੈਣਾ। ਤੇ ਜਦੋਂ ਤੁਸੀਂ ਲਿਖ ਕੇ ਸਰਚ ਕਰੋਗੇ ਨਾ ਸ਼ਬੀਲ ਦਾ ਇਤਿਹਾਸ, ਉਹਨੇ ਉਹੀ ਤੁਹਾਡੇ ਅੱਗੇ ਸਾਹਮਣੇ ਕੱਢ ਕੇ ਰੱਖ ਦੇਣਾ ਵੀ ਇਹ ਸਭ ਤੋਂ ਵੱਧ ਸ਼ੇਅਰ ਹੋਇਆ ਹੈ, ਆਹ ਹੀ ਸ਼ਬੀਲ ਦਾ ਇਤਿਹਾਸ ਹੈ। ਤੇ ਉਹਨੂੰ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਸਾਡਾ ਹੀ ਯੋਗਦਾਨ ਹੁੰਦਾ ਹੈ। ਸਾਨੂੰ ਨਹੀਂ ਪਤਾ ਉਹ ਸੱਚ ਹੈ ਕਿ ਝੂਠ ਹੈ, ਤੇ ਯਤਨ ਅਸੀਂ ਵੀ ਨਹੀਂ ਕਰਦੇ। ਉਹਦੇ ਲਈ ਇੱਕ ਸ਼ਬਦ ਬੜੇ ਕਮਾਲ ਦਾ ਹੁਣ ਵਰਤਿਆ ਜਾ ਰਿਹਾ ਹੈ, ਕਹਿੰਦੇ ਫੇਸਬੁੱਕ ਯੂਨੀਵਰਸਿਟੀ ਤੇ ਵਟਸਐਪ ਯੂਨੀਵਰਸਿਟੀ, ਤੇ ਉਹਦੇ ਸਟੂਡੈਂਟ ਬੜੇ ਬਣ ਗਏ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਬਣ ਗਏ ਨੇ। ਕਹਿੰਦੇ ਪ੍ਰਧਾਨ ਮੰਤਰੀ ਪਹੁੰਚਿਆ ਤੇ ਵੇਖੋ ਇਹ ਰਾਗੀਆਂ ਨੇ ਕੀਰਤਨ ਬੰਦ ਕਰ ਦਿੱਤਾ। ਵੇਖੋ ਰਾਗੀ ਕੀਰਤਨ, ਵੀ ਰਾਗੀਆਂ ਨੇ ਕੀਰਤਨ ਕਿਉਂ ਬੰਦ ਕਰਨਾ? ਅਸਲ ਉਹਦਾ ਕਾਰਨ ਕੀ ਸੀ? ਇਹ ਵੀ ਉਸੇ ਵੇਲੇ ਸ਼ੁਰੂ ਹੋਇਆ, ਉਦੋਂ ਹੀ ਇਹ ਰੀਤ ਸ਼ੁਰੂ ਹੋਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਨੇ। ਉਦੋਂ ਜਿਸ ਚੌਂਕੀ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਕਰਦੇ ਸੀ ਨਾ, ਬਾਬਾ ਬੁੱਢਾ ਸਾਹਿਬ, ਉਸ ਚੌਂਕੀ ਨੂੰ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਕਹਿੰਦੇ ਸਨ। ਅੱਜ ਵੀ ਕਿਹਾ ਜਾਂਦਾ ਉਹਨੂੰ ਬਾਬਾ ਬੁੱਢਾ ਸਾਹਿਬ ਦੀ ਚੌਂਕੀ। ਤੇ ਜਦੋਂ ਪਰਿਕਰਮਾ ਕਰਕੇ ਉਹ ਚੌਂਕੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਦਰਸ਼ਨੀ ਦਿਉੜੀ ਦੇ ਬਿਲਕੁਲ ਸਾਹਮਣੇ, ਅੱਜ ਦੇ ਦਿਨ ਦੀ ਗੱਲ ਵੀ ਵਿੱਚੇ ਕਰ ਰਿਹਾ, ਜਿਹੜਾ ਅੱਜ ਦਾ ਦਿਨ ਨਿਕਲਿਆ ਹੈ। ਤੇ ਜਦੋਂ ਉਹ ਚੌਂਕੀ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਹੈ ਨਾ, ਤੇ ਅੰਦਰ ਅੱਜ ਵੀ ਰਾਗੀ ਕੀਰਤਨ ਬੰਦ ਕਰਕੇ ਬੈਠਦੇ ਨੇ। ਅੱਜ ਵੀ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਉਸ ਚੌਂਕੀ ਦਾ ਸ਼ਬਦ ਕੀਰਤਨ ਉੱਚੀ ਆਵਾਜ਼ ਵਿੱਚ ਸੁਣਦੀਆਂ ਨੇ। ਉਹਦੀ ਸਮਾਪਤੀ ਹੁੰਦੀ ਹੈ, ਲਗਭਗ 1.5 ਤੋਂ 2 ਮਿੰਟ ਲੱਗਦੇ ਨੇ ਲਗਭਗ।
ਉਹਦੀ ਸਮਾਪਤੀ ਹੁੰਦੀ ਹੈ, ਜਕਾਰਾ ਲਾਇਆ ਜਾਂਦਾ ਬੜੀ ਉੱਚੀ ਆਵਾਜ਼ ਵਿੱਚ, ਫਿਰ ਫਤਿਹ ਬੁਲਾਈ ਜਾਂਦੀ ਹੈ। ਤੇ ਜਦੋਂ ਫਤਿਹ ਦੀ ਆਵਾਜ਼ ਅੰਦਰ ਪਹੁੰਚਦੀ ਹੈ ਤੇ ਰਾਗੀ ਸਿੰਘ ਨਮਸਕਾਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੀਰਤਨ ਫਿਰ ਆਰੰਭ ਕਰ ਦਿੰਦੇ ਨੇ। ਇਹ ਅਸੀਂ ਪੜ੍ਹਿਆ ਕਦੇ? ਇਤਿਹਾਸ ਤੇ ਭਲਿਓ ਸਾਡਾ ਹੀ ਹੈ, ਇਹ ਮੈਂ ਕਿਸੇ ਹੋਰ ਦੇਸ਼ ਦਾ ਇਤਿਹਾਸ ਕਿਸੇ ਹੋਰ ਕੌਮ ਦਾ ਨਹੀਂ ਸੁਣਾ ਰਿਹਾ। ਇਹ ਤੇ ਸੁਭਾਵਕ ਸਮਾਂ ਇਹੋ ਜਿਹਾ ਬਣ ਗਿਆ ਵੀ ਜਦੋਂ ਉਹ ਸ਼ਖਸ ਉੱਥੇ ਪਹੁੰਚਿਆ, ਉਧਰੋਂ ਬਾਬਾ ਬੁੱਢਾ ਸਾਹਿਬ ਦੀ ਚੌਂਕੀ ਦਰਸ਼ਨੀ ਦਿਉੜੀ ਦੇ ਸਾਹਮਣੇ ਆ ਗਈ। ਉਹ ਸਾਹਮਣੇ ਆਈ ਤੇ ਰਵਾਇਤ ਦੇ ਅਨੁਸਾਰ ਰਾਗੀ ਸਿੰਘਾਂ ਨੇ ਕੀਰਤਨ ਬੰਦ ਕਰ ਦਿੱਤਾ। ਆਹ ਹੀ ਕੁਝ ਹੋਇਆ। ਇਹ ਸਾਡੀ ਹਾਲਤ ਹੈ। ਪਿੱਛੇ ਜੇ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਕੋਸ਼ਿਸ਼ ਕੀਤੀ ਜਾਏ ਵੀ ਜਿਹੜੇ ਰਾਗੀ ਸਿੰਘ ਨੇ ਉਹ ਜ਼ੁਬਾਨੀ ਸ਼ਬਦ ਗਾਇਨ ਕਰਨ। ਜ਼ੁਬਾਨੀ ਮਤਲਬ ਯਾਦ ਕਰਕੇ। ਹੁਣ ਅੱਗੇ ਅੰਮ੍ਰਿਤ ਕੀਰਤਨ ਰੱਖਿਆ ਜਾਂਦਾ ਸੀ, ਹੁਣ ਇਹਨੂੰ ਰੱਖਿਆ ਜਾਂਦਾ ਅੱਗੇ, ਇੱਦਾਂ ਹੀ ਹੈ ਨਾ। ਮੈਂ ਕਿਹਾ ਜੀ ਬੜੇ ਕਮਾਲ ਦਾ ਇਹ ਹੁਕਮਨਾਮਾ ਹੈ, ਪਰ ਸਾਰੀ ਰਾਗੀ ਜਮਾਤ ਵਿਰੋਧ ਵਿੱਚ ਖੜੀ ਹੋ ਗਈ ਜੀ। ਕਿਉਂ? ਕਿਉਂਕਿ ਚੰਗੀ ਚੀਜ਼ ਅਸੀਂ ਐਕਸੈਪਟ ਕਰਨੀ ਨਹੀਂ। ਹੁਣ ਤੁਸੀਂ ਦੱਸੋ ਕਿ ਜੇ ਮੈਂ ਇਹਨੂੰ ਸਾਹਮਣੇ ਰੱਖ ਕੇ ਇਹਨੂੰ ਖੋਲ ਕੇ ਤੁਹਾਨੂੰ ਕਥਾ ਸੁਣਾਈ ਜਾਵਾਂ, ਤੁਹਾਨੂੰ ਚੰਗੀ ਲੱਗੇਗੀ? ਪੜ੍ਹ ਕੇ ਸੁਣਾਈ ਜਾਵਾਂ, ਗੱਲ ਬਣੇਗੀ? ਤੇ ਫਿਰ ਤੁਸੀਂ ਸਿੱਧੇ ਕਹਿਣਾ ਵੀ ਇਹ ਤੇ ਕਥਾਵਾਚਕ ਕਿਸੇ ਕੰਮ ਦਾ ਨਹੀਂ ਹੈ, ਇਹ ਤੇ ਸਾਹਮਣੇ ਵੇਖ ਕੇ ਸੁਣਾਈ ਜਾਂਦਾ। ਤੇ ਜਦੋਂ ਰਾਗੀ ਸਿੰਘਾਂ ਦੀ ਵਾਰੀ ਆਉਂਦੀ ਉਦੋਂ ਤੁਸੀਂ ਦੂਜਿਆਂ ਦੇ ਅਗੇਂਸਟ ਹੋ ਜਾਂਦੇ ਆ। ਅਸੀਂ ਇੱਦਾਂ ਥੋੜ੍ਹੀ ਗੱਲ ਬਣਦੀ ਹੈ। ਫਿਰ ਜਿਹੜੀ ਚੀਜ਼ ਚੰਗੀ ਉਹਨੂੰ ਐਕਸੈਪਟ ਕਰੋ, ਜਿਹੜੀ ਚੀਜ਼ ਚੰਗੀ ਹੈ। ਹੁਣ ਹੁਕਮਨਾਮਾ ਨਹੀਂ ਆਇਆ, ਹੁਣ ਇੱਕ ਹੋਰ ਜਥੇਦਾਰ ਸਾਹਿਬ ਵੱਲੋਂ ਆਇਆ ਕਿ 3 ਸਾਲਾਂ ਦੇ ਵਿੱਚ 33 ਸਾਜ਼ ਜਿਹੜੇ ਨੇ ਉਹ ਦਰਬਾਰ ਸਾਹਿਬ ਵਿੱਚ ਆਉਣਗੇ, ਉਹਨਾਂ ਦਾ ਕੀਰਤਨ ਹੋਏਗਾ। 33 ਸਾਜ਼ ਸਮਝਦੇ ਹੋ ਨਾ? ਅਸੀਂ ਉਹਦਾ ਹੀ ਵਿਰੋਧ ਕੀਤਾ। ਖੈਰ ਲੰਮੇ ਇਸ ਪਾਸੇ ਨਾ ਜਾਵਾਂ। ਬਾਬਾ ਬੁੱਢਾ ਸਾਹਿਬ ਦੀ ਚੌਂਕੀ ਵੀ ਉਸ ਵੇਲੇ ਆਰੰਭ ਹੋਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮੇਰੇ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਹਨ। ਚੌਂਕੀਆਂ ਪ੍ਰਭਾਤ ਫੇਰੀਆਂ, ਚੌਂਕੀਆਂ ਨੇ ਪ੍ਰਭਾਤ ਫੇਰੀਆਂ ਦਾ ਰੂਪ ਧਾਰਿਆ, ਪ੍ਰਭਾਤ ਫੇਰੀਆਂ ਨੇ ਨਗਰ ਕੀਰਤਨਾਂ ਦਾ ਰੂਪ ਧਾਰਿਆ। ਤੇ ਇਹ ਨਗਰ ਕੀਰਤਨ ਅੰਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਤੱਕ ਪਹੁੰਚੇ, ਨਮਸਕਾਰ ਕਰਕੇ ਵਾਪਸ ਆਏ। ਇਤਿਹਾਸਕਾਰਾਂ ਦੀ ਮੈਕਾਲਫ ਨੇ 12 ਸਾਲ ਲਿਖਿਆ ਕੈਦ ਰਹੇ, ਪਰ 12 ਸਾਲ ਨਹੀਂ ਬਣਦਾ, ਲਗਭਗ ਪੌਣੇ 3 ਸਾਲ ਜਾਂ 3 ਸਾਲ ਗੁਰੂ ਸਾਹਿਬ ਉੱਥੇ ਕੈਦ ਰਹੇ ਹਨ। ਹੁਣ ਹੋਇਆ ਕੀ? ਜੇ ਅਸੀਂ ਆਖਦੇ ਹਾਂ ਗੁਰੂ ਸਾਹਿਬ ਕੈਦ ਰਹੇ, ਉਹੀ ਜਹਾਂਗੀਰ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਉਹੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਜ਼ਾਦ ਵੀ ਕਰ ਰਿਹਾ ਏ ਤੇ ਗੁਰੂ ਸਾਹਿਬ ਦੇ ਕਹਿਣ ਤੇ 52 ਰਾਜੇ ਵੀ ਨਾਲ ਛੱਡ ਰਿਹਾ ਏ। ਉਹ 52 ਰਾਜੇ ਜਿਨ੍ਹਾਂ 52 ਰਾਜਿਆਂ ਨੇ ਉਸੇ ਜਹਾਂਗੀਰ ਦੇ ਵਿਰੁੱਧ ਬਗਾਵਤ ਕੀਤੀ ਸੀ। ਇਹਦਾ ਕਾਰਨ ਕੀ ਹੈ? ਹੋਇਆ ਕੀ ਉਹਨਾਂ ਦਿਨਾਂ ਦੇ ਅੰਦਰ? ਇੱਕ ਪਾਸੇ ਨੂਰ ਜਹਾਂ ਹੈ, ਇਹ ਇਤਿਹਾਸ ਹੈ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਨਾ ਇਹਨੇ ਆਪਣੀ ਜੀਵਨੀ ਤੁਰ ਕੇ ਜਹਾਂਗੀਰੀ ਵਿੱਚ ਬੜਾ ਖੁੱਲ੍ਹ ਕੇ ਨੂਰ ਜਹਾਂ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸੀ, ਬੜੇ ਖੁੱਲ੍ਹ ਕੇ ਜਹਾਂਗੀਰ ਨੇ। ਹੁਣ ਤੁਝਕੇ ਜਹਾਂਗੀਰੀ ਵਿੱਚ ਉਹਦਾ ਨਾਮ ਲੈ ਰਿਹਾ, ਸਾਰਾ ਦਿਨ ਉਹਦੇ ਕੋਲ, ਸਾਰੀ ਰਾਤ ਉਹਦੇ ਕੋਲ ਦਾਰੂ ਸ਼ਰਾਬ ਪਿਆਲੇ ਪੀਂਦਾ ਜਾ ਰਿਹਾ। ਇਹਦੀ ਸਿਹਤ ਬੜੀ ਮਾੜੀ ਹੋ ਗਈ, ਬੜਾ ਮਾੜਾ ਹਾਲ ਹੋ ਗਿਆ। ਹੋਇਆ ਕਿ ਲਾਹੌਰ ਦੇ ਜਿੰਨੇ ਵੀ ਮਹਾਂਪੁਰਸ਼ ਸਨ, ਜਿੰਨੇ ਮੁਸਲਮਾਨ ਸਨ, ਫਕੀਰ ਸਨ, ਇਹ ਸਾਰੇ ਦਿੱਲੀ ਦਰਬਾਰ ਪਹੁੰਚੇ। ਜਦੋਂ ਦਿੱਲੀ ਪਹੁੰਚੇ ਤੇ ਜਿਹੜੀ ਨੂਰ ਜਹਾਂ ਹੈ, ਇਹਦਾ ਬਚਪਨ ਜਿਹੜਾ ਹੈ ਉਹ ਲਾਹੌਰ ਗੁਜ਼ਰਿਆ ਸੀ ਤੇ ਇਹਦੇ ਉੱਪਰ ਸਾਈਂ ਮੀਆਂ ਮੀਰ ਦਾ ਬੜਾ ਪ੍ਰਭਾਵ ਸੀ। ਗੁਰੂ ਹਰਗੋਬਿੰਦ ਸਾਹਿਬ ਆਜ਼ਾਦ ਕਿਉਂ ਹੋਏ, ਮੈਂ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਾਂਗਾ। ਹਾਂ, ਇਹ ਜ਼ਰੂਰ ਹੈ ਕਿ ਭਾਈ ਜੇਠਾ ਵਰਗੇ ਸਿੱਖ ਜਿਹੜੇ ਹੋਏ ਨੇ ਨਾ, ਭਾਈ ਜੇਠੇ ਵਰਗੇ ਸਿੱਖ, ਇਤਿਹਾਸ ਨੇ ਆਖਿਆ ਉਹ ਵੀ ਸ਼ੇਰ ਬਣ ਕੇ ਇਹਦੇ ਕਮਰੇ ਵਿੱਚ ਜਾ ਕੇ ਇਹਨੂੰ ਡਰਾ ਕੇ ਆਉਂਦੇ ਸਨ। ਬੜਾ ਡਰਿਆ ਫਿਰਦਾ ਸੀ ਜਹਾਂਗੀਰ। ਪਰ ਕਾਰਨ ਹੋਰ ਵੀ ਬੜੇ ਨੇ। ਹੋਇਆ ਕੀ, ਕਹਿੰਦੇ ਨੂਰ ਜਹਾਂ ਦੇ ਉੱਪਰ ਸਾਈਂ ਮੀਆਂ ਮੀਰ ਦਾ ਬੜਾ ਪ੍ਰਭਾਵ ਹੈ। ਜਹਾਂਗੀਰ ਬਿਮਾਰ ਹੋਇਆ, ਇਹ ਕਿਸੇ ਫਕੀਰ ਦੇ ਕੋਲ ਉਹਨੂੰ ਲੈ ਕੇ ਗਈ। ਉੱਥੇ ਸਾਈਂ ਮੀਆਂ ਮੀਰ ਬੈਠੇ ਸਨ। ਇਹਨੇ ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖ ਕੇ ਸਾਈਂ ਮੀਆਂ ਮੀਰ ਦੇ ਨਮਸਕਾਰ ਕੀਤੀ ਨੂਰ ਜਹਾਂ ਨੇ। ਗੱਲਾਂ ਬਾਤਾਂ ਚੱਲੀਆਂ। ਆਖਿਆ ਵੇਖੋ ਸਮੇਂ ਦੇ ਬਾਦਸ਼ਾਹ ਦੀ ਹਾਲਤ ਕੀ ਬਣੀ ਹੈ। ਤੇ ਸਾਈਂ ਮੀਆਂ ਮੀਰ ਨੇ ਆਖਿਆ ਸੀ, ਭਲੀਏ ਜਿਹੋ ਜੇ ਕਰਮ ਕਰੋਗੇ ਉਹੋ ਜਿਹਾ ਫਲ ਤੇ ਮਿਲੇਗਾ ਹੀ ਮਿਲੇਗਾ। ਜੇ ਵੇਹ ਕਰਮ ਕਮਾਵਤੇ ਤੇ ਵੇਹ ਫਲ ਤੇ।
ਜਿਹੋ ਜੇ ਕਰਮ ਕਮਾਉਣੇ ਆ ਫਲ ਉਹੋ ਜੇ ਜੋ ਬੀਜੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ, ਖੇਤ ਜੋ ਬੀਜਾਂਗੇ ਉਹ ਵੱਢਣਾ ਪਏਗਾ, ਉਹੀ ਕੁਝ। ਕਿਉਂਕਿ ਸਾਡੀ ਹਾਲਤ ਇਹ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਇਂਦਾ, ਪੈਦਾ ਲੋੜੈ ਪਾਟੇ, ਨਹੀਂ ਹੋ ਸਕਦਾ, ਜੋ ਬੀਜਾਂਗੇ ਉਹ ਵੱਢਾਂਗੇ। ਕਹਿੰਦੇ ਹੋਇਆ ਕੀ, ਸਾਈਂ ਮੀਆਂ ਮੀਰ ਨੇ ਆਖਿਆ ਭਲੀਏ ਜੋ ਕਰਮ ਕਰੋਗੇ ਉਸ ਕਰਮ ਦਾ ਫਲ ਤੇ ਮਿਲੇਗਾ ਹੀ ਮਿਲੇਗਾ। ਜਹਾਂਗੀਰ ਨੇ ਬੜੇ ਹੈਰਾਨ ਹੋ ਕੇ ਸਾਈਂ ਮੀਆਂ ਮੀਰ ਵੱਲ ਵੇਖਿਆ, ਆਖਿਆ ਮੈਂ ਇਹੋ ਜਿਹੇ ਕਰਮ ਕਿਹੜੇ ਕੀਤੇ ਨੇ ਜਿਨ੍ਹਾਂ ਦਾ ਫਲ ਮੈਨੂੰ ਇਹ ਮਿਲ ਰਿਹਾ ਹੈ, ਕਿਹੜੇ ਕਰਮ ਨੇ? ਸਾਈਂ ਮੀਆਂ ਮੀਰ ਨੇ ਆਖਿਆ ਸੀ ਤੈਨੂੰ ਨਹੀਂ ਪਤਾ, ਕਿ ਤੈਨੂੰ ਨਹੀਂ ਪਤਾ ਤੂੰ ਕਿਹੋ ਜਿਹੇ ਕਰਮ ਕਰ ਰਿਹਾ। ਉੱਥੇ ਗੱਲਾਂ ਬਾਤਾਂ ਚੱਲੀਆਂ, ਗੱਲਾਂ ਬਾਤਾਂ ਦੇ ਵਿੱਚ ਜਹਾਂਗੀਰ ਨੇ ਸਵਾਲ ਪੁੱਛਿਆ ਸਾਈਂ ਮੀਆਂ ਮੀਰ ਕੋਲੋਂ, ਉਹ ਸਾਈਂ ਦਿਆ ਪਿਆਰਿਆ, ਖੁਦਾ ਦਿਆ ਪਿਆਰਿਆ, ਕਿ ਅੱਜ ਵੀ ਕੋਈ ਖੁਦਾ ਦਾ ਰੂਪ ਧਰਤੀ ਦੇ ਉੱਪਰ ਮੌਜੂਦ ਹੈ? ਸੁਣਿਓ, ਜਹਾਂਗੀਰ ਦਾ ਸਵਾਲ ਹੈ ਸਾਈਂ ਮੀਆਂ ਮੀਰ ਨੂੰ ਕਿ ਅੱਜ ਵੀ ਕੋਈ ਖੁਦਾ ਦਾ ਰੂਪ ਇਸ ਧਰਤੀ ਤੇ ਹੈ? ਸਾਈਂ ਮੀਆਂ ਮੀਰ ਦਾ ਸਿਰ ਝੁਕ ਗਿਆ ਤੇ ਸਾਈਂ ਜੀ ਨੇ ਬੋਲ ਕਹੇ ਸਨ, ਆਖਿਆ ਸੀ ਇੱਕ ਸੀ ਖੁਦਾ ਦਾ ਰੂਪ। ਜਹਾਂਗੀਰ ਕਹਿੰਦਾ ਸੀ ਦਾ ਕੀ ਅਰਥ ਹੈ, ਸੀ ਦਾ ਕੀ ਭਾਵ ਹੈ? ਕਿ ਉਹ ਹੁਣ ਇਸ ਦੁਨੀਆ ਤੇ ਨਹੀਂ, ਇਸ ਜਹਾਨ ਦੇ ਅੰਦਰ ਨਹੀਂ? ਤੇ ਮੀਆਂ ਮੀਰ ਨੇ ਆਖਿਆ ਬਾਦਸ਼ਾਹ ਤੂੰ ਆਪਣੇ ਹੱਥੀਂ ਉਹਨੂੰ ਕਤਲ ਕਰਵਾਇਆ, ਤੂੰ ਆਪਣੇ ਹੱਥੀਂ ਉਹਦੇ ਲਈ ਫਤਵਾ ਜਾਰੀ ਕਰਵਾ ਕੇ ਆਇਆ, ਤੱਤੀ ਤਵੀ ਤੇ ਬੈਠਣ ਦਾ, ਸੀਸ ਵਿੱਚ ਗਰਮ ਰੇਤ ਪਾਉਣ ਦਾ। ਉਹ ਖੁਦਾ ਦਾ ਰੂਪ ਇਸ ਧਰਤੀ ਤੇ ਸੀ ਜਿਹਨੂੰ ਤੂੰ ਆਪ ਕਤਲ ਕਰਵਾਇਆ। ਜਹਾਂਗੀਰ ਕਹਿੰਦਾ ਤੁਸੀਂ ਦੱਸਿਆ ਕਿਉਂ ਨਹੀਂ, ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਮੀਆਂ ਮੀਰ ਜੀ ਕਹਿੰਦੇ ਭਲਿਆ ਉਦੋਂ ਤੇਰੇ ਕੰਨ ਕੁਝ ਸੁਣਨ ਦੇ ਵਾਸਤੇ ਤਿਆਰ ਨਹੀਂ ਸਨ, ਉਦੋਂ ਤੇਰੀਆਂ ਅੱਖਾਂ ਕੁਝ ਦੇਖਣ ਦੇ ਵਾਸਤੇ ਤਿਆਰ ਨਹੀਂ ਸਨ। ਜੇ ਤੂੰ ਸੁਣਦਾ, ਜੇ ਤੂੰ ਦੇਖਦਾ ਤੇ ਤੈਨੂੰ ਵੀ ਨਜ਼ਰ ਆ ਜਾਣਾ ਸੀ ਉਹ ਖੁਦਾ ਹੈ, ਉਹ ਖੁਦ ਖੁਦਾ। ਇਹਨੇ ਸਿਰ ਝੁਕਾਇਆ, ਇਹਨੇ ਅਗਲੇ ਬੋਲ ਕਹੇ ਸਨ। ਦੂਜਾ ਸਵਾਲ ਸੀ ਇਹਦਾ ਜਹਾਂਗੀਰ ਦਾ ਸਾਈਂ ਮੀਆਂ ਮੀਰ ਨੂੰ, ਕਹਿੰਦਾ ਕਿ ਹੁਣ ਕੋਈ ਹੈ ਖੁਦਾ ਇਸ ਧਰਤੀ ਤੇ? ਖੁਦਾ ਜਾਂ ਖੁਦਾ ਦਾ ਰੂਪ ਇਸ ਧਰਤੀ ਤੇ ਹੈ? ਤੇ ਸਾਈਂ ਮੀਆਂ ਮੀਰ ਨੇ ਆਖਿਆ ਸੀ ਹੁਣ ਵੀ ਹੈ। ਐਵੇਂ 52 ਰਾਜੇ ਨਹੀਂ ਨਾਲ ਛੱਡੇ ਗਏ ਭਲਿਓ। ਸਾਈਂ ਮੀਆਂ ਮੀਰ ਨੇ ਆਖਿਆ ਹੁਣ ਵੀ ਏ। ਜਹਾਂਗੀਰ ਨੇ ਆਖਿਆ ਕੌਣ ਏ ਉਹ ਖੁਦਾ ਜਿਹੜਾ ਇਸ ਧਰਤੀ ਤੇ ਹੁਣ ਵੀ ਏ? ਤੇ ਸਾਈਂ ਮੀਆਂ ਮੀਰ ਕਹਿੰਦੇ ਉਹ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚ ਤੂੰ ਕੈਦ ਕੀਤਾ ਹੈ, ਉਹ ਖੁਦਾ ਹੈ, ਖੁਦ ਖੁਦਾ। ਤੇ ਸਾਈਂ ਮੀਆਂ ਮੀਰ ਨੇ ਅਗਲੇ ਬੋਲ ਕਮਾਲ ਕਰ ਦਿੱਤੀ, ਆਖਿਆ ਸੀ ਬਾਦਸ਼ਾਹ 8 ਦਿਨਾਂ ਦੇ ਬਾਅਦ ਮੇਰੀ ਵਾਰੀ ਆਉਂਦੀ ਹੈ ਖੁਦਾ ਦੇ ਕੋਲ ਜਾਣ ਦੀ। ਸੁਣਿਓ, 8 ਦਿਨਾਂ ਦੇ ਬਾਅਦ ਸਾਈਂ ਮੀਆਂ ਮੀਰ ਕਹਿ ਰਹੇ ਨੇ 8 ਦਿਨਾਂ ਦੇ ਬਾਅਦ ਮੈਂ ਖੁਦਾ ਦੇ ਦੀਦਾਰ ਕਰਨ ਜਾਣਾ ਬਾਦਸ਼ਾਹ। ਜਦੋਂ ਮੈਂ ਖੁਦਾ ਦੇ ਘਰ ਪਹੁੰਚਦਾ, ਖੁਦਾ ਇੱਕ ਤਖਤ ਦੇ ਉੱਤੇ ਬੈਠਾ ਮੈਨੂੰ ਮਿਲਦਾ ਹੈ। ਮੈਂ ਜਾ ਕੇ ਉਸ ਖੁਦਾ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਰੱਖ ਦੇਣਾ ਬਾਦਸ਼ਾਹ। ਚਰਨਾਂ ਤੇ ਸਿਰ ਰੱਖ ਕੇ ਤੇ ਜਦੋਂ ਮੈਂ ਸਿਰ ਉੱਪਰ ਕਰਕੇ ਉਸ ਖੁਦਾ ਦੇ ਦਰਸ਼ਨ ਕਰਦਾ, ਉੱਥੇ ਕੋਈ ਹੋਰ ਨਹੀਂ, ਗੁਰੂ ਹਰਗੋਬਿੰਦ ਸਾਹਿਬ ਬੈਠੇ ਹੁੰਦੇ ਨੇ। ਕਿੱਡੀ ਕਮਾਲ ਦੀ ਗੱਲ, ਉੱਥੇ ਕੋਈ ਹੋਰ ਨਹੀਂ। ਜਹਾਂਗੀਰ, ਜਦੋਂ ਮੈਂ ਖੁਦਾ ਦੇ ਦਰਸ਼ਨ ਕਰਦਾ ਤੇ ਮੈਨੂੰ ਖੁਦਾ ਦੀ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਹੁੰਦੇ ਨੇ। ਉਹ ਜਿਹਨੂੰ ਤੂੰ ਗਵਾਲੀਅਰ ਦੇ ਕਿਲੇ ਤੱਕ ਲੈਣ ਦਾ, ਉਹ ਜਿਹਨੂੰ ਤੂੰ ਮਾਰਨ ਦੇ ਹਰ ਤਰ੍ਹਾਂ ਦੇ ਯਤਨ ਕਰ ਰਿਹਾ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਇਸ ਵੇਲੇ ਖੁਦਾ ਨੇ ਇਸ ਧਰਤੀ ਦੇ ਉੱਪਰ। ਤੇ ਜੇ ਚਾਹਣਾ ਹੈ ਕੋਈ ਬਖਸ਼ਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਥੋਂ ਆਜ਼ਾਦ ਕਰ। ਇਹ ਬੜੀ ਵੱਡੀ ਗੱਲ ਸੀ। ਇੱਕ ਮੁਸਲਮਾਨ ਫਕੀਰ, ਇੱਕ ਮੁਸਲਮਾਨ ਬਾਦਸ਼ਾਹ ਨੂੰ ਗੈਰ ਮੁਸਲਮਾਨ ਦੇ ਵਾਸਤੇ ਸ਼ਬਦ ਵਰਤ ਰਿਹਾ ਹੋਵੇ ਵੀ ਇਹ ਖੁਦਾ ਹੈ। ਸਮਝ ਰਹੇ ਹੋ? ਉਹਨੂੰ ਕਾਫਿਰ ਕਿਹਾ ਜਾਂਦਾ, ਉਸ ਮੁਸਲਮਾਨ ਨੂੰ ਕਾਫਿਰ। ਉਹਨੂੰ ਧਰਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ, ਇਸਲਾਮ ਦੇ ਵਿੱਚੋਂ, ਵੀ ਤੈਨੂੰ ਇਸਲਾਮ ਵਿੱਚ ਰਹਿਣ ਦਾ ਹੱਕ ਨਹੀਂ। ਕਿਉਂ? ਕਿਉਂਕਿ ਤੂੰ ਇੱਕ ਕਾਫਿਰ ਨੂੰ ਖੁਦਾ ਦਾ ਦਰਜਾ ਦੇ ਰਿਹਾ। ਸ਼ਮਸ ਤਬਰੇਜ਼ ਵਰਗੇ ਨੇ ਅਨਲ ਹੱਕ ਕਿਹਾ ਸੀ, ਅੰਦਰ ਨੂੰ ਜਾਣ ਲਿਆ ਵੀ ਅਨਲ ਹੱਕ ਮੈਂ ਖੁਦਾ ਹਾਂ, ਆਪ ਸਵਾਰੇ ਮੈਂ ਮਿਲਿਆ, ਬਸ ਵੀ ਉਹ ਮੈਂ ਹੀ ਆ ਸਭ ਕੁਝ, ਅੰਦਰੋਂ ਜੋ ਪ੍ਰਗਟ ਕਰ ਲਿਆ। ਉਹਦੀ ਕੀ ਹਾਲਤ ਕੀਤੀ ਆਪਾਂ ਨੂੰ ਪਤਾ ਹੈ। ਤੇ ਜਿਹੜਾ ਕਿਸੇ ਦੂਜੇ ਦੇ ਵਾਸਤੇ ਕਹਿ ਰਿਹਾ ਹੈ ਵੀ ਉਹ ਖੁਦਾ ਹੈ, ਕਹਿੰਦੇ ਜਹਾਂਗੀਰ ਦਾ ਸਿਰ ਡਿੱਗ ਪਿਆ ਧਰਤੀ ਦੇ ਉੱਪਰ। ਆਖਿਆ ਇੰਨਾ ਵੱਡਾ ਗੁਨਾਹ ਮੇਰੇ ਤੋਂ ਹੋ ਗਿਆ,
ਇੱਕ ਖੁਦਾ ਨੂੰ ਮੈਂ ਆਪ ਕਤਲ ਕਰਵਾਇਆ, ਦੂਜੇ ਨੂੰ ਮੈਂ ਆਪ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਉਸੇ ਵੇਲੇ ਹੁਕਮ ਭੇਜਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕੀਤਾ ਜਾਏ। ਉਸੇ ਵੇਲੇ ਸਿਪਾਹੀ ਪਹੁੰਚੇ, ਖਬਰ ਪਹੁੰਚੀ, ਹਰਦਾਸ ਨੂੰ ਖਬਰ ਦਿੱਤੀ ਗਈ। ਬੜਾ ਖੁਸ਼ ਹੋ, ਬੜਾ ਖੁਸ਼। ਜੇਲਰ ਹੈ ਅੱਜ ਸਮੇਂ ਜਿਹਨੂੰ ਅਸੀਂ ਜੇਲਰ ਕਹਿੰਦੇ ਹਾਂ, ਬੜਾ ਖੁਸ਼ ਹੈ। ਪਰ ਜਿਹੜੇ 52 ਰਾਜੇ ਉੱਥੇ ਕੈਦ ਨੇ, ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਨੇ। ਜਿੱਥੇ ਗੁਰੂ ਹੈ ਉੱਥੇ ਰਹਿਮਤਾਂ ਹਨ, ਤੇ ਜਿੱਥੇ ਗੁਰੂ ਨਹੀਂ ਹੈ, ਢਾਡੀ ਸਿੰਘ ਤੁਹਾਨੂੰ ਦੱਸ ਕੇ ਗਏ ਨੇ, 52 ਥੰਮ ਅੱਜ ਵੀ ਉੱਥੇ ਬਣੇ ਨੇ, ਜਿਨ੍ਹਾਂ ਥੰਮਾਂ ਨਾਲ ਪੁੱਠੇ ਬੰਨ੍ਹ ਕੇ ਇਹਨਾਂ ਨੂੰ ਰੋਜ਼ ਕੋੜੇ ਮਾਰੇ ਜਾਂਦੇ ਸਨ ਇਹਨਾਂ ਦੇ ਸਰੀਰ ਤੇ। ਇਹ 52 ਰਾਜੇ ਸਿਆਸੀ ਕੈਦੀ ਨੇ, ਸਿਆਸੀ ਕੈਦੀ। ਤੇ ਅੱਜ ਦੇ ਸਮੇਂ ਵਿੱਚ ਵੀ ਸਿਆਸੀ ਕੈਦੀ ਨੂੰ ਕਦੇ ਰਿਹਾ ਨਹੀਂ ਜੇ ਕੀਤਾ ਜਾਂਦਾ। ਅੱਜ ਦੇ ਸਮੇਂ ਵੀ ਜਦੋਂ ਰਿਹਾ ਦੀ ਖਬਰ ਪਹੁੰਚੀ ਮੇਰੇ ਸੱਚੇ ਪਾਤਸ਼ਾਹ ਕੋਲੇ, ਰਾਜੇ ਆਏ, ਪਾਤਸ਼ਾਹ ਸਾਡਾ ਕੀ ਬਣੇਗਾ? ਤੇ ਗੁਰੂ ਸਾਹਿਬ ਨੇ ਆਖਿਆ, ਜੇ ਮੈਂ ਜਾਵਾਂਗਾ ਤੇ ਤੁਸੀਂ ਵੀ ਨਾਲ ਹੀ ਜਾਓਗੇ, ਜੇ ਤੁਸੀਂ ਨਹੀਂ ਜਾਓਗੇ ਤੇ ਮੈਂ ਵੀ ਇਸ ਕਿਲੇ ਨੂੰ ਛੱਡ ਕੇ ਨਹੀਂ ਜਾਵਾਂਗਾ। ਇਹੋ ਜਿਹਾ ਗੁਰੂ ਵੱਡਿਆਂ ਭਾਗਾਂ ਨਾਲ ਹੀ ਮਿਲਦਾ ਜੇ ਭਲਿਓ। ਸਾਡੇ ਵਰਗਾ ਕੋਈ ਹੁੰਦਾ ਕਹਿਣਾ ਸੀ ਚਲੋ ਪਹਿਲਾਂ ਸਾਨੂੰ ਬਾਹਰ ਕੱਢੋ ਫਿਰ ਗੱਲ ਕਰਦੇ ਹਾਂ ਬਾਕੀਆਂ ਦੀ, ਪਹਿਲਾਂ ਮੈਂ ਤੇ ਨਿਕਲਾਂ। ਇਹੀ ਹੋਣਾ ਸੀ ਨਾ। ਪਾਤਸ਼ਾਹ ਨੇ ਵਾਪਸ ਸੁਨੇਹਾ ਭੇਜਿਆ, ਮੈਂ ਤਾਂ ਜਾਵਾਂਗਾ ਜੇ ਇਹਨਾਂ 52 ਰਾਜਿਆਂ ਨੂੰ ਵੀ ਰਿਹਾ ਆਜ਼ਾਦ ਕੀਤਾ ਜਾਏਗਾ। ਇਹ ਖਬਰ ਫਿਰ ਜਹਾਂਗੀਰ ਕੋਲ ਪਹੁੰਚੀ। ਸਿਆਸੀ ਕੈਦੀ ਛੱਡਣੇ, ਉਨੀ ਦੇਰ ਤੱਕ ਖੈਰ ਇਸ ਦੇਸ਼ ਦਾ ਮਾਹੌਲ ਵੀ ਚੰਗਾ ਹੋ ਗਿਆ ਸੀ। ਜ਼ਹਿਰ ਦੇ ਦੇ ਕੇ ਇਹਨਾਂ ਸਿਆਸੀ ਰਾਜਿਆਂ ਦੀ ਹਾਲਤ ਵੀ ਬੜੀ ਮਾੜੀ ਕਰ ਦਿੱਤੀ ਸੀ। ਪਤਾ ਸੀ ਇਹ ਬਗਾਵਤ ਕਰਨ ਜੋਗੇ ਵੀ ਨਹੀਂ। ਤੇ ਸਭ ਤੋਂ ਵੱਡੀ ਗੱਲ ਸਾਈਂ ਮੀਆਂ ਮੀਰ ਨੇ ਕਹਿ ਦਿੱਤਾ, ਖੁਦ ਖੁਦਾ। ਤੇ ਫਿਰ ਖੁਦਾ ਦਾ ਬੋਲ ਜਹਾਂਗੀਰ ਕਿਵੇਂ ਮੋੜ ਸਕਦਾ ਸੀ? ਆਖਿਆ ਸੀ, ਪਾਤਸ਼ਾਹ ਠੀਕ ਹੈ, ਮੈਂ ਉਹਨਾਂ ਰਾਜਿਆਂ ਨੂੰ ਰਿਹਾ ਕਰਾਂਗਾ ਜਿਹੜੇ ਰਾਜੇ ਤੁਹਾਡੇ ਚੋਲੇ ਦਾ ਪੱਲਾ ਫੜ ਕੇ ਇੱਥੋਂ ਬਾਹਰ ਨਿਕਲ ਜਾਣਗੇ। ਸਾਰਿਆਂ ਨੂੰ ਨਹੀਂ ਕਰ ਸਕਦਾ, ਜਿਹੜੇ ਪੱਲਾ ਫੜ ਕੇ ਨਿਕਲਣਗੇ। ਫਿਰ ਇਹ ਖਬਰ ਮੇਰੇ ਪਾਤਸ਼ਾਹ ਤੱਕ ਪਹੁੰਚੀ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਬੋਲ ਕੇ ਹਰਦਾਸ ਨੂੰ ਆਖਿਆ ਸੀ, ਹਰਦਾਸ ਜਾ ਸਾਡੇ ਵਾਸਤੇ ਇੱਕ ਨਵਾਂ ਚੋਲਾ ਸਵਾ ਕੇ ਲਿਆ ਤੇ ਉਹਦੇ 52 ਕਲੀਆਂ ਹੋਣ। 52 ਕਲੀਆਂ ਸਮਝਦੇ ਜੇ ਕਲੀ ਕਿਹਨੂੰ ਕਹਿੰਦੇ ਆ? ਜਿਵੇਂ ਚੋਲਾ ਅਸੀਂ ਪਾਉਣੇ ਆ, ਮੈਂ ਜਿਹੜਾ ਚੋਲਾ ਪਾਇਆ ਤੇ ਇੱਕ ਕਲੀ ਹੈ, ਸਿਰਫ ਇੱਕ ਕਲੀ ਇਸ ਪਾਸੇ ਤੇ ਇੱਕ ਕਲੀ ਇਸ ਪਾਸੇ। ਕਿੱਡਾ ਤਾਕਤਵਰ ਸਰੀਰ ਗੁਰੂ ਸਾਹਿਬ ਦਾ ਹੋਏਗਾ ਜਿਹੜਾ 52 ਕਲੀਆਂ ਵਾਲਾ ਚੋਲਾ ਉਹਦੇ ਅੰਦਰ ਸਮਾ ਗਏ। ਵੇਖੋ, ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ। ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਫੜੀ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਜੈ ਜੈਕਾਰ ਕਰਦੇ ਉਸ ਗਵਾਲੀਅਰ ਦੇ ਕਿਲੇ ਚੋਂ ਬਾਹਰ ਨਿਕਲੇ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ। ਉਹ ਬੰਦੀ ਛੋੜ, ਮੈਂ ਤਾਂ ਤੁਹਾਨੂੰ ਕਿਹਾ ਸੀ ਇਹਦਾ ਇਤਿਹਾਸ ਬੜਾ ਵੱਖਰਾ ਹੈ ਬੰਦੀ ਛੋੜ ਦਾ। ਭਾਵੇਂ ਅਸੀਂ ਇਹਨੂੰ ਦੀਵਾਲੀ ਵਾਲੇ ਦਿਨ ਮਨਾਉਣੇ ਆ, ਇੱਕ ਵੱਖਰਾ ਵਿਸ਼ਾ, ਜਦੋਂ ਕਿਤੇ ਉਹ ਸਮਾਂ ਮਿਲਿਆ ਉਹਦੀ ਵਿਚਾਰ ਫਿਰ ਕਰਾਂਗੇ, ਅੱਜ ਨਹੀਂ। ਬੰਦੀ ਛੋੜ ਮੇਰੇ ਪਾਤਸ਼ਾਹ ਜਿਸ ਦਿਨ ਬੰਦਨਾਂ ਤੋਂ ਉਹਨਾਂ ਰਾਜਿਆਂ ਦਾ ਛੁਟਕਾਰਾ ਕਰਵਾਇਆ, ਉਹਨਾਂ ਨੂੰ ਲੈ ਕੇ ਬਾਹਰ ਆਏ, ਉਹਨਾਂ ਨੂੰ ਆਪਣੇ ਆਪਣੇ ਰਾਜ ਵਿੱਚ ਤੋਰਿਆ ਗੁਰੂ ਸਾਹਿਬ ਨੇ। ਤੇ ਆਪ ਮੇਰੇ ਪਾਤਸ਼ਾਹ ਉੱਥੇ ਵੇਖੋ, ਜਿਹੜਾ ਗੁਰੂ ਪਹਿਲਾਂ ਕੈਦੀ ਸੀ ਹੁਣ ਬਾਦਸ਼ਾਹ ਦਾ ਗੈਸਟ ਹੈ, ਬਾਦਸ਼ਾਹ ਦਾ ਮਹਿਮਾਨ। ਗਵਾਲੀਅਰ ਦੇ ਕਿਲੇ ਵਿੱਚੋਂ ਰੱਥ ਤੇ ਬਿਠਾ ਕੇ ਫੌਜਾਂ ਨਾਲ ਨੇ ਤੇ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਲਿਆਂਦਾ ਗਿਆ। ਦਿੱਲੀ ਪ੍ਰਸੰਗ ਭਾਈ ਸਾਹਿਬ ਤੁਹਾਨੂੰ ਸੁਣਾ ਕੇ ਗਏ ਨੇ। ਹੁਣ ਸੁਣਿਓ, ਕੁਝ ਗੱਲਾਂ ਕਰਨੀਆਂ ਬੜੀ ਜ਼ਰੂਰੀ ਹੁੰਦੀਆਂ ਨੇ, ਬੜੀ ਜ਼ਰੂਰੀ। ਦਿੱਲੀ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦਾ ਤੰਬੂ ਬਾਦਸ਼ਾਹ ਜਹਾਂਗੀਰ ਦੇ ਤੰਬੂ ਦੇ ਨਾਲ ਲੱਗਾ ਹੈ। ਸਮਝ ਰਹੇ ਹੋ ਇਸ ਗੱਲ ਨੂੰ? ਇਹਦਾ ਅਰਥ ਸਮਝ ਰਹੇ ਹੋ? ਇਹ ਬੜੀ ਵੱਡੀ ਗੱਲ ਹੈ, ਮਾੜੀ ਮੋਟੀ ਗੱਲ ਨਹੀਂ। ਉਸ ਬਾਦਸ਼ਾਹ ਦੇ ਨਾਲ ਗੁਰੂ ਸਾਹਿਬ ਰਹਿ ਰਹੇ ਨੇ, ਉਸ ਬਾਦਸ਼ਾਹ ਦੇ ਤੰਬੂ ਨਾਲ ਤੰਬੂ ਲਾ ਲਿਆ ਜਿਸ ਬਾਦਸ਼ਾਹ ਨੇ ਪਿਤਾ ਨੂੰ ਕਤਲ ਕੀਤਾ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਇਹ ਕੁਝ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ। ਅਸਲ ਵਿੱਚ ਹੋ ਕੀ ਗਿਆ ਏ, ਅਸੀਂ ਇੱਥੋਂ ਕੰਮ ਲੈਣਾ ਘੱਟ ਕਰ ਦਿੱਤਾ ਹੁਣ। ਇਹ ਸੱਚਾਈ ਹੈ, ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ, ਮੈਂ ਸ਼ਰੇਆਮ ਇਹ ਗੱਲ ਕਹਾਂਗਾ। ਅਸੀਂ ਇਹਦੀ ਵਰਤੋਂ ਕਰਨੀ ਘੱਟ ਕਰ ਦਿੱਤੀ ਹੁਣ। ਜਿਹਨੂੰ ਵਰਤਣਾ ਸੀ ਉਹਨੂੰ ਵਰਤਦੇ ਨਹੀਂ ਆ।
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਸ ਬਾਦਸ਼ਾਹ ਦੇ ਨਾਲ ਵਿਚਰ ਰਹੇ ਨੇ ਜਿਹੜਾ ਗੁਰੂ ਸਾਹਿਬ ਦੇ ਬਾਪ ਦਾ ਕਾਤਲ ਹੈ, ਤੇ ਕਤਲ ਵੀ ਬੜੀ ਬੇਰਹਿਮੀ ਨਾਲ ਕੀਤਾ। 10ਵੇਂ ਜਾਮੇ ਦੇ ਅੰਦਰ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਮੇਂ ਦੇ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਨਾਲ ਵਿਚਰ ਰਹੇ ਨੇ। ਉਸ ਬਾਦਸ਼ਾਹ ਦੇ ਪੁੱਤਰ ਦੇ ਨਾਲ, ਸੁਣਿਓ, ਉਸ ਬਾਦਸ਼ਾਹ ਦੇ ਪੁੱਤਰ ਦੇ ਨਾਲ ਜਿਨੇ ਸਤਿਗੁਰਾਂ ਦਾ ਪੂਰਾ ਸਰਬੰਸ ਹੀ ਸ਼ਹੀਦ ਕਰਵਾ ਦਿੱਤਾ। ਸਮਝ ਰਹੇ ਹੋ ਇਸ ਗੱਲ ਨੂੰ? ਉਸ ਬਾਦਸ਼ਾਹ ਦੇ ਪੁੱਤਰ ਦੇ ਨਾਲ ਜਿਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਵਾਇਆ, ਸ਼ਹੀਦ ਕਰਵਾਇਆ, ਮਾਂ ਗੁਜਰੀ ਨੂੰ। ਵੇਖੋ ਕਿੱਡੀ ਵੱਡੀ ਗੱਲ ਹੈ। ਪਰ ਸਮੇਂ ਦੀ ਨਜ਼ਾਕਤ ਨੂੰ ਗੁਰੂ ਸਾਹਿਬ ਸਮਝਦੇ ਸਨ ਹਮੇਸ਼ਾ। ਸਮੇਂ ਦੀ ਨਜ਼ਾਕਤ ਨੂੰ ਸਮਝਣ ਵਾਲਾ ਹੀ ਸਿੱਖ ਹੈ। ਸਿੱਖ ਹੈ ਹੀ ਉਹ ਜਿਹੜਾ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੈ। ਅਸੀਂ ਨਹੀਂ ਜੀ, ਇਹ ਤੇ ਸਾਡਾ ਵੈਰੀ, ਇਹਦੇ ਤੇ ਅਸੀਂ ਨੇੜੇ ਹੀ ਨਹੀਂ ਲੱਗਣਾ। ਇਹਨੇ ਤਾਂ ਸਾਡਾ ਬੜਾ ਨੁਕਸਾਨ ਕੀਤਾ ਜੀ, ਇਹਦੇ ਤੇ ਅਸੀਂ ਨੇੜੇ ਹੀ ਨਹੀਂ ਜਾਣਾ। ਤੇ ਕਦੇ ਨਹੀਂ ਸੋਚਿਆ ਵੀ ਉਹ ਨੁਕਸਾਨ ਕਰਨ ਵਾਲਾ ਕਦੇ ਸਾਡਾ ਸਾਥੀ ਬਣ ਕੇ ਸਾਡੇ ਧਰਮ ਨੂੰ ਉੱਪਰ ਵੀ ਲੈ ਕੇ ਜਾ ਸਕਦਾ ਹੈ। ਮੋਢੇ ਨਾਲ ਮੋਢਾ ਜੋੜਿਆ, ਇਹ ਕੁਦਰਤੀ ਗੱਲ, ਅਸੀਂ ਇਹਨੂੰ ਵਰਤਣਾ ਘੱਟ ਕਰ ਦਿੱਤਾ ਹੈ। ਹੁਣ ਇਹਦਾ ਸਾਥ ਨਹੀਂ ਦਿੰਦੇ, ਅਸੀਂ ਸਾਥ ਲੈਂਦੇ ਨਹੀਂ ਇਹਦਾ। ਖੈਰ, 52 ਰਾਜਿਆਂ ਨੂੰ ਛੁਡਾ ਕੇ ਦਿੱਲੀ ਬਾਦਸ਼ਾਹ ਦੇ ਤੰਬੂ ਨਾਲ ਤੰਬੂ ਪ੍ਰਸੰਗ ਤੁਸੀਂ ਸੁਣ ਲਿਆ ਕਿ ਕਿਵੇਂ ਜਦੋਂ ਸਿਕਾਹੀ ਨੂੰ ਪਤਾ ਲੱਗਿਆ ਨਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਸਿੱਖ ਬੜਾ ਗਰੀਬੜਾ ਜਿਹਾ ਸਿੱਖ ਹੈ। ਕੋਈ ਸੰਗਤਾਂ ਬਾਅਦ ਵਿੱਚ ਆਈਆਂ, ਮੈਂ ਸੰਖੇਪ ਵਿੱਚ ਸੁਣਾ ਦਿਆਂ। ਬੜਾ ਗਰੀਬੜਾ ਜਿਹਾ ਸਿੱਖ, ਘਰ ਪ੍ਰਸ਼ਾਦਾ ਬੜਾ ਔਖਾ ਪੱਕਦਾ ਹੈ। ਘਾਹ ਖੋਤ ਕੇ ਲਿਆ ਕੇ ਵੇਚਦਾ। ਉਸ ਦਿਨ ਵੇਚਣ ਨਹੀਂ ਗਿਆ, ਪੰਡ ਲੈ ਕੇ ਸਿੱਧਾ ਗੁਰੂ ਸਾਹਿਬ ਵੱਲ ਚਲਾ ਗਿਆ। ਜੇਬ ਵਿੱਚ ਇੱਕੋ ਟਕਾ ਜਿਹਦਾ ਰਾਸ਼ਨ ਘਰੇ ਲੈ ਕੇ ਜਾਣਾ। ਤੇ ਕਿਸੇ ਨੂੰ ਜਾ ਕੇ, ਹੁਣ ਸਮਝ ਨਹੀਂ ਆ ਰਹੀ ਗੁਰੂ ਸਾਹਿਬ ਦਾ ਤੰਬੂ ਕਿਹੜਾ। ਸਿਪਾਹੀ ਨੂੰ ਕਹਿੰਦਾ ਮੈਂ ਪਾਤਸ਼ਾਹ ਨੂੰ ਮਿਲਣਾ ਹੈ। ਅੱਖਰਾਂ ਦਾ ਫਰਕ ਸਮਝਿਓ, ਪਾਤਸ਼ਾਹ। ਹੁਣ ਸਿਪਾਹੀ ਨੇ ਆਖਿਆ ਵੀ ਬਾਦਸ਼ਾਹ ਕਹਿੰਦਾ ਪਿਆ। ਉਹਨੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਵਿਖਾਤਾ, ਜਾ ਆ ਸਾਹਮਣੇ ਆ। ਸਿੱਖ ਅੰਦਰ ਗਿਆ, ਪੰਡ ਘਾਹ ਦੀ ਰੱਖੀ ਤੇ ਟਕਾ ਬਾਦਸ਼ਾਹ ਜਹਾਂਗੀਰ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਮੱਥਾ ਟੇਕਤਾ ਸੀ ਇਹਨੇ। ਮੱਥਾ ਟੇਕਣ ਤੋਂ ਬਾਅਦ ਦੋਨੋਂ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੇਰਾ ਜੀਵਨ ਮੁਕਤ ਕਰ ਦਿਓ। ਤੇ ਬੜੀ ਵੱਡੀ ਮੰਗ ਹੈ ਸਿੱਖ ਲਈ, ਮੇਰਾ ਜੀਵਨ ਮੁਕਤ, ਜਾਂ ਇਹ ਬੜੀ ਸੁਚੱਜੀ ਮੰਗ ਹੈ ਜਿਹੜੀ ਗੁਰੂ ਤੋਂ ਮੰਗੀ ਜਾਵੇ, ਮੇਰਾ ਜੀਵਨ ਮੁਕਤ ਕਰ ਦਿਓ। ਜਹਾਂਗੀਰ ਸਮਝ ਗਿਆ ਵੀ ਇਹ ਗਲਤੀ ਨਾਲ ਬਾਦਸ਼ਾਹ ਕੋਲ ਆ ਗਿਆ, ਜਾਣਾ ਇਹਨੇ ਪਾਤਸ਼ਾਹ ਦੇ ਕੋਲ ਸੀ। ਬੱਬਾ ਤੇ ਪੱਪੇ ਦਾ ਫਰਕ ਹੈ, ਪਰ ਰੁਤਬਾ ਬੜਾ ਉੱਚਾ ਨੀਵਾਂ ਹੋ ਜਾਂਦਾ ਜੇ, ਰੁਤਬੇ ਦਾ ਬੜਾ ਵੱਡਾ ਫਰਕ ਹੋ ਜਾਂਦਾ ਹੈ। ਬਾਦਸ਼ਾਹ ਇੱਕ ਲਿਮਟਿਡ ਧਰਤੀ ਦਾ ਬਾਦਸ਼ਾਹ ਹੋ ਸਕਦਾ ਹੈ, ਪਰ ਪਾਤਸ਼ਾਹ ਉਹਦੇ ਲਈ ਕੋਈ ਸੀਮਾ ਨਹੀਂ ਹੈ। ਉਹ ਕੁੱਲ ਜਹਾਨ ਵਾਲੀਏ ਦੋ ਜਹਾਨ ਉਹਨੂੰ ਕਿਹਾ ਜਾਂਦਾ ਹੈ। ਉਹ ਸਰਵਰੇ ਕਾਇਨਾਤ ਦਾ ਮਾਲਕ, ਜਿਹਦੇ ਨਾਲ ਬੱਬੇ ਦੀ ਜਗ੍ਹਾ ਪੱਪਾ ਲੱਗ ਗਿਆ, ਪਾਤਸ਼ਾਹ ਆ ਗਿਆ। ਇਹਨੇ ਮੰਗ ਮੰਗੀ ਤੇ ਬਾਦਸ਼ਾਹ ਸਮਝ ਗਿਆ ਵੀ ਇਹਨੇ ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣਾ ਹੈ। ਬਾਦਸ਼ਾਹ ਕਹਿੰਦਾ, ਸਿੱਖਾ ਤੂੰ ਗਲਤ ਤੰਬੂ ਦੇ ਅੰਦਰ ਆ ਗਿਆ, ਤੂੰ ਇੱਥੇ ਨਹੀਂ ਸੀ ਆਉਣਾ, ਤੂੰ ਨਾਲ ਵਾਲੇ ਤੰਬੂ ਵਿੱਚ ਜਾਣਾ ਸੀ। ਇਹਨੇ ਆਖਿਆ ਤੂੰ ਗੁਰੂ ਹਰਗੋਬਿੰਦ ਸਾਹਿਬ ਨਹੀਂ? ਕਹਿੰਦਾ ਨਹੀਂ। ਵੇਖੋ ਉਸ ਸਿੱਖ ਦੀ ਜ਼ੁਰਤ। ਜਹਾਂਗੀਰ ਐਡਾ ਨਿਰਦਈ ਬਾਦਸ਼ਾਹ, ਉਹਦੇ ਅੱਗੇ ਰੱਖਿਆ ਟਕਾ, ਚੱਕ ਲਿਆ, ਚੱਕ ਕੇ ਜੇਬ 'ਚ ਪਾ ਲਿਆ। ਘਾਹ ਦੀ ਪੰਡ ਚੱਕ ਕੇ ਸਿਰ ਤੇ ਰੱਖ ਲਈ। ਉਹ ਕਹਿੰਦਾ ਕੀ ਹੋ ਗਿਆ? ਉਹ ਕਹਿੰਦਾ ਭਲਿਆ, ਸਿੱਖ ਕਹਿੰਦਾ ਭਲਿਆ, ਮੇਰੀਆਂ ਤਾਂ ਪੀੜ੍ਹੀਆਂ ਹੀ ਗਰਕ ਹੋ ਗਈਆਂ, ਮੈਂ ਤੇਰੇ ਅੱਗੇ ਸਿਰ ਝੁਕਾ ਬੈਠਾ, ਮੇਰੀਆਂ ਤਾਂ ਪੀੜ੍ਹੀਆਂ ਹੀ ਗਰਕ ਹੋ ਗਈਆਂ, ਮੈਂ ਤੇ ਗੁਰੂ ਦੇ ਅੱਗੇ ਪਾਤਸ਼ਾਹ, ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝੁਕਾਉਣਾ ਸੀ। ਬਾਦਸ਼ਾਹ ਕਹਿੰਦਾ ਖੜ, ਮੇਰੀ ਗੱਲ ਸੁਣ ਕੇ ਜਾਈ ਸਿੱਖਾ, ਮੇਰੀ ਗੱਲ ਸੁਣ। ਖੜ ਗਿਆ, ਪੰਡ ਸਿਰ ਤੇ ਆ ਘਾਹ ਦੀ। ਕਹਿੰਦਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ, ਇਹ ਟਕਾ ਇੱਥੇ ਰੱਖ ਦੇ ਮੇਰੇ ਅੱਗੇ, ਮੈਂ ਤੈਨੂੰ ਮੱਥਾ ਟੇਕਣ ਲਈ ਦੁਬਾਰਾ ਵੀ ਨਹੀਂ ਕਵਾਂਗਾ, ਪਰ ਜਿਹੜਾ ਟਕਾ ਤੂੰ ਮੇਰੇ ਅੱਗੇ, ਮੇਰਾ ਨਿਰਾਦਰ ਹੈ। ਬਾਦਸ਼ਾਹ ਕਹਿੰਦਾ ਮੇਰੀ ਤੌਹੀਨ ਹੈ ਕਿ ਮੇਰੇ ਅੱਗੇ ਟਕਾ ਰੱਖ ਕੇ ਤੂੰ ਵਾਪਸ ਲੈ ਕੇ ਚੱਲਿਆ। ਇਹ ਟਕਾ ਮੇਰੇ ਅੱਗੇ ਰੱਖ ਦੇ ਤੇ ਜੋ ਮੇਰੇ ਕੋਲੋਂ ਮੰਗੇਗਾ ਹੁਣੇ, ਬਾਦਸ਼ਾਹਤਾਂ, ਜ਼ਗੀਰਾਂ, ਜਾਇਦਾਦਾਂ, ਜੇ ਕਿਸੇ ਸੂਬੇ ਦੀ ਸੂਬੇਦਾਰੀ ਵੀ ਮੰਗਦਾ ਹੈ ਤੇ ਇੱਕ ਪਲ ਦੇ ਅੰਦਰ ਤੈਨੂੰ ਇੱਥੋਂ ਦੇ ਕੇ ਤੋਰਾਂਗਾ। ਤੇਰੇ ਘਰ ਜਾਣ ਤੋਂ ਪਹਿਲਾਂ ਤੇਰਾ ਘਰ ਸੋਨੇ, ਜਵਾਹਰਾਤ, ਹੀਰਿਆਂ ਦੇ ਨਾਲ ਭਰਿਆ ਪਿਆ ਹੋਏਗਾ। ਆ ਟਕਾ ਆਪਣੀ ਜੇਬ ਚੋਂ ਕੱਢ ਕੇ ਮੇਰੇ ਅੱਗੇ ਰੱਖ ਦੇ। ਆਪਣੇ ਅੰਦਰ ਝਾਤੀ ਮਾਰਿਓ, ਸੱਚਮੁੱਚ ਮੇਰੀਆਂ ਭੈਣਾਂ ਵੀ ਤੇ ਮੇਰੇ ਭਰਾ।
ਜੇ ਉਸ ਸਿੱਖ ਦੀ ਜਗ੍ਹਾ ਆਪਾਂ ਹੁੰਦੇ ਤੇ ਸੱਚ ਦਿਲ ਤੇ ਹੱਥ ਰੱਖ ਕੇ, ਤੇ 99% ਉਹ ਹੋਣਗੇ ਜਿਹੜੇ ਕਹਿਣਗੇ ਪੰਡ ਰੱਖ ਕੇ ਤੂੰ ਧਨ ਦੇ, ਮੈਂ ਫਿਰ ਗੁਰੂ ਕੋਲ ਜਾਣਾ, ਪਹਿਲਾਂ ਤੇਰੇ ਨਾਲ ਨਿਬੇੜ ਲਈਏ। ਇਹ ਸੱਚਾਈ ਹੈ ਕੋਈ ਲੁਕਾਉਣ ਵਾਲੀ। ਮੈਂ ਵੀ ਤੁਹਾਡੇ ਵਰਗਾ, ਮੈਂ ਤੁਹਾਡੇ ਨਾਲ ਹਾਂ। ਮੈਂ ਨਹੀਂ ਕਹਾਂਗਾ ਕਿ ਹਾਂ ਮੈਂ ਤੁਹਾਡੇ ਤੋਂ ਵੱਖਰਾ, ਫਰਕ ਹੈ ਮੈਂ ਇੱਥੇ ਬੈਠਾ ਤੁਸੀਂ ਉੱਥੇ ਬੈਠੇ ਹੋ ਬਸ। ਅੱਜ ਦਾ ਸਿੱਖ ਹੁੰਦਾ ਨਾ, ਉਹਨੇ ਕਹਿਣਾ ਸੀ ਪਹਿਲਾਂ ਇੱਧਰ ਗੱਲ ਕਰ, ਘਰ ਭਰ ਮੇਰਾ ਆ ਟਕਾ ਹੀ ਇੱਕ ਫੜ, ਟਕੇ ਬਦਲੇ ਪਤਾ ਨਹੀਂ ਕਿੰਨੇ ਕਰੋੜਾਂ ਮੈਨੂੰ ਮਿਲ ਜਾਣੇ ਆ, ਉਹਦੇ 'ਚੋਂ ਕੋਈ ਮੈਂ 5-7 ਹਜ਼ਾਰ ਗੁਰੂ ਦੇ ਅੱਗੇ ਰੱਖਾਂਗਾ, ਗੁਰੂ ਵੀ ਖੁਸ਼ ਵੀ ਮੈਂ ਵੀ ਖੁਸ਼ ਤੂੰ ਵੀ ਖੁਸ਼। ਕਹਿੰਦਾ ਟਕਾ ਮੇਰੇ ਅੱਗੇ ਰੱਖ ਦੇ, ਜੋ ਮੰਗੇਗਾ ਤੈਨੂੰ ਦੇਵਾਂਗਾ। ਉਹ ਕਹਿੰਦਾ ਬਾਦਸ਼ਾਹ ਕਿਹੜੀਆਂ ਗੱਲਾਂ ਕਰਦਾ ਪਿਆ, ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ, ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹਾਂ। ਜਦੋਂ ਮੈਂ ਘਰੋਂ ਚੱਲਿਆ ਸੀ ਘਾਹ ਦੀ ਪੰਡ ਵੱਢ ਕੇ ਸਿਰ ਤੇ ਰੱਖੀ ਸੀ, ਇਹ ਟਕਾ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਾਸਤੇ ਸੋਚ ਕੇ ਲੈ ਕੇ ਆਇਆ। ਇਹ ਹੁਣ ਭੇਟਾ ਵਿੱਚ ਜਾਏਗਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਹੀ ਜਾਏਗਾ। ਮੈਂ ਤੇਰੀਆਂ ਬਾਦਸ਼ਾਹਤਾਂ ਨੂੰ ਠੋਕਰ ਮਾਰਦਾ, ਇਹਨੇ ਆਖਿਆ। ਉਸ ਦਿਨ ਜਹਾਂਗੀਰ ਨੂੰ ਵੀ ਸਮਝ ਆ ਗਈ ਸੀ, ਸਮਝ ਆ ਗਈ ਸੀ ਉਹਨੂੰ ਵੀ ਇਹ ਉਹ ਕੌਮ ਹੈ ਜਿਹੜੀ ਕਦੇ ਖਤਮ ਨਹੀਂ ਹੋ ਸਕਦੀ, ਤੇ ਬਾਦਸ਼ਾਹਤਾਂ ਨੂੰ ਠੋਕਰ ਮਾਰਨ ਵਾਲੀ ਕੌਮ ਹੈ। ਬਾਦਸ਼ਾਹਤਾਂ ਇਹਨੇ ਟਕਾ ਚੱਕਿਆ, ਪਾ ਜੇਬ 'ਚ ਪਾਇਆ, ਖੜਾ ਸੀ ਬੰਡ ਚੱਕ ਕੇ, ਪਿੱਠ ਕਰ ਲਈ, ਮੂੰਹ ਘੁਮਾ ਲਿਆ ਉਸੇ ਵੇਲੇ ਬਾਦਸ਼ਾਹ ਦੇ ਵੱਲ। ਸਮੇਂ ਦੇ ਬਾਦਸ਼ਾਹ ਦੇ ਦਰਬਾਰ ਦਾ ਇੱਕ ਰੂਲ ਹੁੰਦਾ ਸੀ, ਧਿਆਨ ਨਾਲ ਸੁਣਿਓ, ਕਿ ਜੇ ਤੁਸੀਂ ਬਾਦਸ਼ਾਹ ਦੇ ਦਰਬਾਰ ਵਿੱਚ ਆਏ ਹੋ, ਸਿੱਧੇ ਆ ਗਏ ਉਹਦੇ ਵੱਲ ਮੂੰਹ ਕਰਕੇ, ਤੇ ਤੁਸੀਂ ਬਾਦਸ਼ਾਹ ਵੱਲ ਪਿੱਠ ਕਰਕੇ ਵਾਪਸ ਨਹੀਂ ਜਾ ਸਕਦੇ ਸੀ। ਇਹ ਰੂਲ ਹੁੰਦਾ ਸੀ ਬਾਦਸ਼ਾਹ ਦਾ। ਜੇ ਵਾਪਸ ਵੀ ਜਾਣਾ ਹੈ ਨਾ, ਤੇ ਸਿਰ ਤੁਹਾਡਾ ਚੁੱਕਿਆ ਹੋਵੇ ਤੇ ਹੱਥ ਐਦਾਂ ਕਰਦੇ ਕਰਦੇ ਪਿੱਛੇ ਨੂੰ ਮੁੜ ਕੇ ਜਾਣਾ, ਤੁਸੀਂ ਬਾਦਸ਼ਾਹ ਵੱਲ ਪਿੱਠ ਵੀ ਨਹੀਂ ਕਰ ਸਕਦੇ ਸੀ। ਤੇ ਸਿੱਖ ਕਿੱਡੇ ਵੱਡੇ ਬਾਦਸ਼ਾਹ ਨੇ, ਪਾਤਸ਼ਾਹ ਦੇ ਸਿੱਖ ਜੋ ਹੋਏ। ਇਹਨੇ ਘਾਹ ਦੀ ਪੰਡ ਰੱਖੀ ਸਿਰ ਤੇ, ਟਕਾ ਜਿਹੜਾ ਜੇਬ ਸੀ, ਤੇ ਪਿੱਠ ਕਰ ਲਈ ਉਸੇ ਵੇਲੇ ਬਾਦਸ਼ਾਹ ਵੱਲ। ਕਹਿੰਦਾ ਜਾ ਤੂੰ ਆਪਣਾ ਕੰਮ ਕਰ, ਮੈਂ ਤੇ ਸੱਚੇ ਪਾਤਸ਼ਾਹ ਦੇ ਦਰ ਤੇ ਚੱਲਿਆ। ਉਹ ਤੰਬੂ ਚੋਂ ਬਾਹਰ ਨਿਕਲਿਆ, ਨਾਲ ਦੇ ਤੰਬੂ ਵਿੱਚ ਸਿੱਖ ਬਾਹਰ ਖੜੇ ਨੇ। ਕਹਿੰਦਾ ਸੱਚੇ ਪਾਤਸ਼ਾਹ ਇੱਥੇ ਹੀ ਨੇ? ਸਿੱਖ ਕਹਿੰਦੇ ਇੱਥੇ ਹੀ ਨੇ। ਚਲਾ ਗਿਆ ਅੰਦਰ, ਘਾਹ ਦੀ ਪੰਡ ਰੱਖੀ, ਇਹ ਭੇਟਾ ਹੈ ਘਾਹ ਦੀ ਪੰਡ। ਘਾਹ ਦੀ ਪੰਡ ਜਿਹੜੀ ਉਹ ਭੇਟ ਹੈ, ਜਿਹੜੀ ਲਾਲ ਲੈ ਕੇ ਆਇਆ। ਸਿਰਫ ਰੁਮਾਲਾ ਹੀ ਭੇਟ ਨਹੀਂ ਹੈ ਜਿਹੜੀ ਅਸੀਂ ਅੱਜ ਵੱਧ ਤੋਂ ਵੱਧ ਭੇਟਾ ਸਮਝਣ ਲੱਗ ਪਏ ਹਾਂ। ਸਿੱਖ ਦੇ ਮਨ ਦੇ ਅੰਦਰਲੀ ਭਾਵਨਾ ਹੋਣੀ ਚਾਹੀਦੀ, ਉਹ ਜੋ ਵੀ ਭੇਟ ਲੈ ਕੇ ਆਏਗਾ ਉਹ ਪ੍ਰਵਾਨ ਹੈ, ਬਸ ਗੁਰਮਤਿ ਦੇ ਅਨੁਕੂਲ ਹੋਵੇ। ਭੇਟ ਗੁਰਮਤਿ ਦੇ ਅਨੁਕੂਲ ਹੋਵੇ। ਤੁਸੀਂ ਚੀਜ਼ ਹੀ ਉਹ ਲਿਆ ਕੇ ਭੇਟਾ ਕਰਨ ਲੱਗ ਪਓ ਜਿਹੜੀ ਗੁਰਮਤਿ ਦੇ ਅਨੁਸਾਰ ਨਾ ਹੋਵੋ, ਫਿਰ ਕਹੋ ਜੀ ਪ੍ਰਬੰਧਕ ਸਾਡੇ ਗੱਲ ਪੈ ਗਏ, ਭਾਈ ਸਾਹਿਬ ਤਾਂ ਕਹਿ ਕੇ ਗਏ ਸਨ ਵੀ ਜਿਹੜੀ ਵੀ ਲਿਆਓਗੇ ਪ੍ਰਵਾਨ ਹੈ। ਇਹ ਜ਼ਰੂਰ ਹੈ, ਇਹ ਸਮਝਣਾ ਪਏਗਾ। ਇਹਨੇ ਘਾਹ ਦੀ ਪੰਡ ਰੱਖੀ, ਉਹ ਟਕਾ ਜੇਬ ਚੋਂ ਕੱਢਿਆ, ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖ ਕੇ, ਚਰਨਾਂ ਤੇ ਸਿਰ ਰੱਖ ਕੇ, ਹੱਥ ਜੋੜ ਕੇ, ਮੂੰਹ ਉੱਪਰ ਕਰਕੇ, ਸਤਿਗੁਰਾਂ ਦੇ ਦੀਦਾਰ ਕਰਕੇ ਕਹਿੰਦਾ ਬਾਦਸ਼ਾਹ ਅੱਜ ਤੇਰਾ ਸਿੱਖ ਭੁੱਲ ਗਿਆ, ਭਟਕ ਗਿਆ। ਬਾਦਸ਼ਾਹ ਅੱਜ ਤੇਰਾ ਸਿੱਖ ਜਿਹੜਾ ਹਮੇਸ਼ਾ ਜਿਹਦਾ ਸਿਰ ਪਾਤਸ਼ਾਹ ਦੇ ਅੱਗੇ ਝੁਕਦਾ ਹੈ, ਗੁਰੂ ਨਾਨਕ ਦੇ ਦਰ ਤੋਂ ਬਿਨਾਂ ਕਿਸੇ ਦੇ ਅੱਗੇ ਝੁਕਦਾ ਨਹੀਂ, ਅੱਜ ਉਸ ਦਾ ਸਿਰ ਇਸ ਦੁਨਿਆਵੀ ਬਾਦਸ਼ਾਹ ਦੇ ਅੱਗੇ ਝੁਕ ਗਿਆ। ਗੁਨਾਹ ਜਾਂਦਿਆਂ ਹੀ ਕਬੂਲ ਕਰ ਲਿਆ। ਫਰਕ ਹੈ, ਮੈਂ ਹੁੰਦਾ ਤੇ ਮੈਂ ਜਾ ਕੇ ਵਡਿਆਈ ਕਰਨੀ ਸੀ ਉਹਦੀ, ਪਾਤਸ਼ਾਹ ਵੇਖੋ ਮੇਰੇ ਵੱਲ, ਮੈਨੂੰ ਜਦੋਂ ਪਤਾ ਲੱਗਾ ਉਹ ਜਹਾਂਗੀਰ, ਮੈਂ ਉਹਦੇ ਕੋਲ ਟਕਾ ਚੱਕ ਕੇ ਲੈ ਆਇਆ। ਦੋਵਾਂ ਗੱਲਾਂ ਵਿੱਚ ਫਰਕ ਹੈ, ਗੱਲ ਕਰਨ ਦਾ ਤਰੀਕੇ ਵਿੱਚ ਫਰਕ ਹੈ। ਜੇ ਉਹ ਕਹਿੰਦਾ ਮੈਂ ਅੱਗੋਂ ਟਕਾ ਚੱਕ ਕੇ ਲੈ ਆਇਆ, ਇਹ ਹਉਮੈ ਸੀ। ਉਹ ਕਹਿੰਦਾ ਬਾਦਸ਼ਾਹ ਮੈਂ ਭੁੱਲ ਗਿਆ, ਤੁਹਾਡੀ ਲਿਆਂਦੀ ਭੇਟਾ ਮੈਂ ਬਾਦਸ਼ਾਹ ਦੇ ਅੱਗੇ ਰੱਖ ਕੇ ਉਹਦੇ ਅੱਗੇ ਸਿਰ ਝੁਕਾ ਬੈਠਾ। ਬਾਦਸ਼ਾਹ ਮੈਂ ਬੜਾ ਵੱਡਾ ਗੁਨਾਹ ਕਰ ਬੈਠਾ। ਇਹ ਸਿਰ ਜਿਹੜਾ ਕਦੇ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕਿਤੇ ਝੁਕਿਆ ਹੀ ਨਹੀਂ, ਇਹ ਅੱਜ ਇੱਕ ਦੁਨਿਆਵੀ ਬਾਦਸ਼ਾਹ ਦੇ ਅੱਗੇ ਝੁਕ ਗਿਆ। ਬਾਦਸ਼ਾਹ ਪਹਿਲਾਂ ਤੇ ਇਹ ਗੁਨਾਹ ਦੀ ਮਾਫੀ ਮੈਨੂੰ ਬਖਸ਼ੋ। ਤੇ ਗੁਰੂ ਤੇ ਸਦਾ ਬਖਸ਼ਦਾ ਹੀ ਹੈ ਭਲਿਓ। ਕਦੇ ਵੇਖਿਆ ਇਹੋ ਜਿਹਾ ਸਮਾਂ ਆਇਆ ਹੋਵੇ ਗੁਰੂ ਨੇ ਕਿਸੇ ਨੂੰ ਬਖਸ਼ਿਆ ਨਾ ਹੋਵੇ? ਇਹ ਤੇ ਹੋ ਹੀ ਨਹੀਂ ਸਕਦਾ। ਬਸ ਅਸੀਂ ਗੁਰੂ ਦੇ ਦਰ ਤੇ ਪਹੁੰਚੀਏ, ਸਹੀ ਆਪਣੀ ਭਾਵਨਾ ਲੈ ਕੇ, ਪ੍ਰੇਮ ਲੈ ਕੇ ਪਹੁੰਚੀਏ, ਗੁਰੂ ਬਖਸ਼ਦਾ ਹੈ ਤੇ ਹਰ ਵੇਲੇ ਬਖਸ਼ਦਾ ਹੈ। ਉਹ ਭਾਵੇਂ ਸਿੱਖ ਕਿਸੇ ਵੀ ਰੂਪ ਦੇ ਅੰਦਰ ਆਵੇ, ਕਿਸੇ ਵੀ ਤਰੀਕੇ ਵਿੱਚ ਆਵੇ। ਮੈਂ ਇੱਕ ਸਾਖੀ ਵੀ ਸਾਂਝੀ ਕਰਦਾ ਜਾਵਾਂ, ਸਮਾਂ ਜੇ ਹੈ ਆਪਣੇ ਕੋਲ ਥੋੜਾ ਜਿਹਾ। ਇੱਕ ਮੁਸਲਮਾਨ ਫਕੀਰ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਹੀ ਹੈ। ਇਹ ਮਊ ਦਾ ਰਹਿਣ ਵਾਲਾ ਸੀ,
ਅੱਜ ਦੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ। ਫਿਲੌਰ ਦੇ ਕੋਲ ਇਹ ਪਿੰਡ ਮਊ, ਉੱਥੋਂ ਦਾ ਰਹਿਣ ਵਾਲਾ ਤੇ ਪਰਮਾਤਮਾ ਦਾ, ਖੁਦਾ ਦਾ ਬੜਾ ਭਗਤ ਸੀ, ਬੰਦਗੀ ਕਰਨ ਵਾਲਾ ਸੀ। ਮਨ ਦੇ ਅੰਦਰ ਇੱਕ ਚਾਹਨਾ ਸੀ, ਮੈਨੂੰ ਖੁਦਾ ਮਿਲ ਜਾਏ। ਇਹਦਾ ਨਾਮ ਹੈ ਜਾਨੀ, ਫਕੀਰ ਦਾ ਨਾਮ ਹੈ ਜਾਨੀ। ਬੜਾ ਭਟਕਦਾ, ਕਦੇ ਕਿਸੇ ਕੋਲ ਜਾ ਰਿਹਾ, ਕਦੇ ਕਿਸੇ ਕੋਲ ਜਾ ਰਿਹਾ ਹੈ, ਪਰ ਖੁਦਾ ਨਹੀਂ ਮਿਲ ਰਿਹਾ ਕਿਸੇ ਤੋਂ ਵੀ। ਕਹਿੰਦੇ ਇੱਕ ਸਿੱਖ ਇਹਨੂੰ ਮਿਲਿਆ, ਇਹਨੇ ਸਿੱਖ ਦੇ ਅੱਗੇ ਆਪਣੇ ਦਿਲ ਦੀ ਪੀੜਾ ਰੱਖੀ ਕਿ ਮੈਂ ਖੁਦਾ ਨੂੰ ਲੱਭਦਾ ਤੇ ਮੈਨੂੰ ਖੁਦਾ ਨਹੀਂ ਮਿਲ ਰਿਹਾ, ਤੇ ਖੁਦਾ ਨੂੰ ਲੱਭਣ ਦੇ ਵਾਸਤੇ ਮੈਂ ਪਤਾ ਨਹੀਂ ਕਿੱਥੇ ਕਿੱਥੇ ਜਾ ਰਿਹਾ, ਪਰ ਕਿਤੋਂ ਵੀ ਸਫਲ ਨਹੀਂ ਹੋਇਆ। ਸਿੱਖ ਨੇ ਆਖਿਆ, ਭਲਿਆ ਜੇ ਖੁਦਾ ਨੂੰ ਲੱਭਣਾ ਹੈ ਤੇ ਖੁਦਾ ਦੇ ਕੋਲ ਜਾ, ਫਿਰ ਕਿਸੇ ਹੋਰ ਕੋਲ ਕਿਉਂ ਜਾਣਾ ਹੈ? ਜੇ ਖੁਦਾ ਨੂੰ ਲੱਭਣਾ ਹੈ ਖੁਦਾ ਕੋਲ ਜਾ। ਕਹਿੰਦਾ ਸਮਝਿਆ ਨਹੀਂ ਮੈਂ, ਤੂੰ ਕੀ ਕਹਿਣਾ ਚਾਹੁੰਦਾ? ਕਹਿੰਦਾ ਮੈਂ ਤੈਨੂੰ ਖੁਦਾ ਦੇ ਕੋਲ ਹੀ ਭੇਜਾਂਗਾ, ਜਿੱਥੇ ਜਾ ਕੇ ਤੈਨੂੰ ਸੱਚਮੁੱਚ ਹੀ ਖੁਦਾ ਮਿਲ ਜਾਏਗਾ। ਤੂੰ ਜਾ ਕਰਤਾਰਪੁਰ ਦੀ ਧਰਤੀ ਤੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਜੇ ਤੂੰ ਖੁਦਾ ਨਾਲ ਮਿਲਣਾ ਚਾਹੁੰਦਾ ਹੈ ਤੇ ਜਾ ਕੇ ਉਹਨਾਂ ਨੂੰ ਮਿਲ, ਉਹ ਖੁਦ ਖੁਦਾ ਦਾ ਰੂਪ ਨੇ, ਤੇਰੇ ਨਾਲ ਇੱਕ ਮਿੱਕ ਹੋ ਜਾਣਗੇ, ਜਾ। ਇਹ ਚੱਲ ਪਿਆ ਪੈਦਲ, ਫਿਲੌਰ ਤੋਂ ਕਰਤਾਰਪੁਰ, ਜਲੰਧਰ ਲੰਘ ਕੇ ਅੱਗੇ ਕਰਤਾਰਪੁਰ ਆਉਂਦਾ ਜਿਹੜਾ, ਪੈਦਲ ਚੱਲ ਪਿਆ। ਹੁਣ ਧਿਆਨ ਨਾਲ ਸੁਣਿਓ, ਨਾਮ ਹੈ ਇਹਦਾ ਜਾਨੀ। ਪਿਆਰ ਬੜਾ ਮਨ ਦੇ ਅੰਦਰ, ਭਾਵਨਾ ਬੜੀ ਮਨ ਦੇ ਅੰਦਰ। ਤੇ ਪਤਾ ਕੀ ਕਹਿੰਦਾ ਜਾ ਰਿਹਾ ਹੈ? ਧਿਆਨ ਨਾਲ ਸੁਣਿਓ। ਰਸਤੇ ਵਿੱਚ ਉੱਚੀ ਆਵਾਜ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਵੱਲ ਜਾ ਰਿਹਾ ਤੇ ਉੱਚੀ ਆਵਾਜ਼ ਵਿੱਚ ਗਾਉਂਦਾ ਜਾ ਰਿਹਾ ਹੈ। ਗਾਉਂਦਾ ਕੀ ਹੈ? ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਅਰਥ ਸਮਝ ਰਹੇ ਜੇ? ਕਿ ਜਾਨੀ ਕੋ, ਉਹਦਾ ਨਾਂ ਲੈ ਰਿਹਾ ਹੈ, ਜਾਨੀ ਕੋ ਜਾਨੀ ਸੇ ਮਿਲਾ ਦੋ। ਉਸ ਜਾਨੀ, ਜਾਨੀ ਦਾ ਅਰਥ ਹੁੰਦਾ ਜਾਨ ਤੋਂ ਪਿਆਰਾ ਹੋਵੇ, ਜਿਹੜਾ ਆਪਣੀ ਜਾਨ ਤੋਂ ਪਿਆਰਾ ਹੈ। ਖੁਦਾ ਨੂੰ, ਵਾਹਿਗੁਰੂ ਰੱਬ ਨੂੰ ਕਿਹਾ ਜਾਂਦਾ ਹੈ ਜਾਨੀ। ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਸਾਰੇ ਰਾਹ ਆਵਾਜ਼ਾਂ ਦਿੰਦਾ ਜਾ ਰਿਹਾ ਹੈ। ਚੱਲਦਾ ਚੱਲਦਾ ਦੂਜੇ ਦਿਨ ਕਰਤਾਰਪੁਰ ਪਹੁੰਚਿਆ। ਸਿੱਖ ਬਾਹਰ ਖੜੇ ਨੇ, ਪੁੱਛਿਆ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਇਹੀ ਟਿਕਾਣਾ? ਕਹਿੰਦੇ ਇਹੀ ਹੈ। ਕਹਿੰਦੇ ਖੜ, ਤੇਰੀ ਵਾਰੀ ਜਦੋਂ ਆਏਗੀ ਉਦੋਂ ਦੀਦਾਰ ਹੋਣਗੇ। ਅੰਦਰ ਬੈਠੇ ਨੇ ਗੁਰੂ ਪਾਤਸ਼ਾਹ, ਬਾਹਰ ਆਵਾਜ਼ਾਂ ਦੇ ਰਿਹਾ ਬੜੀ ਉੱਚੀ ਆਵਾਜ਼ ਵਿੱਚ, ਤੇ ਆਵਾਜ਼ ਉਹੀ ਹੈ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ। ਆਵਾਜ਼ ਅੰਦਰ ਗਈ, ਗੁਰੂ ਸਾਹਿਬ ਅੰਤਰਜਾਮੀ ਜਾਣ ਗਏ। ਕਹਿੰਦੇ ਉਹ ਜਿਹੜਾ ਸਿੱਖ ਆ ਰਿਹਾ ਹੈ ਨਾ, ਉਹ ਜਿਹੜਾ ਫਕੀਰ ਆ ਰਿਹਾ ਹੈ, ਜਦੋਂ ਉਹਦੀ ਵਾਰੀ ਆਏਗੀ, ਦਰਵਾਜ਼ੇ ਕੋਲ ਆਏਗਾ, ਉਹਨੂੰ ਅੰਦਰ ਨਹੀਂ ਆਉਣ ਦੇਣਾ, ਦਰਵਾਜ਼ੇ ਬੰਦ ਕਰ ਲੈਣੇ, ਉਹਨੂੰ ਅੰਦਰ ਨਹੀਂ ਆਉਣ ਦੇਣਾ। ਇਹਦੀ ਵਾਰੀ ਆਈ, ਦਰਵਾਜ਼ੇ ਕੋਲ ਖੜਾ ਆਵਾਜ਼ਾਂ ਦੇ ਰਿਹਾ ਹੈ, ਜਾਨੀ ਕੋ ਜਾਨੀ ਸੇ ਮਿਲਾ ਲੋ। ਵਾਰੀ ਆਈ ਤੇ ਸਿੱਖਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਕਹਿੰਦਾ ਭਲਿਓ ਕੀ ਹੋਇਆ? ਕਹਿੰਦੇ ਗੁਰੂ ਦਾ ਹੁਕਮ ਹੈ ਕਿ ਜਾਨੀ ਨੂੰ ਦਰਸ਼ਨ ਨਹੀਂ ਦੇਣੇ। ਸੁਣਿਓ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਜਾਨੀ ਨੂੰ ਦੀਦਾਰ ਨਹੀਂ ਦੇਣੇ। ਜਾਨੀ ਬੜਾ ਉਦਾਸ ਹੋਇਆ। ਇਹ ਕੀ ਬਣ ਗਿਆ ਵੀ ਮੈਂ ਜਿਸ ਕੰਮ ਵਾਸਤੇ ਆਇਆ ਸੀ ਇਹ ਤੇ ਉਲਟ ਹੋ ਗਿਆ, ਬਿਲਕੁਲ ਹੀ ਵੱਖਰਾ ਹੋ ਗਿਆ। ਕਹਿੰਦੇ ਜ਼ੋਰ ਨਹੀਂ ਲਾਇਆ, ਕੁਝ ਜ਼ਿਆਦਾ ਨਹੀਂ ਬੋਲਿਆ, ਤੇ ਦਰਵਾਜ਼ੇ ਤੋਂ ਕੁਝ ਹਟ ਕੇ ਨਾ, ਕੁਝ ਥੋੜਾ ਜਿਹਾ ਪਾਸੇ ਹੋ ਕੇ ਚੌਂਕੜਾ ਮਾਰ ਕੇ ਬੈਠ ਗਿਆ। ਚੌਂਕੜਾ ਮਾਰ ਕੇ ਬੈਠਾ। ਸਿੱਖਾਂ ਨੇ ਫਿਰ ਦਰਵਾਜ਼ਾ ਖੋਲ੍ਹਤਾ। ਸਿੱਖ ਆ ਰਹੇ ਨੇ, ਦਰਸ਼ਨ ਕਰਕੇ ਜਾ ਰਹੇ ਨੇ। ਇਹਨੂੰ ਨਹੀਂ ਬੁਲਾਇਆ, ਪਰ ਦਰਵਾਜ਼ੇ, ਵਾਹਿਗੁਰੂ ਕੰਧ ਵੱਲ, ਜਿੱਧਰ ਗੁਰੂ ਸਾਹਿਬ ਬੈਠੇ ਨੇ ਨਾ, ਉਸ ਕੰਧ ਵੱਲ ਮੂੰਹ ਕਰਕੇ ਬੈਠਾ ਤੇ ਫਿਰ ਬੋਲ ਇਹੀ ਬੋਲ ਰਿਹਾ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਜਾਨੀ ਕੋ ਜਾਨੀ ਸੇ ਮਿਲਾ ਦੋ। ਕਹਿੰਦੇ ਸਾਰਾ ਦਿਨ ਨਿਕਲ ਗਿਆ, ਸਾਰੀ ਰਾਤ ਨਿਕਲ ਗਈ, ਦਿਨ ਚੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਮੇਰੇ ਪਾਤਸ਼ਾਹ ਨੇ ਪੁੱਛਿਆ, ਕਹਿੰਦੇ ਜਾਨੀ ਬੈਠਾ ਹੈ ਬਾਹਰ? ਸਿੱਖ ਕਹਿੰਦੇ ਪਾਤਸ਼ਾਹ ਬੈਠਾ, ਤੁਸੀਂ ਬੈਠਣ ਦੀ ਗੱਲ ਕਰਦੇ ਹੋ? ਉਹ ਤੇ ਸਾਰੀ ਰਾਤ ਇੱਕੋ ਬੋਲ ਉਹਦੀ ਜ਼ੁਬਾਨ ਤੇ, ਜਾਨੀ ਕੋ ਜਾਨੀ ਸੇ ਮਿਲਾ ਦੋ। ਮੇਰੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਸਿੱਖੋ, ਅੱਜ ਜਿੰਨਾ ਵੀ ਘਰ ਦਾ ਕੂੜਾ ਇਕੱਠਾ ਕਰਨਾ ਹੈ ਨਾ, ਉਹ ਸਾਰਾ ਕੰਧ ਦੇ ਉੱਪਰ, ਉਸ ਜਾਨੀ ਦੇ ਉੱਪਰ ਸੱਟ ਦਿਆ ਜੇ। ਵੇਖੋ, ਇਹ ਕੋਈ ਆਮ ਜੀ ਗੱਲ ਨਹੀਂ ਸੀ। ਕਹਿੰਦੇ ਸਾਰਾ ਕੂੜਾ ਜਿਹੜਾ ਇਕੱਠਾ ਕੀਤਾ, ਉਹ ਜਾਨੀ ਦੇ ਉੱਪਰ, ਕੰਧ ਦੇ ਉੱਪਰੋਂ ਜਾਨੀ ਤੇ ਸੱਟ ਦਿੱਤਾ ਗਿਆ। ਤੇ ਕੋਈ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਅਸੀਂ ਇਹੋ ਜਿਹੇ ਗੁਰੂ ਤੋਂ ਕੀ ਲੈਣਾ। ਸਾਡੀ ਤੇ ਹਾਲਤ ਬਣ ਗਈ, ਜੇ ਸਾਨੂੰ ਗੁਰਦੁਆਰਿਓਂ ਸਰੋਪਾ ਨਾ ਮਿਲੇ ਤੇ ਅਸੀਂ ਉਹ ਗੁਰਦੁਆਰਾ ਹੀ ਛੱਡ ਦਿੰਦੇ ਹਾਂ। ਇਹ ਬੜੀ ਵੱਡੀ ਸੱਚਾਈ ਹੈ ਸਿੱਖ ਦੀ, ਅੱਜ ਦੇ ਸਿੱਖ ਦੀ।
ਲੈ ਮੈਨੂੰ ਤੇ ਨਾ ਸਰੋਪਾ ਵੀ ਨਹੀਂ ਦਿੱਤਾ, ਲੈ ਮੈਂ ਇੱਕ ਸਰੋਪੇ ਦੇ ਕਾਬਲ ਵੀ ਨਹੀਂ ਸੀ, ਲੈ ਮੈਨੂੰ ਇਹਨਾਂ ਨੇ 2.25 ਮੀਟਰ 2.5 ਮੀਟਰ ਕੱਪੜਾ ਵੀ ਨਹੀਂ ਦਿੱਤਾ ਇਹਨਾਂ ਨੇ। ਅਸੀਂ ਗੁਰਦੁਆਰਾ ਹੀ ਛੱਡ ਕੇ ਚਲੇ ਜਾਂਦੇ ਹਾਂ। ਇਹਦੇ ਤੇ ਕੂੜਾ ਸੱਟਿਆ ਤੇ ਹੱਸ ਪਿਆ, ਜ਼ੋਰ ਦੀ ਹੱਸਿਆ, ਖਿੜਖੜਾ ਕੇ ਹੱਸਿਆ। ਸਿੱਖ ਕਹਿੰਦੇ ਹੱਸਦਾ ਕਿਉਂ ਪਿਆ? ਕਹਿੰਦੇ ਹੱਸਿਆ ਇਸ ਵਾਸਤੇ ਕਿ ਜਿਹੜੀ ਪਹਿਲੀ ਪ੍ਰੀਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਪਾਈ, ਮੈਂ ਉਹਦੇ ਚੋਂ ਪਾਸ ਹੋ ਗਿਆ, ਤਾਂ ਹੀ ਅਗਲੀ ਪਈ ਹੈ ਨਾ। ਪਹਿਲੀ ਚੋਂ ਸਫਲ ਹੋ ਗਿਆ ਮੈਂ, ਤਾਂ ਹੀ ਗੁਰੂ ਸਾਹਿਬ ਨੇ ਅਗਲੀ ਪ੍ਰੀਖਿਆ ਪਾ ਦਿੱਤੀ। ਤੇ ਹੱਸਦਾ ਹੱਸਦਾ ਫਿਰ ਉੱਚੀ ਆਵਾਜ਼ ਵਿੱਚ ਕਹਿ ਰਿਹਾ ਹੈ, ਪਾਤਸ਼ਾਹ ਜਾਨੀ ਕੋ ਜਾਨੀ ਸੇ ਮਿਲਾ ਦੋ। ਸਾਰਾ ਦਿਨ ਬੈਠਾ ਰਿਹਾ, ਰਾਤ ਫਿਰ ਬੈਠਾ ਰਿਹਾ, ਦਰਸ਼ਨ ਨਹੀਂ ਦਿੱਤੇ। ਅਗਲਾ ਦਿਨ ਚੜਿਆ, ਕਹਿੰਦੇ ਬੈਠਾ ਹੈ? ਕਹਿੰਦੇ ਜੀ ਬੈਠਾ ਹੈ। ਕਹਿੰਦੇ ਇਹਦੇ ਆਸੇ ਪਾਸੇ ਕੰਧ ਕਰ ਦਿਓ ਨਾ, ਇਹਨੂੰ ਆਉਂਦਾ ਜਾਂਦਾ ਬਣਾ ਨਜ਼ਰ ਆਏ। ਕੋਈ ਕੰਧ ਕਰ ਦਿੱਤੀ, ਜਿੰਨਾ ਬੈਠਾ ਸੀ ਉਹ ਤੋਂ ਥੋੜ੍ਹੀ ਜਿਹੀ ਉੱਚੀ ਕਰਕੇ, ਜਿਵੇਂ ਮੈਂ ਬੈਠਾ ਇੰਨੀ ਉੱਚੀ ਕੰਧ ਕਰ ਦਿੱਤੀ ਵੀ ਆਸੇ ਪਾਸੇ ਕੁਝ ਨਜ਼ਰ ਨਾ ਆਵੇ, ਸੰਸਾਰ ਤੋਂ ਤੋੜ ਦਿਓ। ਜਦੋਂ ਕੰਧ ਉਸਰਨ ਲੱਗੀ ਨਾ, ਕੰਧ ਦੀ ਉਸਾਰੀ ਸ਼ੁਰੂ ਹੋਈ, ਤੇ ਫਿਰ ਹੱਸ ਕੇ ਕਹਿੰਦਾ, ਲਓ ਸਿੱਖੋ ਮੈਂ ਦੂਜੇ ਪਰਚੇ 'ਚੋਂ ਵੀ ਸਫਲ ਹੋ ਗਿਆ, ਤਾਂ ਹੀ ਅਗਲਾ ਪਰਚਾ ਪਾਇਆ। ਮੈਂ ਹੁਣ ਨੇੜੇ ਆ, ਕਹਿੰਦਾ ਜੋ ਚੀਜ਼ ਮੰਗਣ ਆਇਆ ਨਾ ਉਹਦੇ ਬਿਲਕੁਲ ਨੇੜੇ ਆ, ਕਿਉਂਕਿ ਮੈਂ ਸਫਲ ਹੁੰਦਾ ਜਾ ਰਿਹਾ ਤੇ ਗੁਰੂ ਪਰਚੇ ਪਾਉਂਦਾ ਜਾ ਰਿਹਾ, ਮੈਂ ਉਹਨਾਂ ਪਰਚਿਆਂ 'ਚੋਂ ਸਫਲ ਹੁੰਦਾ ਜਾ ਰਿਹਾ। ਕੰਧ ਕਰਤੀ, ਆਵਾਜ਼ ਨਹੀਂ ਛੱਡੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਤੀਜਾ ਦਿਨ ਚੜ ਗਿਆ, ਅਗਲਾ ਦਿਨ ਸੱਚੇ ਪਾਤਸ਼ਾਹ ਕਹਿੰਦੇ ਬੈਠਾ ਹੈ? ਕਹਿੰਦੇ ਜੀ ਬੈਠਾ ਹੈ। ਕਹਿੰਦੇ ਜਾਓ ਜਾ ਕੇ ਉਹਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਤੈਨੂੰ, ਜੇ ਜਾਨੀ ਨੂੰ ਮਿਲਣਾ ਹੈ, ਖੁਦਾ ਨੂੰ ਮਿਲਣਾ ਹੈ, ਤੇ ਜਾ ਜਾ ਕੇ ਦਰਿਆ ਬਿਆਸ ਵਿੱਚ ਛਾਲ ਮਾਰ ਕੇ ਮਰ ਜਾ, ਤੈਨੂੰ ਤਾਂ ਖੁਦਾ ਮਿਲੇਗਾ। ਬਿਆਸ ਦਰਿਆ ਨੇੜੇ ਹੀ ਹੈ ਨਾ ਉੱਥੋਂ। ਸਿੱਖ ਬੜੇ ਹੈਰਾਨ, ਤੇ ਜਾ ਕੇ, ਕੋਈ ਗੁਰੂ ਦਾ ਹੁਕਮ ਹੈ, ਜਾ ਕੇ ਜਾਨੀ ਦੇ ਕੰਨ ਵਿੱਚ ਕਹਿੰਦੇ, ਜਾਨੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਕਿ ਖੁਦਾ ਨੂੰ ਮਿਲਣਾ ਹੈ? ਕਹਿੰਦਾ ਹਾਂ ਜਾਨੀ ਨੂੰ ਮਿਲਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇ ਉਸ ਜਾਨੀ ਨੂੰ ਮਿਲਣਾ ਹੈ ਤੇ ਇਸ ਜਾਨੀ ਨੂੰ ਆਖੋ ਦਰਿਆ ਵਿੱਚ ਛਾਲ ਮਾਰ ਜਾ ਕੇ ਮਰ ਜਾ, ਤੈਨੂੰ ਤਾਂ ਖੁਦਾ ਮਿਲੇਗਾ। ਕਹਿੰਦਾ ਸੱਚੀ? ਕਹਿੰਦੇ ਹਾਂ। ਛਾਲ ਮਾਰ ਕੇ ਕੰਧ ਟੱਪ ਕੇ ਤੇ ਦੌੜ ਪਿਆ ਸ਼ਹਿਰੋਂ ਬਾਹਰ। ਗੁਰੂ ਸਾਹਿਬ ਖੜੇ ਉੱਪਰ ਦੇਖ ਰਹੇ ਨੇ ਹੁਣ ਇਹਨੂੰ, ਦੌੜ ਪਿਆ ਸ਼ਹਿਰੋਂ ਬਾਹਰ, ਦੌੜਦਾ ਜਾ ਰਿਹਾ, ਪਿੱਛੇ ਨਹੀਂ ਮੁੜ ਕੇ ਦੇਖਦਾ। ਅਗਲੇ ਪਹਿਲੇ ਬੋਲ ਸਨ ਜਾਨੀ ਕੋ ਜਾਨੀ ਸੇ ਮਿਲਾ ਦੋ, ਤੇ ਹੁਣ ਦੌੜਦਾ ਜਾਂਦਾ ਕਹਿ ਰਿਹਾ ਹੈ ਹੁਣ ਜਾਨੀ ਕੋ ਜਾਨੀ ਮਿਲੇਗਾ ਜ਼ਰੂਰ। ਕਿਉਂਕਿ ਬੋਲ ਕਿਹਦੇ ਨੇ? ਗੁਰੂ ਹਰਗੋਬਿੰਦ ਸਾਹਿਬ ਦੇ। ਗੁਰੂ ਸਾਹਿਬ ਨੇ ਵੇਖਿਆ, ਇੱਕ ਸਿੱਖ ਨੂੰ ਆਖਿਆ ਜਾਓ, 2 ਸਿੱਖ ਨਾਲ ਲੈ ਘੋੜਿਆਂ ਤੇ ਜਾਓ ਤੇ ਇਹਨੂੰ ਵਾਪਸ ਲੈ ਕੇ ਆਓ, ਫੜ ਕੇ ਲਿਆਓ ਇਹਨੂੰ। ਕਹਿੰਦੇ ਫੜ ਕੇ ਲਿਆਂਦਾ। ਜਦੋਂ ਕੋਲ ਪਹੁੰਚੇ ਨਾ ਘੋੜਿਆਂ ਤੇ ਸਿੱਖ ਇਹਦੇ ਕੋਲ, ਇਹਨੂੰ ਜਾ ਕੇ ਕਹਿੰਦੇ ਭਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾਇਆ। ਕਹਿੰਦਾ ਮੈਂ ਨਹੀਂ ਜਾਂਦਾ ਹੁਣ ਵਾਪਸ। ਦੇਖੋ ਭਾਵਨਾ ਤੇ ਪਿਆਰ ਕਿੰਨਾ ਹੈ, ਵਿਸ਼ਵਾਸ ਕਿੰਨਾ ਹੈ। ਕਹਿੰਦਾ ਮੈਂ ਨਹੀਂ ਜਾਂਦਾ ਵਾਪਸ। ਕਹਿੰਦੇ ਕਿਉਂ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ, ਬਚਨ ਉਹਨਾਂ ਦਾ, ਤੇ ਸੌਖਾ ਹੀ ਬੜਾ ਕੰਮ ਹੈ। ਦਰਿਆ 'ਚ ਛਾਲ ਮਾਰ ਕੇ 2 ਮਿੰਟ ਲੱਗਣੇ ਨੇ, ਖਤਮ ਹੋਵਾਂ ਤੇ ਖੁਦਾ ਮਿਲ ਜਾਣਾ। ਮੈਂ ਕਿਉਂ ਵਾਪਸ ਜਾਵਾਂ? ਤੁਹਾਡੀ ਗੱਲ ਕਿਉਂ ਮੰਨਾਂ ਮੈਂ ਨਹੀਂ ਜਾਂਦਾ। ਕਹਿੰਦਾ ਮੈਂ ਤੇ ਗੁਰੂ ਸਾਹਿਬ ਦਾ ਬਚਨ ਮੰਨਾਂਗਾ, ਹੁਣ ਨਹੀਂ ਜਾਣਾ। ਸਿੱਖਾਂ ਬੜਾ ਜ਼ੋਰ ਲਾਇਆ, ਨਾ ਮੰਨਿਆ। ਅਖੀਰ ਤੇ ਕਹਿੰਦੇ ਭਲਿਆ ਉਹ ਫਕੀਰਾ, ਉਹ ਸਾਈਂ ਦਿਆ ਪਿਆਰਿਆ, ਉਸੇ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਹੁਕਮ ਲੈ ਕੇ ਆਏ। ਕਹਿੰਦੇ ਵਾਪਸ ਲਿਆ ਇਹਨੂੰ। ਜਦੋਂ ਫਿਰ ਗੁਰੂ ਸਾਹਿਬ ਦਾ ਬਚਨ ਸੁਣਿਆ ਤੇ ਵਾਪਸ ਮੁੜਿਆ। ਫਿਰ ਚੱਲਦਾ ਜਾ ਰਿਹਾ ਹੈ ਲਗਾਤਾਰ। ਪਹੁੰਚਿਆ, ਆਵਾਜ਼ਾਂ ਫਿਰ ਉਹੀ ਨੇ, ਜਾਨੀ ਕੋ ਜਾਨੀ ਸੇ ਮਿਲਾ ਦੋ। ਪਰ ਹੁਣ ਸਭ ਕੁਝ ਵੱਖਰਾ ਹੈ। ਵੱਖਰਾ ਕੀ ਹੈ? ਵੱਖਰਾ ਇਹ ਹੈ ਜਿਹੜਾ ਦਰਵਾਜ਼ਾ ਇਹਦੇ ਆਉਂਦਿਆਂ ਬੰਦ ਸੀ ਨਾ, ਉਹ ਦਰਵਾਜ਼ਾ ਹੁਣ ਇਹਨੂੰ ਖੁੱਲ੍ਹਾ ਮਿਲਿਆ ਹੈ। ਹੁਣ ਜਾਨੀ ਨੂੰ ਜਾਨੀ ਮਿਲਣ ਜਾ ਰਿਹਾ ਹੈ। ਜਾਨੀ ਨੂੰ ਜਾਨੀ। ਜਿਹੜਾ ਦਰਵਾਜ਼ਾ ਬੰਦ ਸੀ ਉਹ ਦਰਵਾਜ਼ਾ ਖੁੱਲ੍ਹਾ, ਅੰਦਰ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖਤ ਤੇ ਬੈਠੇ ਹੋਏ ਨੇ, ਸਿੱਖ ਆਸੇ ਪਾਸੇ ਖੜੇ ਨੇ, ਸੰਗਤਾਂ ਵੀ ਆਸੇ ਪਾਸੇ ਖੜੀਆਂ ਨੇ। ਇਹਨੇ ਜਾਂਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜ ਲਏ, ਆਪਣੇ ਹੱਥ ਦੀਆਂ ਤਲੀਆਂ ਚਰਨਾਂ ਦੇ ਥੱਲੇ ਕਰ ਲਈਆਂ। ਦੋਨੋਂ ਚਰਨ ਹੱਥਾਂ ਦੀਆਂ ਤਲੀਆਂ ਤੇ ਰੱਖ ਕੇ ਆਪਣਾ ਸਿਰ ਰੱਖ ਦਿੱਤਾ ਇਹਨੇ ਉੱਪਰ। ਹੰਝੂ ਕਿਰ ਰਹੇ ਨੇ, ਹੰਝੂਆਂ ਨਾਲ ਚਰਨ ਧੋ ਦਿੱਤੇ, ਸਿਰ ਚੱਕਿਆ ਨਹੀਂ ਉੱਪਰ। ਇਹ ਨਹੀਂ ਕਿ ਨਮਸਕਾਰ ਕੀਤੀ ਤੇ ਸਿਰ ਚੱਕ ਲਿਆ, ਸਿਰ ਨਹੀਂ ਚੱਕਿਆ।
ਗੁਰੂ ਹਰਗੋਬਿੰਦ ਸਾਹਿਬ ਮੇਰੇ ਪਾਤਸ਼ਾਹ ਨੇ ਨਾ ਇਹਨੂੰ ਮੋਢਿਆਂ ਤੋਂ ਫੜਿਆ, ਮੋਢਿਆਂ ਤੋਂ ਫੜ ਕੇ ਉੱਪਰ ਚੱਕਿਆ। ਜਦੋਂ ਉੱਪਰ ਚੱਕਿਆ ਫਿਰ ਇਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕੀਤੇ ਨੇ। ਫਿਰ ਪਹਿਲਾਂ ਨਹੀਂ, ਪਹਿਲਾਂ ਜਾ ਕੇ ਚਰਨਾਂ ਦੇ ਦੀਦਾਰ ਕੀਤੇ, ਚਰਨਾਂ ਤੇ ਸਿਰ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕੀਤੇ, ਦਰਸ਼ਨ ਕੀਤੇ। ਵੇਖੋ ਉਸ ਗੁਰੂ ਦੇ ਦਰਸ਼ਨ ਜਿਹਦੇ ਬਾਰੇ ਬਾਣੀ ਕਹਿ ਰਹੀ ਹੈ, ਦਰਸ਼ਨ ਪਰਸਿਆ ਗੁਰੂ ਕੈ, ਉੱਚੀ ਬੋਲੋ, ਦਰਸ਼ਨ ਪਰਸਿਆ ਗੁਰੂ ਕੈ। ਕਿੱਡੀ ਵੱਡੀ ਗੱਲ ਹੈ। ਜਨਮ ਮਰਨ ਇਹ ਦੋਨੋਂ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਉਸ ਗੁਰੂ ਦੇ ਦੀਦਾਰ ਜਾਨੀ ਕਰ ਰਿਹਾ। ਮੇਰੇ ਪਾਤਸ਼ਾਹ ਨੇ ਮੋਢੇ ਤੋਂ ਫੜ ਕੇ ਚੱਕਿਆ, ਇਹਨੇ ਵੇਖਿਆ ਸਤਿਗੁਰਾਂ ਦਾ ਮੁਖ, ਦਰਸ਼ਨ ਕੀਤੇ। ਸਤਿਗੁਰਾਂ ਨੇ ਮੋਢੇ ਤੋਂ ਫੜ ਕੇ ਉੱਪਰ ਚੱਕਿਆ, ਖੜੇ ਹੋ ਗਏ ਆਸਣ ਤੋਂ, ਇਹਨੂੰ ਸੀਨੇ ਨਾਲ ਲਾ ਲਿਆ ਗੁਰੂ ਹਰਗੋਬਿੰਦ ਸਾਹਿਬ ਨੇ, ਜੱਫੀ ਵਿੱਚ ਲੈ ਲਿਆ, ਘੁੱਟ ਕੇ ਸੀਨੇ ਨਾਲ ਲਾਇਆ, ਜੱਫੀ ਪਾਈ ਘੁੱਟ ਕੇ, ਤੇ ਜੱਫੀ ਤੋਂ ਬਾਹਰ ਕੱਢ ਕੇ ਛੱਡ ਕੇ ਕਹਿੰਦੇ, ਜਾਨੀ ਲੈ ਹੁਣ ਮੰਗ ਲੈ, ਕਿਹੜਾ ਜਾਨੀ ਮੰਗਣਾ ਈ। ਸੁਣਿਓ, ਜਾਨੀ ਮੰਗ ਲੈ, ਕਿਹੜਾ ਜਾਨੀ ਤੈਨੂੰ ਚਾਹੀਦਾ। ਜਾਨੀ ਜਿਹੜਾ ਜਾਨੀ ਵੀ ਮੰਗੇਗਾ ਅੱਜ ਤੈਨੂੰ ਦਏਗਾ ਗੁਰੂ ਹਰਗੋਬਿੰਦ, ਤੇਰੇ ਨਾਲ ਬਚਨ ਹੈ। ਤੇ ਜਾਨੀ ਹੱਥ ਜੋੜ ਕੇ ਪਤਾ ਕੀ ਕਹਿੰਦਾ, ਕਹਿੰਦਾ ਬਾਦਸ਼ਾਹ ਜਿਸ ਜਾਨੀ ਨੂੰ ਲੱਭਣ ਦੇ ਵਾਸਤੇ ਆਇਆ ਉਹ ਜਾਨੀ ਤੇ ਸਾਹਮਣੇ ਖੜਾ, ਮੈਨੂੰ ਹੋਰ ਕਿਸੇ ਜਾਨੀ ਦੀ ਕੀ ਲੋੜ ਹੈ। ਉਹ ਗੁਰੂ ਹਰਗੋਬਿੰਦ ਤੂੰ ਖੁਦ ਜਾਨੀ ਹੈ, ਤੁਸੀਂ ਖੁਦ ਉਸ ਖੁਦਾ ਦਾ ਰੂਪ ਹੋ। ਜਿਸ ਜਾਨੀ ਨੂੰ ਮੈਂ ਲੱਭਦਾ ਸੀ ਉਹ ਤੇ ਇੱਥੇ ਹੀ ਮਿਲ ਗਿਆ। ਇਹਨੇ ਸਾਰੀ ਜ਼ਿੰਦਗੀ ਗੁਰੂ ਦੇ ਅਨੁਸਾਰ ਬਤੀਤ ਕੀਤੀ, ਸਾਰੀ ਜ਼ਿੰਦਗੀ ਉੱਥੇ ਗੁਰੂ ਸਾਹਿਬ ਦੇ ਨਾਲ ਰਿਹਾ। ਉਪਰੰਤ ਹਰਗੋਬਿੰਦਪੁਰਾ ਉੱਥੇ ਚਲਾ ਗਿਆ। ਆਪਣੇ ਜੀਵਨ ਦਾ ਅੰਤਲਾ ਸਮਾਂ ਇਹਨੇ ਉੱਥੇ ਗੁਜ਼ਾਰਿਆ। ਅੱਜ ਵੀ ਇਸ ਜਾਨੀ ਦੀ ਕਬਰ ਹਰਗੋਬਿੰਦਪੁਰੇ ਬਣੀ ਹੋਈ। ਅੱਜ ਵੀ ਉਹ ਜਾਨੀ ਜਿਹੜਾ ਆਇਆ ਤੇ ਆਵਾਜ਼ਾਂ ਦਿੰਦਾ ਸੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ, ਕਹਿੰਦਾ ਬਾਦਸ਼ਾਹ ਤੇਰੇ ਤੋਂ ਬਿਨਾਂ ਜਾਨੀ ਕੋਈ ਹੋਰ ਦੂਜਾ ਹੈ ਹੀ ਨਹੀਂ ਜਹਾਨ ਦੇ ਅੰਦਰ। ਜਦੋਂ ਗੁਰੂ ਕੋਲੋਂ ਇਹ ਰਹਿਮਤਾਂ ਮਿਲਦੀਆਂ ਨੇ, ਸਿੱਖ ਗੁਰੂ ਦੇ ਕੋਲੋਂ ਮੰਗਦਾ ਇਹ ਕੁਝ। ਇਹ ਜਿਹਨੇ ਟਕਾ ਅੱਗੇ ਰੱਖਿਆ ਹੈ ਨਾ ਗੁਰੂ ਸਾਹਿਬ ਦੇ, ਜਿਹਨੇ ਘਾਹ ਦੀ ਪੰਡ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਰੱਖੀ ਹੈ ਨਾ, ਉਹਦੇ ਅੰਦਰ ਕੋਈ ਰਾਜ ਭਾਗ ਦੀ ਲਾਲਸਾ ਨਹੀਂ, ਉਹਦੇ ਅੰਦਰ ਵੀ ਜਾਨੀ ਵਰਗੀ ਲਾਲਸਾ ਸੀ। ਉਹ ਵੀ ਉਹ ਭਾਵਨਾ ਲੈ ਕੇ ਆਇਆ ਸੀ ਸੱਚੇ ਪਾਤਸ਼ਾਹ ਕਿ ਉਹ ਜਾਨੀ ਨੇ ਜਾਨੀ ਨੂੰ ਹਾਸਲ ਕਰ ਲਿਆ। ਆਹ ਜਿਹੜਾ ਸਿੱਖ ਇਹ ਵੀ ਜਾਨੀ ਸਮਝ ਲਓ ਤੇ ਇਹਨੂੰ ਵੀ ਉਸ ਜਾਨੀ ਨਾਲ ਹੀ ਮਿਲਾ ਦਿਓ। ਇਹ ਸੱਚਾਈ ਹੈ। ਉਹ ਬਾਦਸ਼ਾਹਤਾਂ ਲੈਣ ਦੇ ਵਾਸਤੇ ਨਹੀਂ ਆਇਆ, ਉਹ ਸੱਚੇ ਪਾਤਸ਼ਾਹ ਦੇ ਕੋਲੋਂ ਰਹਿਮਤਾਂ ਲੈਣ, ਬਖਸ਼ਿਸ਼ਾਂ ਲੈਣ ਵਾਸਤੇ ਆਇਆ। ਜਿਹੜਾ ਬਾਦਸ਼ਾਹਤਾਂ ਨੂੰ ਠੋਕਰਾਂ ਮਾਰ ਕੇ ਪਾਤਸ਼ਾਹ ਦੇ ਕੋਲ ਆਇਆ, ਸੱਚ ਜਾਣਿਓ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲੋਂ ਪਾਤਸ਼ਾਹਤਾਂ ਲੈ ਕੇ ਵੀ ਹੋ ਗਿਆ। ਉਹ ਸਿੱਖ, ਉਹ ਘਾਈਆ, ਘਾਹ ਖੋਤਣ ਵਾਲਾ। ਮੇਰੇ ਬਾਦਸ਼ਾਹ ਨੇ ਆਖਿਆ ਸੀ ਮੰਗ ਕੀ ਮੰਗਦਾ ਹੈ? ਕਹਿੰਦਾ ਬਾਦਸ਼ਾਹ ਜੇ ਧਨ ਦੌਲਤ ਮੰਗਣਾ ਸੀ ਤੇ ਉਹ ਤੇ ਗਵਾਂਢੀ ਦੇ ਤੰਬੂ ਚੋਂ ਬੜਾ ਕੁਝ ਮਿਲ ਜਾਣਾ ਸੀ। ਜੇ ਐਸ਼ੋ ਆਰਾਮ ਮੰਗਣਾ ਸੀ ਉਹ ਤੇ ਉੱਥੋਂ ਹੀ ਸਭ ਕੁਝ ਮਿਲ ਜਾਣਾ ਸੀ। ਜੇ ਜ਼ਿੰਦਗੀ ਚੰਗੇ ਤਰੀਕੇ ਨਾਲ ਗੁਜ਼ਾਰਨੀ ਸੀ ਤੇ ਉਹ ਉੱਥੋਂ ਹੀ ਮਿਲ ਜਾਣਾ ਸੀ। ਮੈਂ ਤੇ ਤੇਰੇ ਕੋਲੋਂ ਅੱਜ ਤੈਨੂੰ ਮੰਗਣ ਆਇਆ ਮੇਰੇ ਸੱਚੇ ਪਾਤਸ਼ਾਹ। ਜੇ ਕੁਝ ਦੇਣਾ ਹੈ ਨਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ, ਮੈਂ ਤੇਰੇ ਕੋਲੋਂ ਤੈਨੂੰ ਮੰਗਣ ਆਇਆ। ਆਪਣਾ ਆਪਾ ਮੈਨੂੰ ਦੇ ਦੇ ਤੇ ਮੇਰਾ ਤੂੰ ਲੈ ਲੈ। ਤੂੰ ਮੈਂ ਬਣ ਜਾਵਾਂ ਤੇ ਮੈਂ ਤੂੰ ਬਣ ਜਾਵਾਂ। ਫਿਰ ਉਹ ਅਵਸਥਾ ਬਣੇ ਜਿਹਨੂੰ ਬਾਣੀ ਨੇ ਆਖਿਆ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਕੀ ਕੁਝ ਵੀ ਨਹੀਂ, ਭਾਵ ਕੋਈ ਅੰਤਰ ਨਹੀਂ ਮੇਰੇ ਤੇਰੇ ਵਿੱਚ। ਉਹ ਅਵਸਥਾ ਮੰਗੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸੀਨੇ ਨਾਲ ਲਾ ਕੇ ਉਹ ਅਵਸਥਾ ਬਖਸ਼ ਵੀ ਦਿੱਤੀ ਹੈ। ਉਹ ਅਵਸਥਾ ਸੱਚਮੁੱਚ ਬਖਸ਼ੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਇਹ ਤੇ ਰਹਿਮਤਾਂ ਨੇ ਇਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਖਸ਼ਿਸ਼ਾਂ। ਕਿਉਂਕਿ ਜਿਸ ਗੁਰੂ ਹਰਗੋਬਿੰਦ ਸਾਹਿਬ ਸਤਿਗੁਰਾਂ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਨਾ, ਉਹਨੇ ਵਡਿਆਈਆਂ ਬੜੀਆਂ ਵੰਡੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਹੀ ਨੇ ਜਿਨ੍ਹਾਂ ਨੇ ਇਹ ਸ਼ਸਤਰ ਸਾਨੂੰ ਬਖਸ਼ੇ ਨੇ। ਇਹ ਸ਼ਸਤਰ ਜਿਹੜੇ ਸਾਡੀ ਜਿੰਦ ਜਾਨ ਹਨ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਆਖਿਆ ਸੀ ਬਾਣੀ ਦੇ ਨਾਲ ਇਹ ਬਾਣਾ ਵੀ ਸਿੱਖ ਨੂੰ ਜ਼ਰੂਰੀ ਹੈ, ਲਾਜ਼ਮੀ ਹੈ। ਉਸ ਗੁਰੂ ਨੇ ਭਾਵੇਂ ਆਪ ਵੀ ਮੁਸੀਬਤਾਂ ਝੱਲੀਆਂ, ਗਵਾਲੀਅਰ ਦੇ ਕਿਲੇ ਵਿੱਚ ਕੈਦ ਵੀ ਬੜਾ ਲੰਮਾ ਸਮਾਂ ਰਹਿਣਾ ਪਿਆ, ਪਰ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਉਹ ਬਾਦਸ਼ਾਹ ਜਿਹੜਾ ਗੁਰੂ ਘਰ ਦੀ ਵਿਰੋਧਤਾ ਕਰ ਰਿਹਾ ਹੈ, ਅੱਜ ਉਹ ਬਾਦਸ਼ਾਹ ਗੁਰੂ ਘਰ ਦੇ ਅਨੁਸਾਰ ਚੱਲਣ ਵਾਸਤੇ ਤਿਆਰ ਹੋਇਆ ਬੈਠਾ ਹੈ। ਉਹੀ ਬਾਦਸ਼ਾਹ ਜਹਾਂਗੀਰ ਹੈ, ਉਹ ਅਨੁਸਾਰ ਚੱਲਣ ਦੇ ਵਾਸਤੇ ਤਿਆਰ ਹੈ। ਉਹ ਦਿਨ ਚੜ੍ਹਦਾ ਹੈ, ਆਪਣੇ ਤੰਬੂ ਦੇ ਵਿੱਚੋਂ ਨਿਕਲ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਤੰਬੂ ਵਿੱਚ ਆ ਕੇ ਉਹਨਾਂ ਨੂੰ ਨਮਸਕਾਰ ਕਰਦਾ ਪਿਆ। ਫਰਕ ਵੇਖੋ ਕਿੰਨਾ ਪੈ ਗਿਆ। ਸਮਾਂ ਚੇਂਜ ਕਰਦਾ ਹੈ, ਸਮਾਂ ਬਦਲਦਾ ਹੈ ਸਭ ਕੁਝ। ਉਹੀ ਬਾਦਸ਼ਾਹ, ਉਹੀ ਗੁਰੂ ਦਾ ਘਰ, ਪਰ ਫਰਕ ਬੜਾ ਵੱਡਾ ਪੈ ਗਿਆ। ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਮਨ ਦੇ ਅੰਦਰ ਇਹ ਵਿਚਾਰਾਂ ਚੱਲ ਰਹੀਆਂ ਸਨ ਕਿ ਸਤਿਗੁਰਾਂ ਦਾ ਜੀਵਨ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਇਤਿਹਾਸ ਦਾ ਕੁਝ ਨਵਾਂ ਜਿਹੜਾ ਹੈ ਉਹ ਆਪ ਜੀ ਦੇ ਸਾਹਮਣੇ ਅਣਛੋਇਆ ਹਿੱਸਾ, ਇਤਿਹਾਸ ਜਿਹੜਾ ਅਣਛੋਇਆ ਹੈ ਉਹ ਤੁਹਾਡੇ ਸਾਹਮਣੇ ਰੱਖਿਆ ਜਾਏ। ਕਿਉਂਕਿ ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ ਜੋ ਸਭ ਸੁਣਾਉਂਦੇ ਨੇ। ਹਰ ਸਾਲ ਤੁਸੀਂ ਸੁਣਦੇ ਹੋ, ਮੇਰੇ ਵਰਗੇ ਬੜੇ ਆਉਂਦੇ ਨੇ, ਉਹੀ ਕੁਝ ਸੁਣਾ ਕੇ ਅਸੀਂ ਤੁਰੇ ਜਾਂਦੇ ਹਾਂ। ਪਰ ਇਹ ਜ਼ਰੂਰੀ ਵੀ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਬੜਾ ਵੱਡਾ ਹੈ, ਬੜਾ ਵੱਡਾ। ਕੱਲ ਦੇ ਦੋ ਅਖੀਰਲੇ ਦੀਵਾਨ ਨੇ, ਇੱਕ ਸਵੇਰ ਦਾ ਹੈ ਤੇ ਇੱਕ ਰਾਤ ਦਾ ਹੈ। ਕੱਲ ਸਵੇਰ ਦੇ ਦੀਵਾਨ ਦੇ ਅੰਦਰ ਆਪਾਂ ਵਿਚਾਰਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ। ਕੱਲ ਦਿਨ ਦੇ ਦੀਵਾਨ ਵਿੱਚ ਆਪਾਂ ਵਿਚਾਰਨਾ ਹੈ ਦਲ ਭੰਜਨ। ਇਹ ਕਿਉਂ ਕਿਹਾ ਗਿਆ? ਗੁਰ ਸੂਰਮਾ ਕਿਉਂ ਕਿਹਾ ਗਿਆ? ਵੱਡ ਯੋਧਾ, ਬਹੁ ਪਰ ਉਪਕਾਰੀ। ਇਹ ਜਿਹੜੀਆਂ ਗੱਲਾਂ ਨੇ ਨਾ, ਕੱਲ ਸਵੇਰ ਦੇ ਦੀਵਾਨ ਵਿੱਚ ਇਹ ਇਤਿਹਾਸ ਦਾ ਪ੍ਰਸੰਗ ਆਪਾਂ ਵਿਚਾਰਨਾ ਹੈ। ਸਤਿਗੁਰੂ ਕਿਰਪਾ ਕਰਨ, ਕਿਉਂਕਿ ਸਮਾਂ ਸਮਾਪਤ ਹੈ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਜਦੋਂ ਸੰਗਤਾਂ ਹਿੱਲਣ ਜੁਲਣ ਜ਼ਿਆਦਾ ਹੋਣ ਲੱਗ ਪਏ ਤੇ ਉੱਠਣ ਲੱਗ ਪੈਣ, ਤੇ ਫਿਰ ਸਮਾਪਤੀ ਕਰਨੀ ਜਿਹੜੀ ਉਹ ਚੰਗੀ ਹੁੰਦੀ ਹੈ, ਸੱਚਾਈ ਹੈ। ਤੇ ਸਮਾਂ ਵੀ ਖੈਰ ਸਮਾਪਤ ਹੈ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਸਵੇਰ ਦੇ ਦੀਵਾਨ ਵਿੱਚ ਵੀ ਜੁੜਿਓ, ਕਿਉਂਕਿ ਪ੍ਰਸੰਗ ਨਾਲ ਨਾਲ ਜੁੜਦਾ ਜਾਏਗਾ ਤੇ ਆਨੰਦ ਵੱਖਰਾ ਹੀ ਆਏਗਾ। ਸੁਆਜੇਨੀਆਂ ਕੋ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਗੁਰ ਸ਼ਬਦ, ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ। ਕਰੋ ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ,